ਲਓ ਜੀ, ਸਵਾਗਤ ਤੁਹਾਡਾ ਇੱਕ ਵਾਰ ਫਿਰ ਤੋਂ। ਤੁਸੀਂ ਦੇਖ ਰਹੇ ਹੋ ਪ੍ਰਾਈਮ ਫੋਕਸ ਤੇ ਸੋਚਦੇ ਹੋਣੇ ਆ ਕਿ ਯਾਰ ਇਹ ਜਿਸ ਹਿਸਾਬ ਨਾਲ ਦੁਪਹਿਰੇ ਜੀ ਲੱਗੇ ਆ, ਸੂਰਜ ਵਾਹਵਾ ਸਿਰ ਤੇ ਆ, ਤੇ ਕੈਨੇਡਾ ਦੇ ਹਿਸਾਬ ਨਾਲ ਤੇ ਜਿਸ ਏਰੀਏ 'ਚ ਫਿਰਦੇ ਸੀ ਆਂਦੇ ਸੀ ਰਾਤ ਦੇ 10 ਵੱਜ ਜਾਂਦੇ ਆ, ਤੇ ਇੰਨਾ ਸੂਰਜ ਰਾਤ ਨੂੰ 10 ਵਜੇ ਕਿੱਦਾਂ? ਦੇਖੋ ਗੱਲ ਇਹ ਆ ਕਿ 2-3 ਦਿਨ ਹੋ ਗਏ ਅਸੀਂ ਆਪ ਜੀ ਦੇ ਨਾਲ ਜਦੋਂ ਜੁੜਦੇ ਸੀ ਲਾਈਵ ਪ੍ਰੋਗਰਾਮ ਦੇ ਵਿੱਚ, ਤੇ ਅਸੀਂ ਇਹ ਮਹਿਸੂਸ ਕੀਤਾ ਵੀ ਅਸੀਂ ਗੱਡੀ 'ਚ ਬਹਿ ਜਾਂਦੇ ਹਾਂ ਤੇ ਬਾਹਰਲੀ ਬਿਊਟੀ ਖੂਬਸੂਰਤੀ ਹੋ ਸਕਦਾ ਤੁਸੀਂ ਸਾਡੇ ਵਲੌਗਸ ਦੇ ਜ਼ਰੀਏ ਤਾਂ ਦੇਖਦੇ ਹੋ, ਪਰ ਫੋਕਸ ਦੇ ਵਿੱਚ ਸ਼ਾਇਦ ਤੁਸੀਂ ਮਹਿਸੂਸ ਕਰਦੇ ਹੋ ਵੀ ਪਤਾ ਨਹੀਂ ਕਿੱਥੇ ਬੈਠੇ ਗੱਲਾਂ ਕਰਦੇ ਆ। ਅੱਜ ਕੁਦਰਤੀ ਚਾਹ ਪੀਣ ਲਈ ਰੁਕੇ ਸੀ, ਰਸਤੇ 'ਚ ਜਾਂਦਿਆਂ ਮਗਰ ਖੇਤ ਤੁਸੀਂ ਦੇਖਦੇ ਹੋਣੇ ਆ, ਪ੍ਰਿੰਸ ਐਡਵਰਡ ਆਈਲੈਂਡ ਦੇ ਉੱਪਰ ਹੀ ਆ, ਤੇ ਚਾਹ ਪੀਣ ਲਈ ਰੁਕੇ ਤੇ ਨਾਲ ਬਿਸਕੁਟ ਤੇ ਲੱਡੂ ਬੇਸਣ ਬਰਫੀ ਚੱਲਿਆ। ਤੇ ਬਾਠ ਸਾਹਿਬ ਕਹਿੰਦੇ ਵੀ ਬੈਠੇ ਤੇ ਹੈਗੇ ਆ ਹੁਣ, ਵੀ ਕਿਉਂ ਨਾ ਫਿਰ ਪ੍ਰੋਗਰਾਮ ਨਹੀਂ ਕਰ ਲਈਏ, ਨਾਲੇ ਤੇ ਧੁੱਪ ਚੰਗੀ ਆ ਤੇ ਨਾਲੇ ਪਰਿਵਾਰ ਦੇ ਮੈਂਬਰ ਜਿਹੜੇ ਆ ਉਹਨਾਂ ਨੂੰ ਲੱਗੂਗਾ ਵੀ ਚਲੋ ਅਸੀਂ ਵੀ ਨਾਲ ਕੈਨੇਡਾ ਦੀ ਧਰਤੀ ਦੇ ਇਸ ਹਿੱਸੇ ਦੇ ਦਰਸ਼ਨ ਕਰਦੇ ਪਏ ਆ। ਕਿਉਂ ਬਾਠ ਸਾਹਿਬ, ਮੈਂ ਕੁਛ ਗਲਤ ਕਿਹਾ ਸਰ? ਨਹੀਂ ਸੰਧਾਲੀਆ ਸਾਹਿਬ, ਤੁਸੀਂ ਬਿਲਕੁਲ ਠੀਕ ਆਖਿਆ, ਕਿਉਂਕਿ ਰੌਲਾ ਇਹ ਆ ਨਾ ਕਿ ਜਦੋਂ ਆਪਾਂ ਕਿਤੇ ਜਾਂਦੇ ਆ ਤੇ ਆਪਾਂ ਪਿੱਛੇ ਪਰਿਵਾਰਾਂ ਨੂੰ, ਸੱਜਣਾ ਮਿੱਤਰਾਂ ਨੂੰ ਫੋਟੋ ਭੇਜਦੇ, ਯਾਰ ਆਹ ਬਹੁਤ ਚੀਜ਼ ਚੰਗੀ ਸੀ, ਤੇ ਸਾਰਾ ਦੁਨੀਆ ਦੇ ਵਿੱਚ ਪ੍ਰਾਈਮ ਏਸ਼ੀਆ ਟੀਵੀ ਦੇ ਪਰਿਵਾਰ ਦੇ ਮੈਂਬਰ ਫੈਲੇ ਹੋਏ ਸੁੱਖ ਨਾਲ, ਬੜੇ ਵਧੀਆ ਤਰੀਕੇ ਨਾਲ, ਤੇ ਅੱਜ ਉਹ ਚੰਗੇ ਤਰੀਕੇ ਮਹਿਸੂਸ ਕਰ ਸਕਣਗੇ ਕਿ ਕੈਨੇਡਾ ਦੇ ਇਸ ਛੋਟੇ ਜਿਹੇ, ਕਿਉਂਕਿ ਜਦੋਂ ਅਸੀਂ ਬਾਰ-ਬਾਰ ਕਹਿੰਦੇ ਨਾ ਪ੍ਰਿੰਸ ਐਡਵਰਡ ਆਈਲੈਂਡ 99% ਲੋਕਾਂ ਨੇ ਤਾਂ ਸੁਣਿਆ ਹੀ ਨਹੀਂ, ਕਿਉਂਕਿ ਛੋਟਾ ਬਹੁਤ ਹੈ। ਯਾਨੀ ਕੈਨੇਡਾ ਦਾ ਇੱਕ ਛੋਟਾ ਜਿਹਾ ਸੂਬਾ, ਖੇਤੀਬਾੜੀ ਪ੍ਰਧਾਨ ਸੂਬਾ ਕਹਿ ਲਈਏ, ਬਹੁਤ ਵਧੀਆ ਮਿੱਟੀ ਇੱਥੋਂ ਦੀ ਜਿਹੜੀ ਹੈ ਕਮਾਲ ਦੀ ਹੈ, ਲਾਲ ਰੰਗ ਦੀ ਮਿੱਟੀ ਹੈ, ਆਇਰਨ ਬਹੁਤ ਜ਼ਿਆਦਾ ਉਹਦੇ ਵਿੱਚ, ਆਇਰਨ ਆਕਸਾਈਡ ਬਹੁਤ ਜ਼ਿਆਦਾ, ਤੇ 85,000 ਏਕੜ ਦੇ ਵਿੱਚ ਤਕਰੀਬਨ ਜਿਹੜੇ ਸਾਲ ਆਲੂ ਬੀਜੇ ਜਾਂਦੇ ਆ, 85,000 ਏਕੜ ਦੇ ਵਿੱਚ ਆਲੂ ਹੁੰਦਾ। ਤੇ ਕੈਨੇਡਾ ਦੇ ਵਿੱਚ ਸਭ ਤੋਂ ਵੱਧ ਜੇ ਕਿਸੇ ਸੂਬੇ ਦੇ ਵਿੱਚ ਆਲੂ ਦੀ ਪ੍ਰੋਡਕਸ਼ਨ ਹੁੰਦੀ ਹੈ ਤੇ ਐਸੇ ਸੂਬੇ 'ਚ ਹੁੰਦੀ ਹੈ। ਇਹਦੇ ਤੋਂ ਇਲਾਵਾ ਦੁਨੀਆ ਦਾ ਜਿਹੜਾ ਬਿਹਤਰੀਨ ਕਿਸਮ ਦਾ ਆਲੂ ਹੈ ਉਹ ਵੀ ਪ੍ਰਿੰਸ ਐਡਵਰਡ ਆਈਲੈਂਡ ਦਾ ਜਿਹੜਾ ਮੰਨਿਆ ਜਾਂਦਾ, ਤੇ ਕੈਨੇਡਾ ਦੇ ਵਿੱਚ ਸ਼ਾਇਦ ਹੀ ਕੋਈ ਘਰ ਹੋਵੇ ਆਲੂਆਂ ਵਾਲੇ ਪਰੌਂਠੇ ਜੇ ਬਣਦੇ ਆ, ਆਲੂਆਂ ਦੀ ਦਾਲ ਸਬਜ਼ੀ ਜੇ ਬਣਦੀ ਹੈ, ਜਾਂ ਆਲੂਆਂ ਦੇ ਚਿਪਸ ਜੇ ਬਣਦੇ ਆ, ਤਾਂ ਤੁਹਾਨੂੰ ਪਤਾ ਵੀ ਨਹੀਂ ਹੋਣਾ ਕਿ ਤੁਹਾਡੇ ਟੇਬਲ ਦੇ ਉੱਤੇ ਪਲੇਟ ਦੇ ਵਿੱਚ, ਡੋਂਗੇ ਦੇ ਵਿੱਚ ਜਿਹੜੀ ਆਲੂ ਦੀ ਬਣੀ ਚੀਜ਼ ਪਈ ਹੈ ਉਹ ਇੱਥੇ ਹੋਗੀ ਸੀ। ਨਹੀਂ, ਕਿਉਂਕਿ ਇਹ ਨਾ ਬੜਾ ਕੈਨੇਡਾ 'ਚ ਵੀ ਰਹਿਣ ਵਾਲੇ ਆਪਣੇ ਕਈ ਲੋਕਾਂ ਨੂੰ ਇਸ ਚੀਜ਼ ਦਾ ਵਹਿਮ ਆ ਵੀ ਯਾਰ ਜਿਹੜੀ ਚੀਜ਼ ਕੈਨੇਡਾ ਆਉਂਦੀ ਉਹ ਕੈਨੇਡਾ ਦੀ ਧਰਤੀ ਤੇ ਨਹੀਂ ਹੁੰਦੀ, ਕਿਉਂਕਿ ਇੱਥੇ ਕਿਹੜਾ ਖੇਤ ਆ ਜੀ। ਉਹ ਇਸ ਕਰਕੇ ਵੀ ਲੱਗਦਾ ਕਿਉਂਕਿ ਆਪਾਂ ਕੈਨੇਡਾ ਮੋਸਟਲੀ ਜਿੱਥੇ ਕੋਈ ਸਰੀ ਵੈਨਕੂਵਰ ਵਾਲੇ ਪਾਸੇ ਆ ਗਿਆ, ਕੋਈ ਟੋਰਾਂਟੋ ਵਾਲੇ ਪਾਸੇ ਆ ਗਿਆ, ਜਾਂ ਕੋਲਬਰਟ ਵਾਲੇ ਪਾਸੇ ਆ ਗਿਆ, ਉੱਥੇ ਕਿ ਜੀ ਉਨੇ ਕੁ ਏਰੀਏ 'ਚ ਆਪਾਂ ਰਹਿੰਦੇ ਹਾਂ, ਦਹਾਕਿਆਂ ਬੱਧੀ ਉੱਥੇ ਰਹਿ ਜਾਂਦੇ ਜੀ। ਆਪਾਂ ਇਹ ਵੇਖਦੇ ਹੀ ਨਹੀਂ ਕਿ ਵੀ ਯਾਰ ਜਿਹੜਾ ਕੈਨੇਡਾ ਆ, ਜੇ ਉਹ ਦੁਨੀਆ ਦਾ ਦੂਸਰੇ ਨੰਬਰ ਦਾ ਧਰਤੀ ਦੇ ਪੱਖ ਤੋਂ ਸਭ ਤੋਂ ਵੱਡਾ, ਰੂਸ ਤੋਂ ਬਾਅਦ ਜੇ ਕੋਈ ਸਭ ਤੋਂ ਵੱਡੀ ਧਰਤੀ ਲੈਂਡ ਕਿਸੇ ਦੇਸ਼ ਕੋਲ ਹੈ ਤਾਂ ਉਹ ਕੈਨੇਡਾ ਕੋਲ ਹੈ, ਵੀ ਉਸ ਧਰਤੀ ਦੇ ਉੱਪਰ ਹੋਰਨਾਂ ਥਾਵਾਂ ਤੇ ਕੁਛ ਤੇ ਹੁੰਦਾ ਹੋਊਗਾ ਨਾ। ਹੁਣ ਜਿੱਦਾਂ ਆਲੂਆਂ ਦੀ ਗੱਲ ਕੀਤੀ ਬਾਠ ਸਾਹਿਬ ਨੇ, ਵੈਸੇ ਤੇ ਲੱਖਾਂ ਏਕੜ ਜ਼ਮੀਨ ਹੈ ਇੱਥੇ। ਇਸ ਤੋਂ ਇਲਾਵਾ ਮੱਕੀ ਹੁੰਦੀ ਆ ਜੀ, ਸੋਇਆਬੀਨ ਹੁੰਦਾ, ਜੇ ਆਪਾਂ ਬਾਗਾਂ ਦੀ ਗੱਲ ਕਰ ਲਈਏ ਸੇਬ ਹੁੰਦੇ ਆ, ਅੰਗੂਰ ਹੁੰਦੇ ਆ, ਵਾਈਨਰੀਜ਼ ਬਹੁਤ ਨੇ ਇੱਥੇ। ਸੋ ਜਦੋਂ ਆਪਾਂ ਖੇਤੀ ਦੀ ਗੱਲ ਕਰਦੇ ਹਾਂ ਤੇ ਅਲੱਗ-ਅਲੱਗ ਵੰਨਗੀਆਂ ਜਿਹੜੀਆਂ ਨੇ ਉਹ ਖੇਤੀ ਦੀਆਂ ਹੁੰਦੀਆਂ ਨੇ। ਸਾਡੇ ਮਗਰ ਵੀ ਤੁਸੀਂ ਖੇਤ ਵੇਖਦੇ ਪਏ ਹੋ, ਇਹਦੇ ਵਿੱਚ ਵੀ ਫਸਲਾਂ ਤੁਹਾਨੂੰ ਨਜ਼ਰ ਆਉਂਦੀਆਂ ਹੋਣੀਆਂ। ਸੋ ਇਹ ਕਹਿਣ ਤੋਂ ਭਾਵ ਹੋ ਗਿਆ ਕਿ ਵੀ ਘੇਰੇ ਸਮੁੰਦਰ ਆ ਜੀ। ਇਸ ਧਰਤੀ ਦੇ ਉੱਪਰ ਕੈਨੇਡਾ ਦੀ ਮੁੱਖ ਧਰਤੀ ਤੋਂ ਆਉਣਾ ਹੋਵੇ ਤੇ 13-13.5 ਕਿਲੋਮੀਟਰ ਲੰਮਾ ਇੱਕ ਪੁਲ ਲੰਘ ਕੇ ਆਉਣਾ ਪੈਂਦਾ, ਜਾਂ ਫਿਰ ਇੱਕ ਦੂਸਰੀ ਸਾਈਡ ਤੋਂ ਫੈਰੀ ਚੱਲਦੀ ਹੈ ਨੋਵਾ ਸਕੋਸ਼ੀਆ ਵਾਲੇ ਪਾਸਿਓਂ, 4 ਘੰਟੇ ਕਹਿੰਦੇ ਸ਼ਾਇਦ ਉਹਦੇ 'ਚ ਵੀ ਲੱਗ ਜਾਂਦੇ, ਹੈਲੀਫੈਕਸ ਤੋਂ ਇੱਧਰ ਨੂੰ ਆਉਂਦੇ ਆ। ਤੇ ਉਹ ਜਿਹੜੀ ਫੈਰੀ, ਹਾਲਾਂਕਿ ਉਹ ਫੈਰੀ ਤਾਂ ਸ਼ਾਇਦ ਘੰਟੇ 1.5 ਘੰਟੇ ਦੀ ਹੈ। ਮਤਲਬ ਇਹ ਹੋ ਗਿਆ ਵੀ ਇੱਕ ਸਮੁੰਦਰ ਦੇ ਨਾਲ ਘਿਰਿਆ ਹੋਇਆ ਧਰਤੀ ਦਾ ਟੁਕੜਾ, ਜਿਹਨੂੰ ਪ੍ਰਿੰਸ ਐਡਵਰਡ ਆਈਲੈਂਡ ਕਹਿੰਦੇ ਆ। ਇਹ ਸੂਬਾ ਖੇਤੀ ਪੱਖੋਂ ਵੀ ਪ੍ਰਧਾਨ ਆ, ਮੌਸਮ ਬਹੁਤ ਵਧੀਆ, ਆਲਾ ਦੁਆਲਾ ਬੜਾ ਸ਼ਾਨਦਾਰ। ਸ਼ਾਇਦ ਤੁਹਾਨੂੰ ਇਹ ਵਿਊ ਨਜ਼ਰ ਆਉਂਦਾ ਹੋਵੇ, ਇਸੇ ਕਰਕੇ ਵੀ ਅਸੀਂ ਅੱਜ ਬਾਹਰ ਬੈਠੇ ਸੀ ਤੇ ਧੁੱਪ ਬੜੀ ਵਧੀਆ ਲੱਗੀ। ਤੇ ਬਾਠ ਸਾਹਿਬ ਹੋਰਾਂ ਨੇ ਸੁੱਖ ਨਾਲ ਅੱਜ ਬਰਫੀ ਨੂੰ ਥੋੜੀ ਜਿਹੀ ਦੰਦੀ ਵੱਡੀ ਆ, ਥੋੜੀ ਜਿਹੀ ਲੱਡੂ ਨੂੰ ਵੱਡੀ ਆ। ਹਾਂ, ਮੈਂ ਬੜਾ ਹੈਰਾਨ ਆ ਵੀ ਬੰਦਾ ਜਾਂ ਪੂਰਾ ਖਾ ਲੇ ਜਾਂ ਅੱਧਾ ਖਾ ਲੇ। ਮੈਂ ਪੂਰਾ ਖਾ ਲਿਆ, ਅੱਧਾ ਖਾ ਲਿਆ, ਜਿੰਨੀ ਕਿ ਤੁਹਾਡੇ ਤੋਂ ਆਗਿਆ ਮਿਲੀ। ਤੁਸੀਂ ਕਿਹਾ ਵੀ ਆ 20% ਵੱਧ ਤੋਂ ਵੱਧ ਖਾ, 80% ਮੇਰਾ ਹੀ, ਯਾਨੀ ਮੈਨੂੰ ਤਾਂ ਜਿੰਨਾ ਕੁ ਕਮਿਸ਼ਨ ਮਿਲਦਾ ਹੁੰਦਾ, ਮੇਰਾ ਸੌਦਾ ਤਾਂ ਉਹਨਾਂ ਕੀ ਆ, ਮੁੱਖ ਤਾਂ ਤੁਹਾਡਾ ਹੀ ਆ। ਚਲੋ ਨਹੀਂ ਮੰਨਣਾ ਕਿਸੇ ਨੇ ਤਾਂ ਨਾ ਸਹੀ। ਬਾਕੀ ਸੰਧਾਲੀਆ ਸਾਹਿਬ ਇੱਕ ਗੱਲ ਇੱਥੇ ਹੈਗੀ ਆ, ਦੇਖੋ ਮੈਂ ਮੰਨ ਕੇ ਚੱਲਦਾ ਕਿ ਜਿੱਦਾਂ ਤੁਸੀਂ ਅੱਜ ਦ੍ਰਿਸ਼ ਦਿਖਾਤਾ, ਜੇ ਆਪਾਂ ਟੀ-ਸ਼ਰਟਾਂ ਪਾ ਕੇ ਬੈਠੇ ਆ ਤਾਂ ਫਿਰ ਜੂਨ ਮਹੀਨੇ ਦਾ ਮੌਸਮ ਵੀ ਪਤਾ ਲੱਗ ਗਿਆ, ਤੇ ਨਾਲ ਦੀ ਨਾਲ ਸਬਜ਼ੀ ਭਾਜੀ ਦਾ, ਫਸਲਬਾੜੀ ਦਾ ਵੀ ਦੱਸ ਦਿੱਤਾ। ਮਿੱਟੀ ਉਪਜਾਊ ਬਹੁਤ ਹੈ, ਕਮਾਲ ਦੀ ਮਿੱਟੀ ਹੈ, ਟੂਰਿਸਟ ਪਲੇਸ ਹੈਗੀ ਆ, ਜੇ ਕੋਈ ਬੰਦਾ ਘੁੰਮਣ ਆਵੇ ਤਾਂ ਵਧੀਆ। ਅੱਜ 2023 ਆ ਤੇ ਮੈਂ ਮੰਨ ਕੇ ਚੱਲਦਾ ਕਿ 2030 ਵੱਧ ਤੋਂ ਵੱਧ 2035 ਤੱਕ ਆਪਾਂ ਨੂੰ ਇੱਥੇ ਪੰਜਾਬੀ ਕਿਸਾਨ ਆਮ ਮਿਲਣਗੇ। ਜਿਹੜਾ ਵੱਡਾ ਸ਼ਹਿਰਲੇ ਟਾਊਨ ਇੱਥੋਂ ਦਾ ਸ਼ਹਿਰ ਹੈ, ਉੱਥੇ ਤਾਂ ਹੈਗੇ ਨੇ ਆਪਣੇ ਬੰਦੇ, ਉਹਨਾਂ ਨੇ ਸੇਬਾਂ ਦੇ ਬਾਗ ਜਾਂ ਹੋਰ ਖੇਤੀਬਾੜੀ ਵਾਲੇ ਪਾਸੇ ਫਾਰਮ ਲੈ ਲਏ ਆ। ਅਜੇ ਪਿੰਡਾਂ ਵਾਲੇ ਪਾਸੇ ਨੂੰ ਆਪਣੇ ਬੰਦੇ ਨਿਕਲੇ ਨਹੀਂ,
ਜੇ ਨਿਕਲੇ ਵੀ ਆ ਤਾਂ ਵੈਸੇ ਹੀ ਚਲੋ ਪ੍ਰਾਪਰਟੀ ਲੈ ਲੈਣੀ ਮੁੜ ਕੇ ਵੇਚ ਦਾਂਗੇ। ਪਰ ਮੈਂ ਮੰਨ ਕੇ ਚੱਲਦਾ ਕਿ 10 ਕੁ ਸਾਲਾਂ ਤੱਕ ਆਪਾਂ ਨੂੰ ਆਮ ਹੀ ਪੰਜਾਬੀ ਕਿਸਾਨ ਜਿੱਦਾਂ ਆਪਾਂ ਨੂੰ ਸਰੀ ਦੇ ਵਿੱਚ ਮਿਲਦੇ ਆ, ਬਰੈਂਪਟਨ ਦੇ ਆਸੇ-ਪਾਸੇ ਵੀ ਹੁਣ ਆਪਣੇ ਬੰਦਿਆਂ ਨੇ ਫਾਰਮਿੰਗ ਕਾਫੀ ਸ਼ੁਰੂ ਕਰ ਦਿੱਤੀ ਹੈ, ਉਦਾਂ ਹੀ ਇਧਰਲੇ ਪਾਸੇ ਵੀ ਮਿਲਣਗੇ। ਹਾਲਾਂਕਿ ਫਸਲ ਸਾਲ ਦੇ ਵਿੱਚ ਨਾ ਇੱਕ ਹੀ ਹੁੰਦੀ ਹੈ। ਆਓ ਵੀ ਜੇ ਕਿਸ ਦਾ ਬਾਗ ਆ ਤੇ ਉੱਥੇ ਬਾਗ ਹੀ ਰਹਿਣਾ ਜੀ। ਜੇ ਕੋਈ ਵੈਸੇ ਬੀਜਦਾ ਤੇ ਇੱਕ ਆਲੂ ਲਾ ਲੇ, ਕਦੀ ਮੱਕੀ ਲਾ ਲਈ। ਕਿਉਂਕਿ ਕਾਰਨ ਹੈ ਵੀ ਜਿਹੜਾ ਠੰਡ ਦਾ ਸੀਜ਼ਨ ਆ ਉਦੋਂ ਠੰਡ ਇੱਥੇ ਬਹੁਤ ਹੁੰਦੀ। ਜਦੋਂ ਅਸੀਂ ਇੱਥੇ ਆਏ ਸੀ ਤੇ ਜਦੋਂ ਕੱਲ ਹੀ ਆਏ ਸੀ ਮਹਾਰਾਜ, ਮੈਨੂੰ ਚੇਤਾ ਆ ਗਿਆ ਵੀ ਉਹ ਵਲੌਗ ਦਾ ਹਿੱਸਾ ਸਾਡੇ ਦਾ, ਉਹ ਤੁਸੀਂ ਫੋਕਸ ਨਹੀਂ ਦੇਖਿਆ। ਜਦੋਂ ਅਸੀਂ ਕੱਲ ਇੱਥੇ ਐਂਟਰ ਕੀਤੇ ਤੇ ਉਹ ਜਿਹੜਾ ਸਾਡਾ ਇੱਕ ਵਲੌਗ ਜਿਹਦੇ ਵਿੱਚ ਅਸੀਂ ਵੱਖਰਾ ਸ਼ੂਟ ਕਰਦੇ ਹਾਂ ਵੀ ਅਸੀਂ ਕਿੱਥੇ ਆਏ, ਕਿਵੇਂ ਆਏ, ਇੰਨੀ ਠੰਡੀ ਤੇ ਹੱਡ ਚੀਰਵੀਂ ਹਵਾ ਸੀ ਜੀ ਵੀ ਜੈਕਟਾਂ ਪਾਈਆਂ ਹੋਣ ਦੇ ਬਾਵਜੂਦ, ਮੋਟੇ ਕੱਪੜੇ ਪਾਈਆਂ ਹੋਣ ਦੇ ਬਾਵਜੂਦ ਸਾਡੇ ਕੋਲ ਬਾਹਰ ਨਹੀਂ ਸੀ ਖਲੋਤਾ ਗਿਆ। ਵਿੱਚ ਦੀ ਨਿਕਲਦੀ ਸੀ। ਯਾਨੀ ਸੋਚੀਏ ਵੀ ਯਾਰ ਜੂਨ ਮਹੀਨੇ ਦੇ ਵਿੱਚ, ਜੂਨ ਵੀ ਮੁੱਕਣ ਵਾਲਾ ਹੋਣਗਾ, ਜੁਲਾਈ ਆਉਣ ਵਾਲਾ, ਵੀ ਗਰਮੀਆਂ ਦੇ ਵਿੱਚ ਜਦੋਂ ਹਵਾ ਵਗਦੀ ਆ ਤੇ ਇਹਦੀ ਇੰਨੀ ਠੰਡੀ ਆ, ਸਿਆਲ ਚ ਕੀ ਹੋਊ। ਜਦੋਂ ਆਪਾਂ ਮੌਸਮ ਦੇਖਦੇ ਆ ਉਹ ਕਹਿੰਦੇ ਵੀ ਕੋਈ ਖਾਸ ਬਹੁਤਾ ਫਰਕ ਹੈ ਨਹੀਂ। ਸੋ ਰੱਬ ਦੇ ਰੰਗ ਨੇ। ਸੰਧਾਲੀਆ ਸਾਹਿਬ, ਰੱਬ ਦੇ ਰੰਗਾਂ ਦੀ ਗੱਲ ਤਾਂ ਇੱਕ ਹੈ ਕਿ ਅਸੀਂ ਜ਼ਰੂਰ ਇਹ ਕਹਿੰਦੇ ਆ ਕਿ ਜਿਹੜੇ ਬੰਦੇ ਆ ਕੇ ਕੈਨੇਡਾ ਦੇ ਵਿੱਚ ਸੈੱਟ ਹੋ ਗਏ ਆ, ਜੇ ਚਾਹੁੰਦੇ ਆ ਕਿ ਭਾਈ ਤੁਸੀਂ ਮਾੜਾ ਮੋਟਾ ਗਰੋ ਕਰਨਾ, ਸੈੱਟ ਹੋ ਗਏ ਉਹਨਾਂ ਦੀ ਗੱਲ ਕਰਦਾ। ਉਹ ਲੋਕ ਜਿਹੜੇ ਅਜੇ ਆ ਕੇ ਸ਼ੁਰੂਆਤੀ ਦੌਰ ਦੀ ਸਟਰਗਲ ਕਰ ਰਹੇ, ਕਾਗਜ਼ ਪੱਤਰ ਪ੍ਰੈਸ ਕਰਕੇ ਸਿੱਧੇ ਕਰ ਰਹੇ ਆ, ਤੁਹਾਡੇ ਲਈ ਨਹੀਂ ਅਸੀਂ ਇਹ ਸਲਾਹ ਦਿੰਦੇ। ਤੁਹਾਡੇ ਲਈ ਇੱਥੇ ਢੰਗ ਤਰੀਕੇ ਹੋਰ ਬਹੁਤ ਆ, ਪੱਕੇ ਪੁੱਕੇ ਹੋਣਾ ਮੁਕਾਬਲਤਨ ਸਰੀ ਬਰੈਂਪਟਨ ਦੇ ਸੌਖਾ, ਪਰ ਕਾਨੂੰਨੀ ਤਰੀਕੇ ਕਰਿਓ। ਤੇ ਦੂਸਰੇ ਪਾਸੇ ਜੇ ਤੁਸੀਂ ਚਾਹੁੰਦੇ ਹੋ ਕਿ ਭਾਈ ਆਪਾਂ ਕਿਤੇ ਨਾ ਬਾਹਰਲੇ ਪਾਸੇ ਕੰਮ ਕਰ ਵਧਾਉਣਾ, ਕੁਛ ਨਹੀਂ ਕਰਨਾ, ਇੱਕ ਵਾਰੀ ਗੱਡੀ ਚੱਕੋ, ਟਿਕਟ ਲਾਓ, ਇੱਥੇ ਕਿਸੇ ਹੋਟਲ ਦੇ ਵਿੱਚ ਕਮਰਾ ਲਾਓ, 2-4-5 ਦਿਨ ਰਹੋ, ਆਲੇ ਦੁਆਲੇ ਭ੍ਰਮਣ ਕਰੋ, ਘੁੰਮ ਫਿਰ ਕੇ ਜਾਓ, ਦੇਖੋ ਭਾਈ ਕਿਤੇ ਕੋਈ ਗੈਸ, ਕਿਤੇ ਕੋਈ ਦੁਕਾਨ, ਕਿੰਨੇ ਆਪਾਂ ਨੂੰ ਸੱਜਣ, ਕਿੰਨੇ ਤੋਂ ਭਾਵ 3-4 ਸੱਜਣ ਆਪਾਂ ਨੂੰ ਮਿਲੇ, ਕਿਸੇ ਨੇ ਦੁਕਾਨ ਦਾ ਸੌਦਾ ਕਰ ਲਿਆ, ਕੋਈ ਕਹਿੰਦਾ ਜੀ ਮੈਂ ਅਜੇ ਕਰਨਾ। ਸੰਭਾਵਨਾਵਾਂ ਬਹੁਤ ਨੇ। ਯਾਨੀ ਪੰਜਾਬ ਵਰਗੀ ਫੀਲਿੰਗ ਆਉਂਦੀ ਹੈ ਜੇ ਤੁਸੀਂ ਮਿੱਟੀ ਨਾਲ ਮਿੱਟੀ ਹੋਣਾ ਚਾਹੁੰਦੇ ਹੋ, ਯਾਨੀ ਕਿਸਾਨੀ ਖੇਤੀ ਕਰਨਾ ਚਾਹੁੰਦੇ ਹੋ ਤਾਂ ਵਧੀਆ। ਆ ਪਿੱਛੇ ਘਰਾਂ 'ਚ ਸਿੰਦਰੀਆਂ ਲੱਗੀਆਂ ਹੁੰਦੀਆਂ ਸੀ, ਫਿਲਮਾਂ ਦੀਆਂ ਸ਼ੂਟਿੰਗ ਹੁੰਦੀਆਂ ਸੀ ਜਦੋਂ, ਤਾਂ ਦੇਖਦੇ ਹੁੰਦੇ ਸੀ ਆਪਾਂ ਵੱਡੇ ਪਰਦੇ ਦੇ ਉੱਤੇ, ਯਾਰ ਕਿੰਨਾ ਸੋਹਣਾ ਇਲਾਕਾ। ਸੰਧਾਲੀਆ ਸਾਹਿਬ ਕਰਮਾਂ ਭਾਗਾਂ ਵਾਲੇ ਅੱਜ ਬੈਠੇ ਆ ਉੱਥੇ। ਇਹ ਤੇ ਗੱਲ ਹੈਗੀ। ਹੁਣ ਤੁਸੀਂ ਦੇਖੋ ਕਿ ਜੇ ਕੋਈ ਇਹ ਕਹੇ ਨਾ ਵੀ ਇਹ ਧਰਤੀ ਸ਼ਾਇਦ ਇੱਥੇ ਹੀ ਆ, ਤੇ ਗਰਮੀਆਂ ਦੇ ਹਿਸਾਬ ਨਾਲ ਜਿਉਂ ਅਸੀਂ ਚੱਲੇ ਆ ਓਨਟਾਰੀਓ ਤੋਂ, ਓਨਟਾਰੀਓ ਪ੍ਰੋਵਿੰਸ ਜਿੱਥੇ ਟੋਰਾਂਟੋ ਆ, ਬਰੈਂਪਟਨ ਆ, ਉੱਥੋਂ ਜਦੋਂ ਆਪਾਂ ਬਾਹਰ ਨਿਕਲਣ ਲੱਗ ਜਾਂਦੇ ਆ ਤੇ ਹੌਲੀ ਹੌਲੀ ਧਰਤੀ ਇਦਾਂ ਦੀ ਹੋਣ ਲੱਗ ਪੈਂਦੀ ਆ। ਕਿਊਬੈਕ ਆਪਾਂ ਲੰਘ ਕੇ ਆਏ, ਉਹ ਸਾਰਾ ਹੀ ਲਗਭਗ ਤੁਹਾਨੂੰ ਇਸ ਤਰ੍ਹਾਂ ਦਾ ਨਜ਼ਰ ਆਊਗਾ। ਨਿਊ ਬਰਾਊਨਸਵਿਕ ਦੇ ਵਿੱਚ ਵੀ ਆਪਾਂ ਨੂੰ ਥਾਵਾਂ ਮਿਲ ਜਾਂਦੀਆਂ ਜਿੱਥੇ ਖੁੱਲੀ ਥਾਂ ਆ। ਉਸ ਤੋਂ ਗਾਂਹ ਆਪਾਂ ਪ੍ਰਿੰਸ ਐਡਵਰਡ ਆਈਲੈਂਡ ਵਾਲੇ ਪਾਸੇ ਅਜੇ ਆਏ ਆ। ਇਹਦਾ ਮਤਲਬ ਇਹ ਹੋ ਗਿਆ ਕੈਨੇਡਾ ਕੋਲੇ ਧਰਤੀ ਬਹੁਤ ਆ। ਜੇ ਕੋਈ ਇਹ ਸੋਚੇ ਕਿ, ਇੱਕ ਮੈਂ ਹੋਰ ਬੇਨਤੀ ਕਰਾਂ, ਆਪਣੀ ਅੱਜ ਕੱਲ੍ਹ ਬੜੀ ਸਾਈਕੀ ਹੋ ਗਈ, ਅੱਛਾ ਉੱਥੇ ਫਿਰ ਘਰ ਲੈ ਲਈਏ, ਫਿਰ ਮਹਿੰਗਾ ਹੋ ਜਾਣਾ, ਵੇਚ ਦਾਂਗੇ। ਇਸ ਵਹਿਮ 'ਚ ਬਿਲਕੁਲ ਨਾ ਰਿਓ, ਕਿਉਂਕਿ ਉਹ ਜਿਹੜੀ ਆਪਾਂ ਨੂੰ ਵੈਨਕੂਵਰ ਵਾਲੇ ਪਾਸੇ ਜਾਂ ਟੋਰਾਂਟੋ GTA ਵਾਲੇ ਪਾਸੇ ਸੁਣਾਈ ਜਾਂਦੀ ਨਾ ਗੱਲ ਵੀ ਇੱਥੇ ਆਬਾਦੀ ਬੜੀ ਹੈ ਜੀ, ਤੇ ਵੈਨਕੂਵਰ ਵਾਲੇ ਪਾਸੇ ਇਹ ਕਹਿ ਦਿੰਦਾ ਯਾਰ ਇੱਥੇ ਭਾਜੀ ਲੈਂਡ ਲੌਕ ਹੈ, ਇੱਕ ਪਾਸੇ ਸਮੁੰਦਰ ਆ, ਇੱਧਰ ਪਹਾੜੀਆਂ ਨੇ, ਬਸ ਇੰਨਾ ਕੀ ਥਾਂ ਆ, ਇੱਥੇ ਹੀ ਲੋਕ ਰਹਿੰਦੇ ਨੇ ਤੇ ਉਹੀ ਬਦਲੀ ਜਾਂਦੀ ਹੈ ਨਾ, ਉਹੀ ਬਦਲੀ ਜਾਂਦੀ। ਇਹ ਗੱਲ ਸਹੀ ਆ, ਕਿਉਂਕਿ ਜਦੋਂ ਥਾਂ ਹੈ ਨਹੀਂ, ਹੋਰ ਕਿਤੇ ਬਣਦਾ ਕੁਛ ਨਹੀਂ, ਤੇ ਲੋਕਾਂ ਨੇ ਘਰ ਲੈਣੇ ਹੀ ਲੈਣੇ। ਆਹ ਤੇ ਜ਼ਮੀਨ ਹੀ ਜ਼ਮੀਨ ਪਈ ਆ, ਤੇ ਇੱਥੇ ਕੋਈ ਵੀ ਅਸੀਂ ਮਹਿਲ ਨਹੀਂ ਵੇਖੇ ਕਿਸੇ ਦੇ। ਤੁਸੀਂ ਦੇਖੋ ਵੀ ਜਿਹੜੇ ਆਪਾਂ ਨੂੰ ਕੋਈ 5-4 ਫਾਰਮ ਨਹੀਂ ਮਿਲੇ, ਬਾਹਰ ਵੱਡੀਆਂ ਕੰਬਾਈਨਾਂ, ਟਰੈਕਟਰ, ਉਹਨਾਂ ਦੇ ਟਰੱਕ, ਗਾਵਾਂ, ਘੋੜੇ, ਉਹ ਸਾਰਾ ਕੁਝ ਸੀਗਾ, ਪਰ ਘਰ ਛੋਟਾ ਜਿਹਾ ਸੀ। ਸੰਧਾਲੀਆ ਸਾਹਿਬ, ਇੱਥੇ ਅਸਲ ਦੇ ਵਿੱਚ ਲੋਕ ਰਹਿੰਦੇ ਆ, ਉੱਥੇ ਆਪਾਂ ਦਿਖਾਉਣੇ ਆ। ਹਾਂ, ਮਤਲਬ ਦਿਖਾਵਾ ਹੈ ਨਹੀਂ, ਆਪ ਰਹਿਣ ਤਾਂ ਦਿਖਾਉਣ ਦੇ ਵਿੱਚ ਹੀ ਫਰਕ ਆ। ਬਾਕੀ ਹੁਣ ਆਪਾਂ ਚਲੋ ਪ੍ਰਿੰਸ ਐਡਵਰਡ ਆਈਲੈਂਡ ਦੀ ਧਰਤੀ ਦੇ ਉੱਤੇ ਬੈਠ ਕੇ ਸਮੋਸਾ ਸਵੀਟ ਫੈਕਟਰੀ ਵਾਲਿਆਂ ਦੀਆਂ ਮਠਿਆਈਆਂ ਖਾਂਦੇ ਹੋਏ, ਆਪ ਬਣਾਈ ਚਾਹ ਪੀਂਦੇ ਹੋਏ, ਸਿੱਧਾ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਜਾਣਾ। 2 ਦਿਨ ਦਾ ਸੈਸ਼ਨ ਸੀ, ਪਹਿਲੇ ਦਿਨ ਸ਼ਰਧਾਂਜਲੀਆਂ ਦਿੱਤੀਆਂ ਤੇ ਕੰਮ ਚਲਾ ਗਿਆ ਜੀ। ਦੂਸਰੇ ਦਿਨ ਸੰਧਾਲੀਆ ਸਾਹਿਬ ਜਿਹੜਾ ਖੜਕਾ ਦੜਕਾ ਪੰਜਾਬ ਵਿਧਾਨ ਸਭਾ ਦੇ ਵਿੱਚ ਹੋਇਆ, ਹੋ ਸਕਦਾ ਕੋਈ ਬੰਦਾ ਕਹੇ ਭਗਵੰਤ ਮਾਨ ਸਾਹਿਬ ਨੇ ਵੱਟ ਕੱਢ ਦਿੱਤੇ, ਕੋਈ ਬੰਦਾ ਆਖੇ ਵਿਰੋਧੀ ਪਾਰਟੀਆਂ ਨੇ ਵੀ ਐਨ ਚਿੱਬ ਕੱਢੇ ਪੂਰੇ, ਕੋਈ ਆਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲਿਆਂ ਨੇ ਜਿਸ ਤਰੀਕੇ ਮੋਹਰੇ ਹੁਣ ਛਾਤੀ ਡਾਉਣ ਦਾ ਐਲਾਨ ਕਰ ਦਿੱਤਾ, ਦੇਖਿਓ ਸਰਕਾਰ ਭੱਜਦੀ। ਮੈਂ ਸੰਧਾਲੀਆ ਸਾਹਿਬ ਕਦੇ ਵੀ ਬੇਆਸਾ ਨਹੀਂ ਹੁੰਦਾ, ਹਮੇਸ਼ਾ ਆਸਵੰਦ ਰਹਿਣਾ, ਉਮੀਦ ਮੇਰੇ ਦਿਮਾਗ ਦੇ ਵਿੱਚ ਰਹਿੰਦੀ ਹੈ ਕਿ ਕੁਝ ਵੀ ਠੀਕ ਹੋ ਜਾਣਾ, ਮਾੜੇ ਤੋਂ ਮਾੜਾ ਵੀ। ਪਰ ਆਹ ਜਿਹੜੀ ਸਥਿਤੀ ਹੈ ਨਾ, ਹੋ ਸਕਦਾ ਕਿ ਪਰਸੋਂ ਨੂੰ ਕਿਸੇ ਨੂੰ ਚੇਤਾ ਭੁੱਲ ਜਾਏ ਕਿ ਕੀ ਹਾਲਾਤ ਨੇ। ਹੋ ਸਕਦਾ ਕਿ ਕਿਸੇ ਨੂੰ ਹਾਲਾਤ ਇਧਰਲੇ ਪਾਸੇ ਚੇਤਾ ਨਾ ਰਹਿਣ ਕਿ ਚਲੋ ਵਿਧਾਨ ਸਭਾ ਦੇ ਵਿੱਚ ਕੋਈ ਗੁਰਬਾਣੀ ਦੇ ਪ੍ਰਸਾਰਣ ਦਾ ਮੁੱਦਾ ਆਇਆ ਸੀ ਜਾਂ ਕੁਝ ਹੋਰ ਹੋਇਆ ਸੀ, ਲੋਕਾਂ ਨੂੰ ਚੇਤਾ ਭੁੱਲ ਜਾਣਾ। ਪਰ ਮੈਂ ਚਿੰਤਤ ਹਾਂ ਇਸ ਮੁੱਦੇ ਦੇ ਉੱਤੇ, ਕਿਉਂਕਿ ਇਹ ਮੁੱਦਾ ਪੰਜਾਬ ਦੇ ਲਈ ਖਤਰਨਾਕ ਸਾਬਿਤ ਹੋ ਸਕਦਾ ਜੇ ਇਮਾਨਦਾਰੀ ਦੇ ਨਾਲ ਤਿੰਨਾਂ ਧਿਰਾਂ ਨੇ ਇਹਨੂੰ ਸਿੱਝਿਆ ਨਾ। ਹੁਣ ਤੁਸੀਂ ਦੇਖੋ ਕਿ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਗੁਰਬਾਣੀ ਦਾ ਪ੍ਰਸਾਰਣ ਹੋਣਾ, ਭਗਵੰਤ ਮਾਨ ਸਾਹਿਬ ਨੇ ਪਹਿਲਾਂ ਟਵੀਟ ਕਰ ਦਿੱਤਾ, ਫਿਰ ਕੈਬਨਿਟ ਨੇ ਪਾਸ ਕਰ ਦਿੱਤਾ। SGPC ਨੇ 1 ਨਹੀਂ 2 ਵਾਰੀ ਆਖਿਆ ਕਿ ਭਾਈ ਤੁਸੀਂ ਧਾਰਮਿਕ ਮਾਮਲਿਆਂ ਦੇ ਵਿੱਚ ਭੋਰਾ ਵੀ ਦਖਲ ਨਾ ਦਿਓ, ਇਹ ਗੱਲ ਠੀਕ ਨਹੀਂ, ਅਸੀਂ ਤੁਹਾਡਾ ਦਖਲ ਪ੍ਰਵਾਨ ਨਹੀਂ ਕਰਨਾ। ਇਹਨਾਂ ਨੇ ਵਿਧਾਨ ਸਭਾ ਦੇ ਵਿੱਚ ਮਤਾ ਲੈ ਆਂਦਾ, ਤੇ ਵਿਧਾਨ ਸਭਾ ਦੇ ਵਿੱਚ ਮਤਾ ਲਿਆ ਕੇ ਜਦੋਂ ਆਖਿਆ
ਮਤਾ ਲਿਆ ਕੇ ਆਖਿਆ ਕਿ ਭਾਈ ਕਿਸੇ ਟੈਂਡਰ ਦੀ ਲੋੜ ਨਹੀਂ, ਗੁਰਬਾਣੀ ਦਾ ਪ੍ਰਸਾਰਣ ਸ਼੍ਰੀ ਦਰਬਾਰ ਸਾਹਿਬ ਤੋਂ ਮੁਫਤ ਹੋਏਗਾ, ਜਿਹੜਾ ਮਰਜ਼ੀ ਦਿਖਾਵੇ। ਸ਼ਰਤਾਂ ਆਪਾਂ ਬੀਤੇ ਕੱਲ ਸਾਰੀਆਂ ਅੱਧਾ ਘੰਟਾ ਅੱਗੇ ਅੱਧਾ ਘੰਟਾ ਪਿੱਛੋਂ ਮਸ਼ਹੂਰੀ ਨਹੀਂ ਦੇਣੀ, ਉਹ ਸਾਰੀਆਂ ਕੱਲ ਡਿਸਕਸ ਕੀਤੀਆਂ ਸੀ। ਉਹ ਸਾਰਾ ਕੁਝ ਕਹਿ ਦਿੱਤਾ, ਪਰ ਉਹ ਸਾਰਾ ਕੁਝ ਕਹਿੰਦਿਆਂ ਜਿਸ ਤਰੀਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਤਿੱਖੇ ਨਜ਼ਰ ਆਏ, ਜਿਸ ਤਰੀਕੇ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਸੰਬੋਧਨ ਕੀਤਾ, ਸੰਧਾਲੀਆ ਸਾਹਿਬ, ਉਹ ਕੋਈ ਪ੍ਰੈਸ ਕਾਨਫਰੰਸ ਨਹੀਂ ਸੀ, ਉਹ ਕੋਈ ਰੈਲੀ ਦਾ ਭਾਸ਼ਣ ਨਹੀਂ ਸੀ। ਜੋ ਕੁਝ ਮੁੱਖ ਮੰਤਰੀ ਸਾਹਿਬ ਬੋਲੇ ਆ ਜਾਂ ਵਿਰੋਧੀ ਧਿਰ ਦੇ ਲੀਡਰ ਬੋਲੇ ਆ, ਉਹ ਵਿਧਾਨ ਸਭਾ ਦੀ ਕਾਰਵਾਈ ਦੇ ਵਿੱਚ ਰਿਕਾਰਡ 'ਚ ਆ। ਉਹਨੂੰ ਕਦੇ ਵੀ ਪੜ੍ਹਿਆ ਜਾ ਸਕਦਾ, ਕਦੇ ਵੀ ਵੇਖਿਆ ਜਾ ਸਕਦਾ, ਕਦੇ ਵੀ ਉਹਦਾ ਅਫੀਸ਼ੀਅਲ ਰਿਕਾਰਡ ਕੋਈ ਵੀ ਭਾਰਤ ਦਾ ਵਾਸੀ ਕਢਵਾ ਸਕਦਾ। ਤੇ ਜਿਸ ਤਰੀਕੇ ਉੱਥੇ ਕਿਹਾ ਕਿ ਭਾਈ ਦੇਖੋ, ਕਿਉਂਕਿ ਉਹਨਾਂ ਨੇ ਕਟਾਕਸ਼ ਬਹੁਤ ਕੀਤੇ, ਉਹਨਾਂ ਨੇ ਕਿਹਾ ਸੀ ਕਿ ਭਾਈ ਪੈਸੇ ਗੁਰਬਾਣੀ ਤੋਂ ਕਮਾਈ ਕੀਤੀ ਜਾ ਰਹੀ ਹੈ। ਉਹਨਾਂ ਨੇ ਵਿਦੇਸ਼ਾਂ ਦੇ ਵਿੱਚ ਕਿਹਾ, ਉਹ ਕਹਿੰਦੇ ਜੀ ਗਲਤ ਪ੍ਰਚਾਰ ਕੀਤਾ ਜਾ ਰਿਹਾ ਕਿ ਗੁਰਬਾਣੀ ਦਾ ਪ੍ਰਸਾਰਣ ਮੁਫਤ ਹੈ। ਉਹ ਕਹਿੰਦੇ ਜੀ ਡਾਲਰ ਲੱਗਦੇ ਆ ਜੇ ਵਿਦੇਸ਼ ਦੇ ਵਿੱਚ ਤੁਸੀਂ ਇੱਕ ਖਾਸ ਚੈਨਲ ਜਿਹੜਾ ਉਹ ਘਰ ਦੇ ਵਿੱਚ ਲਵਾਉਣਾ, ਤੇ ਜੇ ਤੁਸੀਂ ਘਰ 'ਚ ਚੈਨਲ ਲਵਾਉਂਦੇ ਹੋ ਉਹਨੂੰ ਦੇਖਣ ਵਾਲੇ ਵੱਧਦੇ ਆ, ਕਿਉਂਕਿ ਲੋਕਾਂ ਨੇ ਤਾਂ ਗੁਰਬਾਣੀ ਸੁਣਨੀ ਹੈ। ਉਸ ਹਿਸਾਬ ਦੇ ਨਾਲ ਚੈਨਲਾਂ ਨੂੰ ਮਸ਼ਹੂਰੀਆਂ ਮਿਲਦੀਆਂ, ਉਹ ਕਹਿੰਦੇ ਕਮਾਈ ਕਰਦੇ ਆ। ਅਸੀਂ ਸਿਰਫ ਇਹ ਚਾਹੁੰਦੇ ਆ ਕਿ ਭਾਈ ਗੁਰਬਾਣੀ ਮੁਫਤ ਹੋਵੇ। ਹੁਣ SGPC ਨੂੰ ਲੱਗਦਾ ਕਿ ਸਿੱਖਾਂ ਦੇ ਧਾਰਮਿਕ ਮਾਮਲਿਆਂ 'ਚ ਦਖਲ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਨਵੇਂ ਬਣਾਏ ਗਏ ਜਥੇਦਾਰ ਸਾਹਿਬ ਨੂੰ ਵੀ ਲੱਗਦਾ ਕਿ ਧਾਰਮਿਕ ਮਾਮਲਿਆਂ 'ਚ ਦਖਲ ਹੈ। ਸ਼੍ਰੋਮਣੀ ਅਕਾਲੀ ਦਲ ਨੂੰ ਵੀ ਲੱਗਦਾ ਕਿ ਧਾਰਮਿਕ ਮਾਮਲਿਆਂ 'ਚ ਦਖਲ ਹੈ। ਅਕਾਲੀ ਦਲ ਸੰਯੁਕਤ ਢੀਂਡਸਾ ਸਾਹਿਬ ਦੀ ਪਾਰਟੀ ਹੈ, ਉਹਨਾਂ ਨੂੰ ਵੀ ਲੱਗਦਾ ਕਿ ਧਾਰਮਿਕ ਮਾਮਲਿਆਂ 'ਚ ਦਖਲ ਹੈ। ਪਰ ਮੁੱਖ ਮੰਤਰੀ ਪੰਜਾਬ ਤੇ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਆ ਕਿ ਆ ਜਿਹੜੇ ਆਪੇ ਹੀ ਬਣੇ ਧਰਮ ਦੇ ਠੇਕੇਦਾਰ ਸੀ ਤੇ ਇੱਕ ਜਿਹੜਾ ਮੀਡੀਆ ਅਦਾਰਾ, ਉਹਨੂੰ ਸਾਰੇ ਅਧਿਕਾਰ ਦਿੱਤੇ ਸੀ। ਅਸੀਂ ਤਾਂ ਉਹ ਅਧਿਕਾਰ ਸਾਰੇ ਲੋਕਾਂ ਤੱਕ ਮੁਫਤ ਬਿਨਾਂ ਕਿਸੇ ਰੁਕਾਵਟ ਦੇ ਗੁਰਬਾਣੀ ਪਹੁੰਚਾਉਣ ਦਾ ਇੱਕ ਕੰਮ ਕੀਤਾ, ਅਸੀਂ ਦਖਲ ਕੋਈ ਨਹੀਂ ਦਿੱਤਾ। ਨਹੀਂ, ਗੱਲ ਮੈਨੂੰ ਲੱਗਦਾ ਕਿ ਵੀ ਪ੍ਰਚਾਰੀ ਕਿਸੇ ਹੋਰ ਤਰ੍ਹਾਂ ਜਾ ਰਹੀ ਆ, ਹੈਗੀ ਕੁਝ ਹੋਰ ਹੈ। ਹੁਣ ਜੇ ਆਪਾਂ ਗੱਲ, ਤੁਸੀਂ ਬਿਲਕੁਲ ਠੀਕ ਕਹੀ ਕਿ ਭਗਵੰਤ ਮਾਨ ਸਾਹਿਬ ਬੜੇ ਤੱਤੇ ਸੀ ਭਾਸ਼ਣ 'ਚ, ਐਂਡ ਜਿਹੜੀਆਂ ਗੱਲਾਂ ਮੇਰਾ ਖਿਆਲ ਉਹ ਦੁਨੀਆ ਭਰ 'ਚ ਬੈਠੇ ਪੰਜਾਬੀਆਂ ਨੇ ਸੁਣ ਵੀ ਲਈਆਂ ਹੋਣੀਆਂ, ਕਿਉਂਕਿ ਵਿਧਾਨ ਸਭਾ ਦਾ ਸੈਸ਼ਨ ਲਾਈਵ ਚੱਲਦਾ ਸੀ। ਹੁਣ ਜਿਹੜੀਆਂ ਗੱਲਾਂ ਜਿਸ ਤਰੀਕੇ ਉਹਨਾਂ ਨੇ ਕਹੀਆਂ, ਦੇਖੋ ਵਿਰੋਧੀਆਂ ਦੇ ਉੱਪਰ ਕਟਾਕਸ਼ ਕਰਨਾ, ਵਿਰੋਧੀਆਂ ਦੇ ਉੱਪਰ ਕੋਈ ਨਾ ਕੋਈ ਪੋਲੀਟੀਕਲ ਚਾਂਦਮਾਰੀ ਕਰਨੀ, ਬਿਆਨਬਾਜ਼ੀ ਕਰਨੀ, ਉਹ ਠੀਕ ਆ, ਕੀਤੀ ਜਾ ਸਕਦੀ ਹੈ। ਬਈ ਲੀਡਰ ਲੋਕ ਨੇ, ਜੇ ਉਹ ਕਰਦੇ ਨੇ ਤੇ ਦੂਜਿਆਂ ਨੂੰ ਹੱਕ ਹੈਗਾ, ਜੇ ਦੂਜੇ ਅੱਜ ਕਰਨਗੇ ਕੱਲ ਨੂੰ ਅਗਲਿਆਂ ਦੀ ਵੀ ਵਾਰੀ ਆ ਜਾਣੀ। ਇਹ ਤੇ ਕੰਮ ਚੱਲਦਾ ਰਹਿੰਦਾ। ਪਰ ਮੈਨੂੰ ਲੱਗਦਾ ਵੀ ਜਿਹੜੀਆਂ ਗੱਲਾਂ ਟੈਕਨੀਕਲੀ ਵਾਰ-ਵਾਰ, ਕਿਉਂਕਿ ਪਹਿਲਾਂ ਉਹਨਾਂ ਨੇ ਕੈਬਨਿਟ ਮੀਟਿੰਗ ਦੇ ਵਿੱਚ ਫੈਸਲੇ ਤੋਂ ਬਾਅਦ, ਉਸ ਤੋਂ ਬਾਅਦ ਫਿਰ ਵਿਧਾਨ ਸਭਾ ਦੇ ਵਿੱਚ ਉਹੀ ਸੇਮ ਜੋ ਸੰਵਿਧਾਨਕ ਮਦਾਂ ਸੀ ਕਿ ਕਿਹੜੀ ਚੀਜ਼ ਕਿਹਦੇ ਹਿੱਸੇ 'ਚ ਆਉਂਦੀ ਆ, ਕਿਸ ਚੀਜ਼ ਨੂੰ ਅਸੀਂ ਚੇਂਜ ਕਰ ਰਹੇ ਹਾਂ, ਉਹਦਾ ਕਿਸੇ ਧਾਰਮਿਕ ਕੰਮ ਦੇ ਨਾਲ ਲਿੰਕ ਹੈ ਜਾਂ ਨਹੀਂ ਹੈ, ਕਿ ਉਹ ਪੰਥਕ ਦਖਲਅੰਦਾਜ਼ੀ ਆ ਜਾਂ ਫਿਰ ਉਹ ਕਾਰੋਬਾਰੀ ਹਿੱਤਾਂ ਨੂੰ ਕਿਸੇ ਨੇ ਸਾਧਿਆ ਹੋਇਆ ਤੇ ਉਹਨੂੰ ਥੋੜ੍ਹਾ ਜਿਹਾ ਦਰੁਸਤ ਕਰਨ ਦੀ ਗੱਲ ਆ। ਜਦੋਂ ਵਾਰ-ਵਾਰ ਕਹਿੰਦੇ ਸੀ ਵੀ 10-11 ਸਾਲ ਹੋ ਗਏ ਤੇ ਵੀ ਇੱਕ ਟੈਂਡਰ ਆ ਤੇ ਐਕਸਕਲੂਸਿਵ ਰਾਈਟ, ਉਹਨਾਂ ਨੇ ਸ਼ਬਦ ਕਿਹਾ, ਜਿੱਦਾਂ ਉਹਨਾਂ ਨੇ ਕਿਹਾ ਕਿ ਵੀ ਮੈਂ ਕਲਾਕਾਰੀ ਦੀ ਦੁਨੀਆ 'ਚ ਰਿਹਾ ਤੇ ਮੈਨੂੰ ਇਹ ਪਤਾ ਕਿ ਰਾਈਟਸ ਕੀ ਹੁੰਦੇ ਨੇ, ਕਿ ਕਿਸੇ ਨੂੰ ਤੁਸੀਂ ਜਦੋਂ ਐਕਸਕਲੂਸਿਵ ਰਾਈਟਸ ਦੇ ਦਿੰਦੇ ਆ, ਇਹਦਾ ਮਤਲਬ ਵੀ ਉਹਦੇ ਤੇ ਜਾਂ ਉਸ ਕੰਟੈਂਟ ਤੇ, ਸ਼ਬਦ ਉਹਨਾਂ ਨੇ ਕੰਟੈਂਟ ਵੀ ਵਰਤਿਆ, ਏਕਾਧਿਕਾਰ ਹੋ ਗਿਆ। ਉਹ ਕਹਿੰਦੇ ਅਸੀਂ ਤਾਂ ਸਗੋਂ ਉਸ ਏਕਾਧਿਕਾਰ ਨੂੰ ਰੋਕਣ ਦੇ ਲਈ ਇਹ ਕੰਮ ਕੀਤਾ, ਕਿਉਂਕਿ ਆਉਂਦੇ ਚੰਦ ਦਿਨਾਂ ਦੇ ਵਿੱਚ ਦੁਬਾਰਾ, ਕਿਉਂਕਿ ਪਿਛਲੇ ਦਿਨ ਹੀ SCPC ਨੇ ਕਿਹਾ ਵੀ CPO ਟੈਂਡਰ ਹੁਣ ਲਗਭਗ ਮੁੱਕ ਗਿਆ ਜੀ, ਮਿਆਦ ਮੁੱਕ ਗਈ ਆ, ਅਸੀਂ ਹੁਣ ਨਵਾਂ ਟੈਂਡਰ ਕਰਾਂਗੇ, ਜਿਹੜਾ ਮਰਜ਼ੀ ਆ ਕੇ ਟੈਂਡਰ ਭਰ ਲਵੇ। ਉਹ ਕਹਿੰਦੇ ਟੈਂਡਰ ਪ੍ਰਕਿਰਿਆ ਦੇ ਵਿੱਚੋਂ ਹੀ ਤੇ ਕੰਮ ਕੱਢਣਾ ਸੀ ਸਾਰਾ, ਕਿਉਂਕਿ ਉਹ ਜਿਹੜੀ ਟੈਂਡਰ ਪ੍ਰਕਿਰਿਆ ਵਾਲੀ ਕਹਾਣੀ ਆ, ਉਹਦੇ ਵਿੱਚ ਹੀ ਉਹ ਜਿਹੜੇ ਐਕਸਕਲੂਸਿਵ ਰਾਈਟ ਕਿਸੇ ਨਾ ਕਿਸੇ ਧਿਰ ਨੂੰ ਚਲੇ ਜਾਂਦੇ ਆ ਤੇ ਫਿਰ ਉਹ ਇੰਨੇ ਦਹਾਕਿਆਂ ਦੇ ਲਈ ਚਲੇ ਜਾਂਦੇ ਨੇ ਕਿ ਵੀ ਆਮ ਬੰਦੇ ਦੀ ਉਹਦੇ ਤੱਕ ਪਹੁੰਚ ਰਹਿੰਦੀ ਨਹੀਂ। ਅਸੀਂ ਇਸ ਕਰਕੇ ਜਿਹੜਾ ਗੁਰਦੁਆਰਾ ਐਕਟ ਆ, ਉਹਦੇ ਵਿੱਚ ਜਿਹੜਾ ਕਾਨੂੰਨ ਇਹ ਵੀ ਨਾਲ ਪੜ੍ਹ ਕੇ ਦੱਸਿਆ ਕਿ ਵੀ ਪੰਜਾਬ ਸਰਕਾਰ ਨੂੰ ਅਧਿਕਾਰ ਆ, ਉਹ ਕਰ ਸਕਦੀ ਹੈ। ਅਸੀਂ ਆਪਣੇ ਅਧਿਕਾਰ ਖੇਤਰ ਦੇ ਤਹਿਤ ਤੇ ਜਿਹੜੀ ਮੱਦ ਆ ਉਹਦੇ ਵਿੱਚ ਸ਼ਾਮਲ ਕਰ ਰਹੇ ਹਾਂ ਵੀ ਹੁਣ ਕੋਈ ਵੀ, ਚਾਹੇ ਉਹ ਡਿਜੀਟਲ ਅਦਾਰਾ ਹੋਵੇ, ਚਾਹੇ ਕੋਈ ਚੈਨਲ ਹੋਵੇ, ਚਾਹੇ ਕੋਈ ਰੇਡੀਓ ਅਦਾਰਾ ਹੋਵੇ, ਚਾਹੇ ਕੋਈ ਆਡੀਓ ਅਦਾਰਾ ਹੋਵੇ, ਕਿਸੇ ਤਰ੍ਹਾਂ ਵੀ ਗੁਰਬਾਣੀ ਦਾ ਪ੍ਰਸਾਰਣ ਉੱਥੋਂ ਕਰ ਸਕਦਾ। ਤੇ ਮੈਨੂੰ ਲੱਗਦਾ ਜਿਹੜੀ ਗੱਲ ਇਸ ਪਾਸਿਓਂ ਵਿਚਾਰੀ ਜਾਂਦੀ ਹੈ, ਕਿਉਂਕਿ ਕਾਊਂਟਰ ਜਵਾਬ ਦੇ ਵਿੱਚ SGPC ਵੱਲੋਂ ਵੀ ਦੋਸ਼ ਲੱਗਦੇ ਸੀ ਨਾ ਵੀ ਉਹ ਕਹਿੰਦੇ ਵੀ ਇਹ ਕੀ ਕੰਮ ਬਣਿਆ ਵੀ ਹੁਣ ਹਰੇਕ ਹੀ ਜਣਾ ਖਣਾ ਉੱਥੇ ਮੋਢੇ ਤੇ ਕੈਮਰਾ ਰੱਖ ਕੇ ਤੁਰਿਆ ਫਿਰੂ ਵੀ ਮੈਂ ਉਹਨੂੰ ਵੀ ਅਧਿਕਾਰ ਹੈ ਜੀ, ਮੈਂ ਵੀ ਕਰੂੰਗਾ। ਉਹ ਕਹਿੰਦੇ ਵੀ ਇੱਦਾਂ ਬਿਲਕੁਲ ਨਹੀਂ ਆਉਂਦੇ, ਨਾ ਉੱਥੇ ਕੋਈ ਕੈਮਰਾ ਲਾ ਦੇਣਾ, ਨਾ ਘਟਣਾ। ਫਿਰ ਉਦਾਹਰਨ ਉਹਨਾਂ ਨੇ ਦਿੱਤੀ, ਉਹ ਕਹਿੰਦੇ ਵੀ ਆਹ ਹੁਣ ਵਿਧਾਨ ਸਭਾ ਵੀ ਵੇਖ ਲਓ, ਲਾਈਵ ਇਸ ਵਕਤ ਬ੍ਰੌਡਕਾਸਟ ਚੱਲਦਾ ਪਿਆ, ਕਿੰਨੇ ਕੁ ਕੈਮਰੇ ਲੱਗੇ ਇੱਥੇ ਵੀ ਸਾਰੇ ਹੀ ਵਿਖਾਉਂਦੇ ਪਏ। ਇਹੋ ਹੀ ਉਹ ਕਹਿੰਦੇ ਵੀ ਅਸੀਂ ਉੱਥੇ ਚਾਹੁੰਦੇ ਹਾਂ ਵੀ ਉੱਥੇ 2-3-4 ਕੈਮਰੇ ਹੋਣ, ਉਹਨਾਂ ਦਾ ਜਿਹੜਾ ਲਿੰਕ ਆ ਉਹ ਸਾਰਿਆਂ ਨੂੰ ਪ੍ਰੋਵਾਈਡ ਕੀਤਾ ਜਾਵੇ। ਹੁਣ ਮੈਨੂੰ ਲੱਗਦਾ ਵੀ ਜਿੱਦਾਂ ਬਹੁਮਤ ਦੇ ਨਾਲ ਇਹ ਮਤਾ ਪਾਸ ਕਰਕੇ ਤੇ ਮੱਦ ਸ਼ਾਮਲ ਕਰਤੀ, ਹੁਣ ਹੋ ਸਕਦਾ ਵੀ ਕੋਈ ਹੋਰ ਰਾਹ ਢੰਗ ਤਰੀਕਾ ਇਹਨੂੰ ਰੋਕਣ ਦਾ ਹੋ ਸਕਦਾ ਕਾਨੂੰਨੀ ਹੋਵੇ ਤੇ ਅਗਲੇ ਅਪਣਾਉਣ, ਪਰ ਬਹੁਤਾ ਕਰਕੇ ਤੇ ਹੁਣ ਲਗਭਗ ਮੋਹਰ ਲੱਗ ਗਈ। ਸੰਧਾਲੀਆ ਸਾਹਿਬ, ਤੁਸੀਂ ਦੇਖੋ ਇਹ ਗੱਲ ਬਿਲਕੁਲ ਤੁਹਾਡੀ ਠੀਕ ਹੈ ਕਿ ਸਾਰਿਆਂ ਨੂੰ ਅਧਿਕਾਰ ਮਿਲਣਾ ਚਾਹੀਦਾ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਗੁਰਬਾਣੀ ਦਾ ਪ੍ਰਸਾਰਣ ਮੁਫਤ ਹੋਣਾ ਚਾਹੀਦਾ। ਤੁਸੀਂ ਵਿਧਾਨ ਸਭਾ ਦਾ ਜ਼ਿਕਰ ਕੀਤਾ ਕਿ ਵਿਧਾਨ ਸਭਾ ਦੇ ਵਿੱਚੋਂ ਟੈਲੀਕਾਸਟ ਹੁੰਦਾ, ਸਾਰੇ ਦਿਖਾਉਂਦੇ ਆ।
ਉਹ ਬਿਲਕੁਲ ਠੀਕ ਆ, ਪਰ ਇਦਾਂ ਨਾ ਹੋਵੇ ਕਿ ਕਿਸੇ ਦੀ ਫੋਟੋ ਨੇੜਿਓਂ ਵਿਖਾਈ ਜਾਵੇ ਤੇ ਕਿਸੇ ਦੀ ਫਿਰ ਦੂਰੋਂ ਵਿਖਾਈ ਜਾਵੇ। ਸਾਰਿਆਂ ਦੀ ਜਾਣੀ ਕੰਪੈਰੀਜ਼ਨ ਤਾਂ ਕੋਈ ਨਹੀਂ, ਵੈਸੇ ਮੈਂ ਗੱਲ ਕੀਤੀ ਕਿਉਂਕਿ ਇਸ ਮੁੱਦੇ ਦੇ ਉੱਤੇ ਇਤਰਾਜ਼ ਉੱਠਿਆ ਸੀ ਵਾਰ-ਵਾਰ ਉਠਾਉਂਦੀ ਹੈ ਵਿਰੋਧੀ ਧਿਰ, ਪਿਓ ਕਹਿੰਦੇ ਵੀ ਜਦੋਂ ਸਾਡਾ ਬੰਦਾ ਬੋਲਦਾ ਤੇ ਉਹ ਲੱਭਣਾ ਪੈਂਦਾ ਯਾਰ ਕਿੱਥੇ ਕਿ ਜੇ ਬੋਲਦਾ ਖੜਾ ਕਿੱਥੇ। ਅੱਛਾ, ਹੁਣ ਸੰਧਾਲੀਆ ਸਾਹਿਬ ਜਿਹੜਾ ਰੌਲਾ, ਦੇਖੋ ਪਹਿਲੀ ਗੱਲ ਇਹ ਹੈ ਕਿ ਤੁਸੀਂ ਕਿਹਾ ਕਿ ਮੋਹਰ ਲੱਗ ਗਈ, ਬਿਲਕੁਲ ਮੋਹਰ ਲੱਗ ਗਈ। ਮੋਹਰਿਓ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਾਲ ਲੱਗਦੀ ਪ੍ਰੈਸ ਕਾਨਫਰੰਸ ਕੀਤੀ। ਮੈਂ ਜਿੱਥੇ ਚਿੰਤਾ ਪ੍ਰਗਟ ਕੀਤੀ ਸੀ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਹੀ ਕਿ ਭਾਈ ਬਹੁਤ ਚਿੰਤਾ ਵਾਲਾ ਵਰਤਾਰਾ, ਇਹਨੂੰ ਹਲਕਿਆਂ 'ਚ ਨਾ ਲਿਆ ਜਾਵੇ। ਹੁਣ ਕੈਬਨਿਟ ਨੇ ਮੋਹਰ ਲਾਤੀ, ਵਿਧਾਨ ਸਭਾ ਨੇ ਮੋਹਰ ਲਾਤੀ, ਉਹਦੇ ਤੋਂ ਬਾਅਦ ਮਸਲਾ ਸਾਨੂੰ ਲੱਗਦਾ ਕਿ ਪੂਰਾ ਹੋ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਐਡਵੋਕੇਟ ਧਾਮੀ ਸਾਹਿਬ ਤੇ ਉਹਨਾਂ ਦੀ ਟੀਮ ਜਿਹੜੀ ਹੈ ਉਹ ਪ੍ਰੈਸ ਕਾਨਫਰੰਸ ਕਰਦੀ ਹੈ। ਉਹ ਕਹਿੰਦੇ ਜੀ ਅਸੀਂ ਬਹੁਤ ਰੋਕਿਆ, ਅਸੀਂ ਬਹੁਤ ਬੇਨਤੀਆਂ ਕੀਤੀਆਂ ਕਿ ਇਸ ਤਰ੍ਹਾਂ ਨਾ ਕਰੋ, ਇਹ ਸਿੱਖਾਂ ਦੇ ਧਾਰਮਿਕ ਮਾਮਲਿਆਂ ਦੇ ਵਿੱਚ ਸਿੱਧੀ ਦਖਲਅੰਦਾਜ਼ੀ ਹੈ, ਇਦਾਂ ਨਹੀਂ ਹੋਣਾ ਚਾਹੀਦਾ। ਉਹ ਕਹਿੰਦੇ ਰੁਕੇ ਨਹੀਂ। ਉਹ ਕਹਿੰਦੇ ਇਹਨਾਂ ਨੂੰ ਕੀ ਲੱਗਦਾ ਕਿ ਭਾਈ ਤੁਸੀਂ ਉੱਥੋਂ ਪਾਸ ਕਰ ਦਿੱਤਾ ਤੁਸੀਂ ਇਦਾਂ ਹੋ ਜਾਓ। ਉਹ ਕਹਿੰਦੇ ਬਿਲਕੁਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਨੂੰ ਰੱਦ ਕਰਦੀ ਹੈ। ਨਾਲ ਹੀ ਉਹਨਾਂ ਨੇ ਕਹਿ ਦਿੱਤਾ, ਉਹ ਕਹਿੰਦੇ ਜੀ ਇਹ ਕਦੇ ਲਾਗੂ ਨਹੀਂ ਹੋਣਾ, ਤਾਂ ਜੇ ਕਿਸੇ ਨੇ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਕਹਿੰਦੇ ਫਿਰ ਅਸੀਂ ਨਜਿੱਠ ਲਵਾਂਗੇ। ਹੁਣ ਸੰਧਾਲੀਆ ਸਾਹਿਬ ਤੁਸੀਂ ਦੇਖੋ ਕਿ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਦੇਖ-ਰੇਖ ਦੇ ਵਿੱਚ ਹੈ। ਹੁਣ ਪੰਜਾਬ ਸਰਕਾਰ ਮਤਾ ਪਾਸ ਕਰਦੀ ਹੈ ਕਿ ਭਾਈ ਉੱਥੋਂ ਲਿੰਕ ਸਾਰਿਆਂ ਨੂੰ ਜਾਵੇ। ਹੁਣ ਕਿਵੇਂ ਜਾਊਗਾ, ਕੌਣ ਉੱਥੇ ਜਾ ਕੇ ਸਾਰਾ ਸਿਸਟਮ ਲਾਊਗਾ? ਜੇ ਐਸਜੀਪੀਸੀ ਦੇ ਨਾਲ ਸਹਿਮਤੀ ਹੋਵੇ ਤਾਂ 1 ਮਿੰਟ ਦਾ ਕੰਮ ਹੈ। ਸਹਿਮਤੀ ਪਰੇ ਹੋ ਗਈ, ਇੱਕ ਦੂਸਰੇ ਤੇ ਦੋਸ਼ ਠੋਕ ਕੇ ਲੱਗੇ ਆ। ਹੁਣ ਐਸਜੀਪੀਸੀ ਦੇ ਪ੍ਰਧਾਨ ਸਾਹਿਬ ਵੈਸੇ ਧਾਮੀ ਸਾਹਿਬ ਜਿੰਨੀ ਵਾਰੀ ਵੀ ਬੋਲੇ ਆ ਬੜੀ ਲਿਆਕਤ ਨਾਲ ਬੋਲੇ ਆ, ਉਹ ਕੋਈ ਮਾੜਾ ਸ਼ਬਦ ਮੂੰਹੋਂ ਕਹਿੰਦੇ ਨਹੀਂ। ਪਰ ਜਦੋਂ ਧਾਮੀ ਸਾਹਿਬ ਨੇ ਵੀ ਕਹਿਤਾ ਫਿਰ ਅਸੀਂ ਨਜਿੱਠ ਲਵਾਂਗੇ, ਸਾਨੂੰ ਨਜਿੱਠਣਾ ਆਉਂਦਾ, ਅਸੀਂ ਬਹੁਤ ਵਾਰੀ ਦੇਖਿਆ। ਅੰਗਰੇਜ਼ਾਂ ਦੇ ਸਮੇਂ ਤੋਂ ਕਹਿੰਦੇ ਜੀ ਇਹ ਕੰਮ ਹੁੰਦਾ ਆਇਆ। ਕਾਂਗਰਸ ਨੇ ਵੀ ਉਹਨਾਂ ਨੇ ਦੋਸ਼ ਕਈ ਤਰ੍ਹਾਂ ਦੇ ਲਾਤੇ। ਹੁਣ ਜੇ ਐਸਜੀਪੀਸੀ ਕਹਿੰਦੀ ਹੈ ਕਿ ਅਸੀਂ ਨਜਿੱਠ ਲਵਾਂਗੇ, ਇਹ ਕਹਿੰਦੇ ਆ ਜੀ ਆ ਸਾਡੇ ਅਧਿਕਾਰ ਖੇਤਰ ਦੇ ਵਿੱਚ ਅਸੀਂ ਮੋਹਰ ਲਾਤੀ, ਟਕਰਾਅ ਨਾ ਹੋਵੇ। ਗੁਰਬਾਣੀ ਦੇ ਮੁੱਦੇ ਦੇ ਉੱਤੇ ਪੂਰਾ ਵੀ ਟਕਰਾਅ ਨਹੀਂ ਚਾਹੀਦਾ। ਹੁਣ ਤੁਸੀਂ ਦੇਖੋ ਭਗਵੰਤ ਮਾਨ ਸਾਹਿਬ ਮੈਨੂੰ ਲੱਗਦਾ ਕਿ ਪ੍ਰੋਪਰ ਹੋਮਵਰਕ ਕਰਕੇ ਆਏ ਸੀ, ਮੁੱਖ ਮੰਤਰੀ ਵਿਧਾਨ ਸਭਾ 'ਚ ਬੋਲੇ। ਉਹ ਕਹਿੰਦੇ ਪਿਛਲੇ ਦਿਨੀ ਇਹਨਾਂ ਨੇ ਕਾਰਜਕਾਰੀ ਜਥੇਦਾਰ ਨੂੰ ਲਾਤਾ, ਗਿਆਨੀ ਹਰਪ੍ਰੀਤ ਸਿੰਘ ਜੀ ਦੀ ਜ਼ਿਕਰ ਕੀਤਾ ਉਹਨਾਂ ਨੇ। ਉਹ ਕਹਿੰਦੇ ਸਾਲ ਹੋ ਗਿਆ ਸੀ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਕਹਿੰਦਿਆਂ ਨੂੰ, ਜਥੇਦਾਰ ਸਾਹਿਬ ਨੂੰ, ਕਿ ਭਾਈ ਐਸਜੀਪੀਸੀ ਆਪ ਪ੍ਰਸਾਰਣ ਕਰੇ, ਕਿਸੇ ਇੱਕ ਚੈਨਲ ਨੂੰ, ਕਿਸੇ ਇੱਕ ਮੀਡੀਆ ਅਦਾਰੇ ਨੂੰ ਅਧਿਕਾਰ ਨਾ ਹੋਵੇ। ਉਹ ਕਹਿੰਦੇ 1 ਸਾਲ ਇਹਨਾਂ ਨੇ ਕੀਤਾ ਕਿਉਂ ਨਹੀਂ? ਇਹਨਾਂ ਨੇ ਜਥੇਦਾਰ ਸਾਹਿਬ ਦੀ ਗੱਲ ਮੰਨੀ ਕਿਉਂ ਨਹੀਂ? ਤੇ ਦੂਸਰਾ ਨਾਲੇ ਇਹ ਵੀ ਕਿਹਾ ਨਾ ਵੀ ਜਥੇਦਾਰ ਸਾਹਿਬ ਨੇ ਬੇਨਤੀ ਨਹੀਂ ਕੀਤੀ, ਹੁਕਮ ਦਿੱਤਾ, ਜਥੇਦਾਰ ਸਾਹਿਬ ਦਾ ਹੁਕਮ ਸੀ ਜੀ। ਹੁਣ ਸੰਧਾਲੀਆ ਸਾਹਿਬ ਰੌਲਾ ਕੀ ਹੈ? ਰੌਲਾ ਇੱਥੇ ਆ ਗਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮੁੱਖ ਮੰਤਰੀ ਸਾਹਿਬ ਨੇ ਕਹਿਤਾ ਕਿ ਤੁਸੀਂ ਕਾਰਜਕਾਰੀ ਹੋ, ਤੁਹਾਡੀ ਤਾਂ 5 ਸਾਲ ਬਾਅਦ ਚੋਣ ਹੋਣੀ ਚਾਹੀਦੀ ਸੀ, 11 ਸਾਲ ਹੋ ਗਏ, ਤੁਹਾਡਾ ਹੀ ਨਹੀਂ ਕੋਈ ਚੋਣ ਹੋਈ, ਤੁਸੀਂ ਹੀ ਜਥੇਦਾਰ ਸਾਹਿਬ ਨਹੀਂ ਸੀ ਕਾਰਜਕਾਰੀ। ਕਹਿੰਦੇ ਜਿੱਦਾਂ ਤੁਸੀਂ ਜਥੇਦਾਰ ਸਾਹਿਬ ਨੂੰ ਕਾਰਜਕਾਰੀ ਕਹਿ ਕੇ ਪਰੇ ਕੀਤਾ, ਉਦਾਂ ਹੀ ਤੁਸੀਂ ਵੀ ਕਾਰਜਕਾਰੀ ਹੋ, ਤੁਸੀਂ ਵੀ ਫੈਸਲਾ ਲੈਣ ਦੇ ਕਿੰਨੇ ਕੁ ਸਮਰੱਥ ਹੋ। ਜਿਸ ਤਰੀਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੌਜੂਦਾ ਬਾਡੀ ਦੇ ਉੱਤੇ ਹੀ ਮੁੱਖ ਮੰਤਰੀ ਸਾਹਿਬ ਨੇ ਸਵਾਲ ਖੜੇ ਕਰ ਦਿੱਤੇ। ਪਰ ਇੱਕ ਸੰਧਾਲੀਆ ਸਾਹਿਬ ਗੱਲ ਇੱਥੇ ਮੰਨਣੀ ਪਊ ਕਿ ਇਹ ਮਸਲਾ ਕੇਵਲ ਤੇ ਕੇਵਲ ਗੁਰਬਾਣੀ ਪ੍ਰਸਾਰਣ ਦਾ ਨਹੀਂ, ਇੱਥੇ ਅਸੀਂ ਕਿਤੇ ਨਾ ਕਿਤੇ ਨਿੱਜੀ ਤੌਰ ਦੇ ਉੱਤੇ ਕਮਜ਼ੋਰ ਹੋਏ ਹਾਂ। ਅੱਜ ਤੱਕ ਰੌਲਾ ਕੀ ਸੀ ਜੀ? ਵਿਰੋਧੀ ਤਾਕਤਾਂ ਸਿੱਖ ਧਰਮ ਦੇ ਵਿੱਚ ਦਖਲ ਦਿੰਦੀਆਂ, ਵਿਰੋਧੀ ਤਾਕਤਾਂ ਸਿੱਖ ਧਰਮ ਨੂੰ ਕਮਜ਼ੋਰ ਕਰਨ ਦਾ ਯਤਨ ਕਰਦੀਆਂ, ਵਿਰੋਧੀ ਤਾਕਤਾਂ ਸਾਡੇ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕਰਦੀਆਂ। ਆ ਸਾਡੀ ਕਮਜ਼ੋਰੀ ਹੈ ਨਾ ਕਿ ਅਸੀਂ ਆਪਸ ਵਿੱਚ ਲੜ ਪਏ। ਮੁੱਖ ਮੰਤਰੀ ਸਾਹਿਬ ਕਹਿੰਦੇ ਆ ਕਿ ਸਾਨੂੰ ਗੁਰੂ ਘਰ ਦੀ ਇਮਾਰਤ ਦਿਸੇ ਨਾ ਦਿਸੇ, ਅਸੀਂ ਜਿਹੜਾ ਉਹ ਨਿਸ਼ਾਨ ਸਾਹਿਬ ਦੇਖ ਕੇ ਦੂਰੋਂ ਮੱਥਾ ਟੇਕ ਦਈਦਾ। ਹੁਣ ਉਹ ਵੀ ਸਿੱਖ ਨੇ, ਦੂਜੇ ਪਾਸੇ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਉਹ ਤਾਂ ਪੂਰਨ ਗੁਰਸਿੱਖ ਨੇ। ਹੁਣ ਦੋਵੇਂ ਧਿਰਾਂ ਆਪਸ ਵਿੱਚ ਜਿਸ ਤਰੀਕੇ ਸ਼ਬਦੀ ਗੁੱਥਮ ਗੁੱਥਾ ਹੋ ਰਹੀਆਂ, ਅਸੀਂ ਦੂਸਰਿਆਂ ਨੂੰ ਆਪਣੀਆਂ ਬਹੁਤ ਸਾਰੀਆਂ ਕਮਜ਼ੋਰੀਆਂ ਦੱਸ ਰਹੇ ਹਾਂ। ਅਸੀਂ ਜਾਵਾਂਗੇ ਕਿੱਧਰ ਨੂੰ? 1920 ਤੋਂ ਲੈ ਕੇ 1925 ਤੱਕ ਸੰਧਾਲੀਆ ਸਾਹਿਬ ਜਦੋਂ ਗੁਰੂ ਘਰਾਂ ਨੂੰ ਉਹਨਾਂ ਲੋਕਾਂ ਤੋਂ ਆਜ਼ਾਦ ਕਰਾਉਣ ਦੀ ਇੱਕ ਮੁਹਿੰਮ, ਇੱਕ ਲਹਿਰ, ਇੱਕ ਲੜਾਈ ਲੜੀ ਗਈ ਸੀ ਜਿਹੜੇ ਉੱਥੇ ਮਰਿਆਦਾ ਕਾਇਮ ਨਹੀਂ ਸੀ ਰੱਖਦੇ। 2000 ਤੋਂ ਵੱਧ ਸ਼ਹਾਦਤਾਂ ਹੋਈਆਂ ਸੀ, 2000 ਤੋਂ ਵੱਧ। ਫੇਰ ਗੁਰੂ ਘਰਾਂ ਦੇ ਵਿੱਚ ਮਰਿਆਦਾ ਆਈ ਤੇ ਅੱਜ ਉਸ ਸ਼ਾਨਾਮਤੇ ਇਤਿਹਾਸ ਨੂੰ ਅਸੀਂ ਰੱਦੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਇਹ ਕੀ ਲੜਾਈ ਕੀ ਹੈ? ਮੰਨ ਲਓ ਕੋਈ ਗੈਰ ਸਿੱਖ, ਗੈਰ ਪੰਜਾਬੀ, ਜਿਹਨੂੰ ਪੰਜਾਬੀ ਭਾਸ਼ਾ ਨਹੀਂ ਆਉਂਦੀ, ਉਹ ਕਿਸੇ ਬੰਦੇ ਤੋਂ ਇਸ ਮੁੱਦੇ ਦੇ ਬਾਬਤ ਪਤਾ ਕਰਨਾ ਚਾਹੇ। ਅਸੀਂ ਕਹਿੰਦੇ ਕਿ ਸਾਰੀ ਦੁਨੀਆ ਸਾਡੇ ਵੱਲ ਦੇਖਦੀ, ਅਸੀਂ ਲੰਗਰ ਬਹੁਤ ਲਾਉਨੇ ਆ, ਅਸੀਂ ਦੁਨੀਆ ਭਰ ਦੀ ਸੇਵਾ ਕਰਦੇ ਹਾਂ, ਸਿੱਖ ਧਰਮ ਨਵੇਕਲਾ ਧਰਮ ਹੈ। ਇੱਕ ਸੂਬੇ ਦਾ ਮੁੱਖ ਮੰਤਰੀ ਜਿੱਥੇ ਸਭ ਤੋਂ ਵੱਧ ਸਿੱਖ ਰਹਿੰਦੇ ਨੇ, ਸਿੱਖਾਂ ਦੀ ਮਿੰਨੀ ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਦੋਂ ਆਪਸ ਦੇ ਵਿੱਚ ਇਸ ਤਰੀਕੇ ਲੜਦੇ ਨੇ, ਫਸਦੇ ਨੇ, ਸ਼ਬਦੀ ਵਾਰ ਕਰਦੇ ਆ, ਤੇ ਅਸੀਂ ਇੱਕ ਗੈਰ ਸਿੱਖ ਨੂੰ, ਇੱਕ ਗੈਰ ਪੰਜਾਬੀ ਬੰਦੇ ਨੂੰ ਦੱਸਾਂਗੇ ਜੀ ਸਾਡਾ ਬਹੁਤ ਪਾਵਨ ਪਵਿੱਤਰ ਧਾਰਮਿਕ ਗ੍ਰੰਥ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ,
ਤੇ ਉਹਦੇ ਵਿੱਚ ਜਦੋਂ ਬਾਣੀ ਪੜ੍ਹੀ ਜਾਂਦੀ ਹੈ ਉਹ ਬਾਣੀ ਕਿੱਥੇ ਦਿਖਾਈ ਜਾਵੇ, ਕਿਵੇਂ ਦਿਖਾਈ ਜਾਵੇ, ਮੁਫਤ ਦਿਖਾਈ ਜਾਵੇ ਕਿ ਨਾ ਦਿਖਾਈ ਜਾਵੇ, ਕੌਣ ਵਿਖਾਏ, ਅਸੀਂ ਉਸ ਮੁੱਦੇ ਤੇ ਲੜ ਰਹੇ ਹਾਂ। ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਸਾਨੂੰ ਥੋੜੀ ਬਹੁਤ ਸੋਝੀ ਤੋਂ ਕੰਮ ਲੈਣਾ ਪਊਗਾ। ਬਿਲਕੁਲ ਲੈਣਾ ਪਊਗਾ। ਤੁਸੀਂ ਦੇਖੋ ਵੀ ਮੇਰਾ ਖਿਆਲ ਜਿਹੜਾ ਚੈਨਲ ਆ ਜਿਹਦੇ ਤੇ ਇਹਦਾ ਸਾਰਾ ਪ੍ਰਸਾਰਣ ਕੀਤਾ ਜਾਂਦਾ, ਉਹਦੇ ਮੇਰਾ ਖਿਆਲ ਜਿਹੜੇ ਮੁਖੀ ਨੇ ਜਾਂ ਜਿਹੜੇ ਕਰਤਾ ਧਰਤਾ ਕਹਿ ਲਓ, ਉਹਨਾਂ ਵੱਲੋਂ 2-4 ਵੀਡੀਓਜ਼ ਜਿਹੜੀਆਂ ਨੇ ਉਹ ਜ਼ਰੂਰ ਪਬਲਿਕ ਪਲੇਟਫਾਰਮਸ ਤੇ ਪਾਈਆਂ ਗਈਆਂ, ਜਿਹਦੇ 'ਚ ਉਹਨਾਂ ਨੇ ਦਾਅਵਾ ਵੀ ਕੀਤਾ ਸ਼ਾਇਦ ਇੱਕ ਵੀਡੀਓਜ਼ ਤੋਂ 1 ਕਰੋੜ ਰੁਪਏ ਦੇ ਇਨਾਮ ਦੀ ਗੱਲ ਵੀ ਕਰਦੇ ਆ ਵੀ ਸਾਨੂੰ ਕੋਈ ਕਹਿ ਦੇਵੇ, ਦੱਸ ਦੇਵੇ ਵੀ ਹਾਂ ਜੀ ਅਸੀਂ ਇਸ ਚੈਨਲ ਨੂੰ ਲਵਾਉਣ ਲਈ ਇੰਨੇ ਪੈਸੇ ਦਿੰਨੇ ਆ, ਤੇ ਜੇ ਉਹਨਾਂ ਨੇ ਸਾਬਤ ਕਰਤਾ ਤਾਂ ਅਸੀਂ 1 ਕਰੋੜ ਰੁਪਏ ਦਾ ਇਨਾਮ ਦੇਵਾਂਗੇ। ਹੁਣ ਮੈਨੂੰ ਲੱਗਦਾ ਵੀ ਜਿੱਦਾਂ ਉਹਨਾਂ ਨੇ ਕਿਹਾ ਕਿ ਜੇ ਕੋਈ ਸਾਬਤ ਕਰ ਦੇਵੇ ਵੀ ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ ਇਸ ਚੈਨਲ ਨੂੰ ਵੇਖਣ ਲਈ ਸਾਨੂੰ ਕੋਈ ਪੈਸਾ ਦੇਣਾ ਪੈਂਦਾ ਤੇ ਫਿਰ ਅਸੀਂ 1 ਕਰੋੜ ਦਾ ਇਨਾਮ ਦੇਵਾਂਗੇ, ਮੈਨੂੰ ਲੱਗਦਾ ਵੀ ਕਹਾਣੀ ਉਹ ਪੰਜਾਬ ਦੀ ਤੇ ਇੰਡੀਆ ਦੀ ਤੇ ਕਰਦੇ ਨਹੀਂ। ਮੇਰਾ ਖਿਆਲ ਮੁੱਖ ਮੰਤਰੀ ਸਾਹਿਬ ਨੇ ਪਹਿਲੀ ਪ੍ਰੈਸ ਕਾਨਫਰੰਸ, ਉਸ ਤੋਂ ਬਾਅਦ ਆਪਣੇ ਜਿਹੜਾ ਮਤਾ ਪਾਸ ਕਰਦੇ ਸੀ ਕੈਬਨਿਟ, ਉਹਦੇ ਤੋਂ ਬਾਅਦ ਈਵਨ ਵਿਧਾਨ ਸਭਾ ਦੇ ਵਿੱਚ ਵੀ ਗੱਲ ਉਹਨਾਂ ਨੇ ਉਹੀ ਕੀਤੀ। ਉਹ ਕਹਿੰਦੇ ਵੀ ਜਦੋਂ ਆਪਾਂ ਵਿਦੇਸ਼ਾਂ 'ਚ ਗੱਲ ਕਰਦੇ ਹਾਂ, ਪੰਜਾਬੀ ਜਾਂ ਸਿੱਖ ਭਾਈਚਾਰਾ ਜਦੋਂ ਦੁਨੀਆ ਭਰ 'ਚ ਵਸਿਆ ਤੇ ਉੱਥੇ ਜਦੋਂ ਉਹਨਾਂ ਨੂੰ ਲੋੜ ਹੁੰਦੀ ਹੈ ਵੀ ਆਪਾਂ ਹੁਣ ਘਰੇ ਚਾਹੁੰਦੇ ਹਾਂ ਵੀ ਯਾਰ ਉੱਥੋਂ ਦਾ ਆਪਾਂ ਨੂੰ ਲਾਈਵ ਪ੍ਰਸਾਰਣ ਜਿਹੜਾ ਜੋ ਮਿਲੇ ਦਰਬਾਰ ਸਾਹਿਬ ਦਾ, ਉੱਥੇ ਉਹਨਾਂ ਨੂੰ ਜਿਹੜਾ ਉਹ ਬੰਡਲ ਲੈਣਾ ਪੈਂਦਾ ਚੈਨਲਾਂ ਦਾ, ਉਹਦੇ ਲਈ ਡਾਲਰ ਦੇਣੇ ਪੈਂਦੇ ਨੇ। ਹੁਣ ਇੰਡੀਆ ਭਾਰਤ ਦੇ ਵਿੱਚ ਉਹ ਕਹਿੰਦੇ ਆ ਵੀ ਬਿਲਕੁਲ ਸਾਰਾ ਕੁਛ ਜਿਹੜਾ ਫ੍ਰੀ ਹੈ, ਬਾਹਰ ਦੇ ਜਦੋਂ ਵੇਖਣਾ ਪੈਂਦਾ ਤੇ ਉੱਥੇ ਉਹ ਕਹਿੰਦੇ ਨੇ ਡਾਲਰ ਦੇਣੇ ਪੈਂਦੇ ਨੇ। ਹੁਣ ਗੱਲ ਇਹ ਆ ਵੀ ਇਹ ਬੜਾ, ਜਦੋਂ ਇਹਨੂੰ ਉੱਪਰੀ ਨਜ਼ਰੇ ਵੇਖਦੇ ਆ ਤੇ ਫਿਰ ਇਦਾਂ ਲੱਗਦਾ ਵੀ ਜਿੱਦਾਂ ਜਦੋਂ ਆਪਾਂ ਕਮਰਸ਼ੀਅਲ ਹਿੱਤਾਂ ਦੀ ਕਹਾਣੀ ਆ, ਕਿਸੇ ਦਾ ਕੋਈ ਕੰਮਕਾਰ ਕਾਰੋਬਾਰ ਹੈ, ਉਹਦੇ ਤੋਂ ਲੱਗਦਾ ਵੀ ਯਾਰ ਇਹਦੇ ਤੋਂ ਪੈਸੇ ਨਹੀਂ ਵੱਟੇ ਜਾਣੇ ਚਾਹੀਦੇ, ਪਰ ਇੱਕ ਧਿਰ ਨੂੰ ਲੱਗਦਾ ਵੀ ਇਹਦੇ ਤੋਂ ਪੈਸੇ ਵੱਟਦੇ ਨੇ। ਦੂਸਰੀ ਧਿਰ ਦਾ ਇਲਜ਼ਾਮ ਇਹ ਆ ਵੀ ਇਹਨੂੰ ਤੁਸੀਂ ਕਾਰੋਬਾਰੀ ਹਿੱਤਾਂ ਦੇ ਨਾਲ ਜੋੜ ਕੇ ਵੇਖੋ ਹੀ ਨਾ, ਇਹ ਇੱਕ ਤਰ੍ਹਾਂ ਨਾਲ ਪੰਥ ਦੇ ਉੱਪਰ ਹਮਲਾ ਹੈ ਵੀ ਇਹ ਇੱਕ ਗੁਰਦੁਆਰਾ ਪ੍ਰਬੰਧਾਂ ਦੀ ਆਪਾਂ ਗੱਲ ਕਰ ਲਈ, ਉੱਥੇ ਵਿੱਚ ਕਿਹਨੇ ਕਿਹੜਾ ਕੰਮ ਕਰਨਾ, ਉਹ ਸਾਰਾ ਕੰਮ ਦੇਖਣ ਦੇ ਲਈ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈਗੀ ਆ ਤੇ ਕਿਸੇ ਹੋਰ ਧਿਰ ਨੂੰ ਕੋਈ ਹੱਕ ਨਹੀਂ ਹੈਗਾ ਉਹਦੇ ਵਿੱਚ ਜਾ ਕੇ ਤੇ ਆਪਣੇ ਕੋਈ ਨਾ ਕੋਈ ਲੱਤ ਡਾਵੇ। ਹੁਣ ਮਤਲਬ ਇਹ ਹੋ ਗਿਆ ਵੀ ਇੱਕ ਨਜ਼ਰੇ ਉਹ ਆਰਥਿਕ ਹਿੱਤਾਂ ਦੀ ਗੱਲ ਲੱਗਦੀ ਹੈ, ਕਾਰੋਬਾਰੀ ਹਿੱਤਾਂ ਦੀ ਗੱਲ ਲੱਗਦੀ ਹੈ, ਦੂਸਰੀ ਨਜ਼ਰੇ ਉਹਨੂੰ ਪੰਥਕ ਹਿੱਤ ਬਣਾਇਆ ਜਾ ਰਿਹਾ ਵੀ ਇਹ ਪੰਥ ਦੇ ਮਸਲਿਆਂ ਦੇ ਵਿੱਚ ਕੋਈ ਨਾ ਕੋਈ ਅੜਚਨ ਫਸਾਉਣ ਦੀ ਗੱਲ ਆ। ਇਹ ਜਿਹੜੀ ਇੱਕ ਮੈਨੂੰ ਲੱਗਦਾ ਇੱਕ ਬਰੀਕ ਲੀਕ ਹੈ ਨਾ, ਇਹਨੂੰ ਜਿਹੜੀ ਧਿਰ, ਕਿਉਂਕਿ ਦੋਵੇਂ ਧਿਰਾਂ ਆਪੋ ਆਪਣੇ ਤੌਰ ਦੇ ਉੱਪਰ ਸਾਬਤ ਕਰਨ ਦੀ ਕੋਸ਼ਿਸ਼ ਕਰ, ਜ਼ਿਆਦਾ ਲੋਕਾਂ ਨੂੰ ਜਚਾ ਗਈ ਕਿ ਕਿਹੜੀ ਗੱਲ ਕਿੰਨੀ ਸਹੀ ਆ, ਮੇਰਾ ਖਿਆਲ ਉਹਦਾ ਫੈਸਲਾ ਲੋਕਾਂ ਨੇ ਆਉਣ ਵਾਲੇ ਸਮੇਂ 'ਚ ਆਪੇ ਕਰ ਦੇਣਾ। ਇਸ ਵਕਤ ਜਿਸ ਤਰ੍ਹਾਂ ਦੀ ਬਿਆਨਬਾਜ਼ੀ ਚੱਲਦੀ ਵੀ ਉਹਦੇ ਵਿੱਚ ਆਪਾਂ ਜੇ ਕਹੀਏ ਵੀ ਫਲਾਨਾ ਠੀਕ ਹੈ, ਫਲਾਨਾ ਠੀਕ ਹੈ, ਹੋ ਸਕਦਾ ਵੀ ਆਪਾਂ ਵੀ ਅਜੇ ਉਸ ਸਥਿਤੀ 'ਚ ਨਾ ਹੋਈਏ, ਲੋਕਾਂ ਨੇ ਜ਼ਿਆਦਾ ਵਧੀਆ ਫੈਸਲਾ ਕਰਨਾ। ਇੱਕ ਗੱਲ ਤਾਂ ਸੰਧਾਲੀਆ ਸਾਹਿਬ ਬਿਲਕੁਲ ਸੰਗਤ ਤੇ ਛੱਡਣਾ ਚਾਹੀਦਾ, ਇੱਕ ਗੱਲ ਤਾਂ ਬੜੀ ਸਾਫ਼ ਹੈ, ਹਰ ਇੱਕ ਬੰਦਾ ਇਹਦੇ ਨਾਲ ਸਹਿਮਤ ਹੋਏਗਾ ਕਿ ਗੁਰਬਾਣੀ ਦਾ ਪ੍ਰਸਾਰਣ ਬਿਨਾਂ ਰੁਕਾਵਟ ਮੁਫਤ ਹੋਣਾ ਚਾਹੀਦਾ ਜੀ। ਕਿਉਂਕਿ ਗੁਰਬਾਣੀ ਦਾ ਪ੍ਰਸਾਰ, ਹਾਂ ਉਹਦੇ ਵਿੱਚ ਨਿਯਮ ਹੋਣੇ ਚਾਹੀਦੇ, ਉਹਦੇ ਵਿੱਚ ਵਿਧੀ ਵਿਧਾਨ ਹੋਣਾ ਚਾਹੀਦਾ, ਪਰ ਗੁਰਬਾਣੀ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਪੰਜਾਬੀ ਭਾਸ਼ਾ ਸਮਝਣ ਵਾਲੇ ਬੰਦੇ ਤੱਕ ਅੱਪੜਨੀ ਚਾਹੀਦੀ ਆ। ਹੁਣ ਜੇ ਉਹਦੇ ਵਿੱਚ ਕੋਈ ਰੁਕਾਵਟ ਹੋਏਗੀ, ਕਿਸੇ ਤਰ੍ਹਾਂ ਦੀ ਕੋਈ ਦਿੱਕਤ ਆਉਂਦੀ ਆ ਤਾਂ ਫਿਰ ਔਖਾ। ਸ਼੍ਰੋਮਣੀ ਅਕਾਲੀ ਦਲ ਵੱਲੋਂ ਮਨਪ੍ਰੀਤ ਸਿੰਘ ਯਾਲੀ ਸਾਹਿਬ, ਉਹਨਾਂ ਨੇ ਵੀ ਕਿਹਾ, ਉਹ ਕਹਿੰਦੇ ਜੀ ਮੈਂ ਨਿੱਜੀ ਤੌਰ ਤੇ ਚਾਹੁੰਦਾ ਕਿ ਭਾਈ ਗੁਰਬਾਣੀ ਦਾ ਪ੍ਰਸਾਰਣ ਬਿਲਕੁਲ ਮੁਫਤ ਹੋਣਾ ਚਾਹੀਦਾ ਤੇ ਐਨ ਸਾਰੇ ਪਾਸੇ ਹੋਣਾ ਚਾਹੀਦਾ, ਪਰ ਉਹਨੇ ਵੀ ਕਿਹਾ ਕਿ ਦਖਲ ਅੰਦਾਜ਼ੀ ਨਹੀਂ ਹੋਣੀ ਚਾਹੀਦੀ। ਹੁਣ ਸੰਧਾਲੀਆ ਸਾਹਿਬ ਦੋ ਚੀਜ਼ਾਂ ਨੇ, ਮੈਨੂੰ ਐਂ ਲੱਗਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਟੈਪ ਲੈਣਾ ਚਾਹੀਦਾ, ਇਹ ਲੜਾਈ, ਇਹ ਝਗੜਾ ਮੁੱਕ ਸਕਦਾ। ਮੈਂ ਕਹਿੰਦਾ ਕਿ ਜੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਖੇ ਕਿ ਭਾਈ ਅਸੀਂ ਲਾ ਦਿੰਨੇ ਆ ਜ਼ੋਰ, ਸੰਗਤ ਨੂੰ ਬੇਨਤੀ ਕਰਦਾ ਕਿ ਭਾਈ ਏਡਾ ਕੁ ਬਜਟ ਹੈ, ਅਸੀਂ ਆਪ ਲਿੰਕ ਤਿਆਰ ਕਰਕੇ, ਅਸੀਂ ਆਪ ਵਿਧੀ ਵਿਧਾਨ ਤਿਆਰ ਕਰਕੇ ਅਸੀਂ ਆਪ ਹੀ ਟੈਲੀਕਾਸਟ ਕਰਨਾ, ਉਹਦੇ ਤੋਂ ਇਹਨਾਂ ਸ਼ਰਤਾਂ ਦੇ ਨਾਲ ਕੋਈ ਵੀ ਮੀਡੀਆ ਅਦਾਰਾ ਚੱਕ ਕੇ ਇਸ ਮੁਤਾਬਕ ਜਿਹੜਾ ਉਹ ਚਲਾ ਸਕਦਾ ਹੈ, ਤੇ ਜੇ ਕਿਸੇ ਨੇ ਇਹਨਾਂ ਸ਼ਰਤਾਂ ਤੋਂ ਅੱਗੇ ਪਿੱਛੇ ਹੋਣ ਦੀ ਕੋਸ਼ਿਸ਼ ਕੀਤੀ ਤਾਂ ਅਸੀਂ ਆਹ ਕਾਨੂੰਨੀ ਕਾਰਵਾਈ ਕਰਾਂਗੇ। ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜੇ ਪੋਸੀਬਲ ਹੈ, ਜੇ ਸੰਭਵ ਹੈ, ਜੇ ਆਪਾਂ ਦੁਚਿੱਤੀ ਪੰਥ ਦੇ ਵਿੱਚੋਂ ਮੁਕਾਉਣਾ ਚਾਹੁੰਦੇ ਹਾਂ, ਜੇ ਇਸ ਲੜਾਈ ਨੂੰ ਇੱਥੇ ਸਮਾਪਤ ਕਰਨਾ ਚਾਹੁੰਦੇ ਹਾਂ, SGPC ਇਹ ਕੰਮ ਆਪਣੇ ਹੱਥ ਦੇ ਵਿੱਚ ਲੈ ਲਿਆ। ਜੇ SGPC ਆਪਣੇ ਹੱਥ, ਪੰਜਾਬ ਸਰਕਾਰ ਇੱਕ ਸਕਿੰਟ ਵੀ ਵਿਰੋਧ ਨਹੀਂ ਕਰ ਪਾਊ, ਪੰਜਾਬ ਸਰਕਾਰ ਬਿਲਕੁਲ ਵੀ ਕਹਿ ਨਹੀਂ ਪਾਊਗੀ ਕਿ ਭਾਈ ਆਹ ਕੰਮ ਕਰੋ। ਵੈਸੇ ਵੀ ਇਹ ਅਸੀਂ ਨਹੀਂ ਕਹਿ ਰਹੇ, ਇਹ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਿਹੜੇ ਕਾਰਜਕਾਰੀ ਜਥੇਦਾਰ ਨੇ, ਉਹਨਾਂ ਦਾ ਆਖਣਾ ਸੀ, ਉਹਨਾਂ ਨੇ ਹੁਕਮ ਲਾਇਆ ਸੀ ਕਿ ਭਾਈ ਤੁਸੀਂ ਆਪਣੇ ਤੌਰ ਤੇ ਕਰੋ। ਹੁਣ ਤੁਸੀਂ ਦੇਖੋ ਧਾਮੀ ਸਾਹਿਬ ਨੇ ਆਖਿਆ, ਇਸ ਗੱਲ ਨੂੰ ਆਪਾਂ ਕਹਿੰਦੇ ਆ ਕਿ ਧਾਮੀ ਸਾਹਿਬ ਸ਼ਬਦ ਠੀਕ ਵਰਤਦੇ ਆ, ਵਧੀਆ ਵਰਤਦੇ ਆ, ਜਿਹਦੇ ਨਾਲ ਕਿਸੇ ਨੂੰ ਕਚੀਚੀ ਨਹੀਂ ਆਉਂਦੀ। ਹੁਣ ਧਾਮੀ ਸਾਹਿਬ ਨੇ ਉੱਥੇ ਕਿਹਾ, ਕਹਿੰਦੇ ਜੀ ਮਹੀਨੇ ਦੀ ਤਾਂ ਗੱਲ ਸੀ, ਪੰਜਾਬ ਸਰਕਾਰ ਮਹੀਨਾ ਉਡੀਕ ਨਹੀਂ ਸੀ ਸਕਦੀ, ਸਾਡੀ ਬਣਾਈ ਹੋਈ ਸਬ ਕਮੇਟੀ ਨੇ 3 ਮੀਟਿੰਗਾਂ ਕਰ ਲਈਆਂ ਸੀ, ਅਸੀਂ ਤਕਰੀਬਨ ਸਾਰਾ ਕੁਝ ਫਾਈਨਲ ਕਰ ਲਿਆ ਸੀ, ਅਸੀਂ ਜੁਲਾਈ ਦੇ ਤੀਸਰੇ ਹਫ਼ਤੇ ਤੋਂ ਪਹਿਲਾਂ ਸਾਰਾ ਕੁਝ ਅਨਾਉਂਸ ਕਰ ਦੇਣਾ ਸੀ। ਇਹ ਤਾਂ ਭਗਵੰਤ ਮਾਨ ਸਾਹਿਬ ਨੇ ਸਿਰਫ ਸਿਹਰਾ ਆਪਣੇ ਸਿਰ ਲੈਣ ਦੇ ਲਈ ਇਹ ਗੱਲ ਪਹਿਲਾਂ ਤੋਰਤੀ। ਮੈਂ ਕਹਿੰਦਾ ਠੀਕ ਹੈ, ਧਾਮੀ ਸਾਹਿਬ ਦੀ ਗੱਲ ਠੀਕ ਹੋ ਸਕਦੀ ਹੈ, ਪਰ ਪਹਿਲਾਂ ਕਾਫੀ ਸਮਾਂ ਹੋ ਚੁੱਕਿਆ ਸੀ। ਮੈਂ ਸ਼੍ਰੋਮਣੀ ਅਕਾਲੀ ਦਲ ਨੇ ਪ੍ਰੈਸ ਕਾਨਫਰੰਸ ਕੀਤੀ,
ਦੇਖੋ ਸ਼੍ਰੋਮਣੀ ਅਕਾਲੀ ਦਲ ਦਾ ਜਿੱਡਾ ਵੱਡਾ ਸੰਧਾਲੀਆ ਸਾਹਿਬ ਇਤਿਹਾਸ ਨਾ, ਅਸੀਂ ਕਹਿੰਦੇ ਕਿ ਉਹ ਪਾਰਟੀ ਜਿਉਂਦੀ ਰਹੇ, ਉਹ ਪਾਰਟੀ ਹਮੇਸ਼ਾ ਜਵਾਨ ਰਹੇ, ਉਹ ਪਾਰਟੀ ਪੰਥਕ ਹਿੱਤਾਂ ਦੇ ਉੱਤੇ ਪਹਿਰਾ ਦੇਵੇ। ਪਰ ਤਕਰੀਬਨ 19-20 ਸਾਲ ਪਹਿਲਾਂ ਵੀ ਉਹਨਾਂ ਨੇ ਵੱਖ-ਵੱਖ ਸਮਿਆਂ ਦੇ ਉੱਤੇ ਜਿਹੜੇ ਆਪਣੇ ਆਸ਼ੇ ਉਦੇਸ਼ ਪ੍ਰਿੰਟ ਕਰਕੇ ਲੋਕਾਂ 'ਚ ਵੰਡੇ ਸੀ, ਮੈਨੀਫੈਸਟੋ ਦੇ ਵਿੱਚ ਹੁੰਦੇ ਸੀ, ਅਕਾਲੀ ਦਲ ਦੇ ਜਿਹੜੇ ਉਦੇਸ਼ ਦਿੱਤੇ ਸੀ ਉਹਦੇ ਵਿੱਚ ਵੀ, ਕਿਉਂਕਿ ਐਸਜੀਪੀਸੀ ਦੀਆਂ ਚੋਣਾਂ ਹੁੰਦੀਆਂ ਸੀ, ਉਹਦੇ ਵਿੱਚ ਵੀ ਕਈ ਵਾਰ ਉਹਨਾਂ ਨੇ ਲਿਖਿਆ ਸੀ ਕਿ ਅਸੀਂ ਗੁਰਬਾਣੀ ਦੇ ਪ੍ਰਸਾਰਣ ਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਪਦਾ ਚੈਨਲ ਬਣਾਵਾਂਗੇ। ਹਰ ਵਾਰ ਸ਼੍ਰੋਮਣੀ ਅਕਾਲੀ ਦਲ ਜਿੱਤਿਆ। ਜੇ 2004 ਜਾਂ 2004 ਤੋਂ ਪਹਿਲਾਂ ਵੀ ਇਹ ਵਾਅਦਾ ਕੀਤਾ ਜਾਂਦਾ ਰਿਹਾ ਸੰਗਤ ਨਾਲ, ਸੰਧਾਲੀਆ ਸਾਹਿਬ ਸਾਲ 'ਚ, 2 ਸਾਲ 'ਚ, 4 ਸਾਲ 'ਚ, 8 ਸਾਲ 'ਚ, 10 ਸਾਲ 'ਚ, 15 ਸਾਲ 'ਚ ਜੇ ਉਹ ਵਾਅਦਾ ਪੂਰਾ ਕਰ ਦਿੱਤਾ ਹੁੰਦਾ ਤਾਂ ਅੱਜ ਕਿਤੇ ਭਗਵੰਤ ਮਾਨ ਸਾਹਿਬ ਦੀ ਸਰਕਾਰ ਦੀ ਕਿਤੇ ਹਿੰਮਤ ਪੈਣੀ ਸੀ, ਨਾ ਕਿਤੇ ਆਮ ਸੰਗਤ ਨੇ ਠੋਕ ਕੇ ਵਿਰੋਧ ਕਰਨਾ ਸੀ। ਹੁਣ ਤੁਸੀਂ ਦੇਖੋ, ਜੇ ਐਸਜੀਪੀਸੀ ਵਾਲੇ ਆਖਣ ਕਿ ਨਹੀਂ ਜੀ ਸਾਡੇ ਕੋਲੇ ਬਜਟ ਥੋੜਾ ਜਾਂ ਇਹ ਕੋਈ ਛੋਟਾ ਕੰਮ ਨਹੀਂ, ਬਿਲਕੁਲ ਠੀਕ ਹੈ, ਪਰ ਮੈਂ ਕਹਿੰਦਾ ਕਿ 2004 ਤੋਂ ਬਾਅਦ ਪੰਜਾਬ ਦੇ ਵਿੱਚ 20 ਚੈਨਲ ਹੋਰ ਖੁੱਲ ਗਏ। ਜੇ ਇੱਕ ਵਿਅਕਤੀ ਵਿਸ਼ੇਸ਼ ਜਾਂ ਇੱਕ ਪ੍ਰਾਈਵੇਟ ਕੰਪਨੀ ਜਾਂ ਇੱਕ ਕਾਰਪੋਰੇਸ਼ਨ ਪੰਜਾਬੀ ਦੇ ਚੈਨਲ ਸ਼ੁਰੂ ਕਰ ਸਕਦੀ ਹੈ, ਉਹਨੂੰ ਚਲਾ ਸਕਦੀ ਹੈ, ਉਹਨਾਂ ਨੂੰ ਲੋਕਾਂ ਤੱਕ ਅੱਪੜਦਾ ਕਰ ਸਕਦੀ ਹੈ, ਉਹ ਤਾਂ ਸਾਡੀ ਮਿੰਨੀ ਪਾਰਲੀਮੈਂਟ ਹੈ ਸਿੱਖਾਂ ਦੀ, ਸੰਧਾਲੀਆ ਸਾਹਿਬ। ਉਹਦੇ ਨਾਲ ਤਾਂ ਦੁਨੀਆ ਭਰ ਦੇ ਕਰੋੜਾਂ ਸਿੱਖ, ਪੰਜਾਬੀ, ਗੈਰ ਸਿੱਖ, ਉਹਨਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ। ਅੱਜ ਤੱਕ ਕਦੇ ਹੋਇਆ ਕਿ ਕਿਤੇ ਵੀ ਦੁਨੀਆ ਭਰ ਦੇ ਵਿੱਚ ਕਿਸੇ ਨੇ ਹੋਕਾ ਦਿੱਤਾ ਹੋਵੇ ਐਜ਼ ਏ ਸਿੱਖ ਕਿ ਆਹ ਆਪਾਂ ਕੰਮ ਕਰਨਾ ਤੇ ਉੱਥੇ ਕੋਈ ਥੋੜਾ ਹੀ ਹੋਵੇ, ਸੰਗਤ ਤਾਂ ਗੋਲਕਾ ਤੁੰਨ ਦਊਗੀ। ਬਿਲਕੁਲ ਸਹੀ। ਜਾਣੀ ਕਿਤੇ ਨਾ ਕਿਤੇ ਆਪਣੀ ਕਮਜ਼ੋਰੀ ਰਹੀ ਹੈ, ਜਿਹਦੇ ਕਰਕੇ ਆ ਗੱਲ ਇੱਥੇ ਤੱਕ ਅਪੜੀ ਆ ਤੇ ਭਗਵੰਤ ਮਾਨ ਸਾਹਿਬ ਦੀ ਸਰਕਾਰ ਨੂੰ ਫੈਸਲਾ ਕਰਨਾ ਪਿਆ। ਮੇਰਾ ਖਿਆਲ ਜਿੱਦਾਂ ਭਗਵੰਤ ਮਾਨ ਸਾਹਿਬ ਨੇ ਇਹ ਗੱਲ ਕਹੀ ਸੀ ਨਾ ਕਿ ਵੀ ਇਹ, ਕਿਉਂਕਿ ਗੱਲ ਉਦੋਂ ਵੀ ਚੱਲੀ ਟੈਂਡਰ ਦੀ, ਮੇਰਾ ਖਿਆਲ ਜੇ ਕਿਤੇ ਉਦੋਂ ਵਾਲੀ ਪ੍ਰੈਸ ਕਾਨਫਰੰਸ ਦੇ ਵਿੱਚ ਧਾਮੀ ਸਾਹਿਬ ਦੇ ਮੂੰਹੋਂ ਇਹ ਗੱਲ ਨਾ ਨਿਕਲਦੀ ਕਿ ਟੈਂਡਰ ਹੁਣ ਦੁਬਾਰਾ ਹੋ ਜਾਣਾ, ਜਿਹੜਾ ਮਰਜ਼ੀ ਆ ਜਾਵੇ, ਉਹ ਤੇ ਉਦੋਂ ਬਾਅਦ ਮੁੱਖ ਮੰਤਰੀ ਸਾਹਿਬ ਨੇ ਜਿੱਦਾਂ ਕਿਹਾ ਵੀ ਇਹ ਟੈਂਡਰ ਦਾ ਹੀ ਤੇ ਸਾਰਾ ਰੌਲਾ ਸੀ ਵੀ ਇੱਕ ਵਾਰ ਟੈਂਡਰ ਹੋ ਜਾਂਦਾ ਵੀ ਮੁੜ ਕੇ 10-11 ਸਾਲ ਕਿਸੇ ਦਾ ਕੋਈ ਨਾਂ ਹੀ ਨਹੀਂ ਆਉਂਦਾ, ਇਹ ਆਪਾਂ ਖਤਮ ਕਰਨਾ। ਸੋ ਚਲੋ ਇਸ ਮਤੇ ਦੇ ਨਾਲ ਪੰਜਾਬ ਸਰਕਾਰ ਕਹਿੰਦੀ ਵੀ ਹੁਣ ਆਪਾਂ ਇਹ ਕੰਮ ਖਤਮ ਕਰਤਾ ਵੀ ਉਹ ਕਿਸੇ ਨੂੰ ਐਕਸਕਲੂਸਿਵ ਰਾਈਟ ਹੋ ਨਹੀਂ ਸਕਦੇ, ਸਾਰਿਆਂ ਲਈ ਫ੍ਰੀ ਹੋਊਗਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿੱਦਾਂ ਕਿਹਾ ਵੀ ਆਪਾਂ ਉਹ ਕਮੇਟੀਆਂ ਬਣਾਈਆਂ ਸੀ, ਸਾਡੀ ਉੱਤੇ ਪੂਰੀ ਪੜਤਾਲ ਚੱਲਦੀ ਪਈ ਆ, ਆਪਾਂ ਇਹ ਆਸ ਕਰਦੇ ਹਾਂ ਵੀ ਉਹਨਾਂ ਦਾ ਮਨ ਵੀ ਪੂਰਾ ਬਣ ਗਿਆ ਹੋਊਗਾ ਵੀ ਆਪਾਂ ਆਪਣੇ ਤੌਰ ਤੇ ਇਹਦਾ ਪ੍ਰਸਾਰਣ ਕਰਨਾ, ਚੰਗੀ ਗੱਲ ਆ। ਇਹਦੇ 'ਚ ਮੈਨੂੰ ਲੱਗਦਾ ਕਿ ਵੀ ਜਿੱਦਾਂ ਹੁਣ ਜਿਹੜੇ ਨਵੇਂ ਇਸ ਵਕਤ ਜਥੇਦਾਰ ਨਿਯੁਕਤ ਕੀਤੇ ਗਏ ਨੇ ਗਿਆਨੀ ਰਘਬੀਰ ਸਿੰਘ ਹੋਰੀ, ਉਹਨਾਂ ਨੇ ਵੀ ਜਿੱਦਾਂ ਪੰਜਾਬ ਸਰਕਾਰ ਨੂੰ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੋਨਾਂ ਨੂੰ ਹੀ ਕਿਹਾ ਕਿ ਵੀ ਇਹ ਜਿਹੜਾ ਤੁਸੀਂ ਆਪਸ ਦੇ ਵਿੱਚ ਟਕਰਾਅ ਵਾਲੇ ਪਾਸੇ ਤੁਰ ਪਏ ਠੀਕ ਨਹੀਂ ਹੈਗਾ, ਟਕਰਾਅ ਨਹੀਂ ਹੋਣਾ ਚਾਹੀਦਾ। ਇਹ ਜਿਹੜੀ ਚੀਜ਼ ਦਾ ਹੱਲ ਆ ਉਹਦਾ ਇੱਕ ਕੋਈ ਵਿਚਲਾ ਰਾਹ ਕੱਢ ਕੇ ਤੇ ਉਹਦਾ ਹੱਲ ਕਰਨ ਵਾਲੇ ਪਾਸੇ ਤੁਰਨਾ ਚਾਹੀਦਾ। ਇੱਕ ਮੁੱਦਾ ਬਣਾ ਲਿਆ ਜਾਵੇ, ਉਸ ਮੁੱਦੇ ਦੇ ਉੱਪਰ ਇੱਕ ਧਿਰ ਬਿਆਨ ਦੇਵੇ, ਫਿਰ ਦੂਜੀ ਬਿਆਨ ਦੇਵੇ, ਫਿਰ ਉਧਰੋਂ ਬਿਆਨ ਆਵੇ, ਫਿਰ ਉਧਰੋਂ ਬਿਆਨ ਆਵੇ, ਉਹ ਆਖੇ ਅਸੀਂ ਕਰਾਂਗੇ, ਉਹ ਕਹਿੰਦੇ ਕਰਕੇ ਵਿਖਾਓ, ਕਹਿੰਦੇ ਆਹ ਕਰਤਾ ਏ, ਉਹ ਕਹਿੰਦੇ ਚੰਗਾ ਫਿਰ ਲਾਗੂ ਕਰਕੇ ਵਿਖਾਓ। ਵੀ ਇਸ ਲੜਾਈ ਚੋਂ ਨਿਕਲਣਾ ਕੁਛ ਨਹੀਂ ਹੈਗਾ। ਸੋ ਜਿਹੜੀ ਚੀਜ਼ ਅਸਲ ਦੇ ਵਿੱਚ ਮੁੱਦਾ ਆ ਉਹਦਾ ਸਹੀ ਢੰਗ ਤਰੀਕਾ ਕੀ ਹੋਵੇ ਉਹ ਕਰ ਲਿਆ ਜਾਵੇ ਤੇ ਕਿਸੇ ਨੂੰ ਉਹਦੇ ਚ ਇਤਰਾਜ਼ ਵੀ ਕੀ। ਮੈਂ ਨਾ ਵੀ ਸਿਆਣੀ ਗੱਲ ਕੀਤੀ ਜਥੇਦਾਰ ਸਾਹਿਬ ਸੰਧਾਲੀਆ ਸਾਹਿਬ, ਉਹਨਾਂ ਨੇ ਨਾ ਜਿਸ ਤਰੀਕੇ ਪੰਜਾਬ ਸਰਕਾਰ ਨੂੰ ਆਖਿਆ ਕਿ ਤੁਸੀਂ ਧਾਰਮਿਕ ਮਾਮਲਿਆਂ ਦੇ ਵਿੱਚ ਦਖਲਅੰਦਾਜ਼ੀ ਨਾ ਕਰੋ, ਤੇ ਉਹਨਾਂ ਨੇ ਸ਼੍ਰੋਮਣੀ ਕਮੇਟੀ ਨੂੰ ਆਖਿਆ ਕਿ ਪਹਿਲੇ ਜਥੇਦਾਰ ਸਾਹਿਬ ਨੇ ਤੁਹਾਨੂੰ ਹੁਕਮ ਕੀਤਾ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਤੌਰ ਤੇ ਪ੍ਰਸਾਰਣ ਕਰੇ, ਤੁਸੀਂ ਸਟੇਟਸ ਰਿਪੋਰਟ ਦਿਓ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਹਿਲੇ ਜਥੇਦਾਰ ਸਾਹਿਬ ਦੇ ਹੁਕਮ ਦੇ ਉੱਤੇ ਹੁਣ ਤੱਕ ਕੰਮ ਕੀ ਕੀਤਾ, ਕਿੱਥੇ ਤੱਕ ਪਹੁੰਚ ਗਿਆ, ਕੰਮ ਸ਼ੁਰੂ ਹੋਇਆ ਕਿ ਨਹੀਂ ਹੋਇਆ। ਬੜੀ ਬੈਲੈਂਸ ਚੀਜ਼ ਹੈ, ਗੱਲ ਹੈ ਕਿ ਭਾਈ ਤੁਸੀਂ ਦੱਸੋ, ਪਤਾ ਲੱਗ ਜੂਗਾ, ਉਹਦੇ ਤੋਂ ਬਾਅਦ ਗੱਲ ਅੱਗੇ ਵੱਧ ਜੂਗੀ। ਮੈਨੂੰ ਆਸ ਨਹੀਂ ਸੀ ਕਿ ਗਿਆਨੀ ਰਘਬੀਰ ਸਿੰਘ ਹੋਰਾਂ ਨੇ ਅਜੇ ਕੁਝ ਘੰਟਿਆਂ ਬਾਅਦ ਸੇਵਾ ਸਾਂਭਣੀ ਹੈ ਤੇ ਬਹੁਤ ਵੱਡੀ ਚੁਣੌਤੀ ਪੰਥ ਦੇ ਵਿੱਚ ਉਹਨਾਂ ਦੇ ਸੇਵਾ ਸਾਂਭਣ ਤੋਂ ਪਹਿਲਾਂ ਹੀ ਖਲੋਤੀ ਹੈ। ਬਹੁਤ ਗੰਭੀਰਤਾ ਦੇ ਨਾਲ ਉਹਨਾਂ ਨੂੰ ਕੰਮ ਲੈਣਾ ਪਊਗਾ। ਬਹੁਤ ਪ੍ਰਵਾਨਿਤ ਅਹੁਦੇ ਦੇ ਉੱਤੇ ਗਿਆਨੀ ਰਘਬੀਰ ਸਿੰਘ ਜੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਪੂਰਨ ਜਥੇਦਾਰ ਦੇ ਤੌਰ ਦੇ ਉੱਤੇ ਬੈਠੇ ਆ। ਮੈਂ ਸੰਧਾਲੀਆ ਸਾਹਿਬ ਦੋ ਚੀਜ਼ਾਂ ਇੱਥੇ ਕਲੀਅਰ ਕਰਨੀਆਂ। ਵਿਧਾਨ ਸਭਾ ਦੇ ਵਿੱਚੋਂ ਮਤਾ ਪਾਸ ਹੋਣ ਦਾ ਮਤਲਬ ਇਹ ਨਹੀਂ ਕਿ ਇਹ ਲਾਗੂ ਹੋ ਗਿਆ। ਰਾਜਪਾਲ ਸਾਹਿਬ ਦੇ ਕੋਲ ਮਸਲਾ ਜਾਣਾ ਹੈ, ਉਹਨਾਂ ਨੇ ਦਸਤਖਤ ਕਰਨੇ ਆ ਕਿ ਨਹੀਂ ਕਰਨੇ, ਜੇ ਕਰਨੇ ਆ ਤਾਂ ਕਦੋਂ ਕਰਨੇ। ਹੋ ਸਕਦਾ ਵਾਪਸ ਭੇਜ ਦੇਣ, ਹੋ ਸਕਦਾ ਕੇਂਦਰ ਨੂੰ ਭੇਜ ਦੇਣ, ਕਿਉਂਕਿ ਉਹਨਾਂ ਨੇ ਦੇਖਣਾ ਨਾ ਸੰਵਿਧਾਨਕ ਤੌਰ ਦੇ ਉੱਤੇ ਪੰਜਾਬ ਸਰਕਾਰ ਕੁਝ ਕਰ ਸਕਦੀ ਹੈ ਕਿ ਨਹੀਂ ਕਰ ਸਕਦੀ। ਐਸਜੀਪੀਸੀ ਨੇ ਤਾਂ ਪ੍ਰਧਾਨ ਧਾਮੀ ਸਾਹਿਬ ਨੇ ਵੀ ਹਾਈ ਕੋਰਟ ਦੀ ਇੱਕ ਜੱਜਮੈਂਟ ਦੇ ਵਿੱਚੋਂ ਕੁਝ ਪੜ੍ਹ ਕੇ ਸੁਣਾਇਆ। ਹੁਣ ਇਹ ਇੱਕ ਬਹੁਤ ਵੱਡਾ ਮੁੱਦਾ ਕਿ ਕੀ ਪੰਜਾਬ ਸਰਕਾਰ ਇੱਥੇ ਸਟੈਪ ਲੈ ਸਕਦੀ ਸੀ। ਪੰਜਾਬ ਸਰਕਾਰ ਕਹਿੰਦੀ ਲੈ ਸਕਦੇ, ਐਸਜੀਪੀਸੀ ਵਾਲੇ ਕਹਿੰਦੇ ਤੁਹਾਡੇ ਅਧਿਕਾਰ ਖੇਤਰ 'ਚ ਨਹੀਂ। ਹੁਣ ਰਾਜਪਾਲ ਸਾਹਿਬ ਦੇ ਕੋਲੇ ਫਾਈਲ ਚਲੇ ਜਾਣੀ ਹੈ। ਰਾਜਪਾਲ ਸਾਹਿਬ ਨੇ ਕੀ ਡਿਸੀਜ਼ਨ ਲੈਣਾ ਇਹ ਤਾਂ ਮੈਨੂੰ ਪਤਾ ਨਹੀਂ, ਪਰ ਸੰਧਾਲੀਆ ਸਾਹਿਬ ਇੱਕ ਗੱਲ ਹੈਗੀ ਹੈ, ਰਾਜਪਾਲ ਸਾਹਿਬ ਦੇ ਕੋਲੇ ਫਾਈਲ ਇੱਕ ਨਹੀਂ ਜਾਣੀ, ਇੱਕ ਫਾਈਲ ਉਹਨਾਂ ਦੇ ਕੋਲੇ ਹੋਰ ਜਾਣੀ ਹੈ। ਜਿਸ ਫਾਈਲ ਦੇ ਵਿੱਚ ਰਾਜਪਾਲ ਸਾਹਿਬ ਨੇ ਜਦੋਂ ਪਹਿਲਾ ਸਫਾ ਪਲਟਿਆ ਤੇ ਉਹਦੇ ਵਿੱਚ ਲਿਖਿਆ ਹੋਣਾ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਇਹ ਮਤਾ ਪਾਸ ਕੀਤਾ ਗਿਆ ਹੈ
ਕਿ ਪੰਜਾਬ ਦੀਆਂ ਜਿਹੜੀਆਂ ਯੂਨੀਵਰਸਿਟੀਆਂ ਨੇ ਹੁਣ ਤੱਕ ਉਹਨਾਂ ਦੇ ਚਾਂਸਲਰ ਦੇ ਰੂਪ ਦੇ ਵਿੱਚ ਪੰਜਾਬ ਦੇ ਰਾਜਪਾਲ ਸਾਹਿਬ ਕੰਮ ਕਰਦੇ ਸੀ, ਪਰ ਪੰਜਾਬ ਵਿਧਾਨ ਸਭਾ ਦੇ ਵਿੱਚ ਮਤਾ ਪਾਸ ਕਰ ਦਿੱਤਾ ਗਿਆ ਹੈ ਕਿ ਹੁਣ ਤੋਂ ਪੰਜਾਬ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਚਾਂਸਲਰ ਦੇ ਰੂਪ ਦੇ ਵਿੱਚ ਕੰਮ ਰਾਜਪਾਲ ਸਾਹਿਬ ਨਹੀਂ, ਮੁੱਖ ਮੰਤਰੀ ਪੰਜਾਬ ਕਰਿਆ ਕਰਨਗੇ। ਹੁਣ ਜਦੋਂ ਰਾਜਪਾਲ ਸਾਹਿਬ ਦੇ ਅਧਿਕਾਰ ਘਟਾਉਣ ਵਾਲਾ ਮਤਾ ਵੀ ਫਾਈਲ ਦੇ ਰੂਪ ਦੇ ਵਿੱਚ ਉੱਥੇ ਪਿਆ ਹੋਊਗਾ, ਜਦੋਂ ਰਾਜਪਾਲ ਸਾਹਿਬ ਚਾਂਸਲਰ ਨਹੀਂ ਹੋਣਗੇ, ਮੁੱਖ ਮੰਤਰੀ ਸਾਹਿਬ ਚਾਂਸਲਰ ਹੋਣਗੇ, ਜਦੋਂ ਉਹ ਵੀ ਮਤਾ ਉਸੇ ਤਰ੍ਹਾਂ ਫਾਈਲ ਦੇ ਵਿੱਚ ਪਿਆ ਹੋਊਗਾ। ਸੰਧਾਲੀਆ ਸਾਹਿਬ ਤੁਸੀਂ ਮੈਨੂੰ ਕਾਗਜ਼ ਭੇਜੋ, 2 ਕਾਗਜ਼ ਹੋਣ, ਇੱਕ ਕਾਗਜ਼ ਦੇ ਉੱਤੇ ਵੈਸੇ ਕੋਈ ਸਧਾਰਨ ਗੱਲ ਹੋਵੇ ਜਿਹਦਾ ਮੇਰੇ ਨਾਲ ਨਿੱਜੀ ਤੌਰ ਤੇ ਕੋਈ ਸੰਬੰਧ ਨਹੀਂ, ਤਾਂ ਹੇਠਲੇ ਕਾਗਜ਼ ਦੇ ਉੱਤੇ ਲਿਖਿਆ ਹੋਵੇ ਕਿ ਭਾਈ ਹੁਣ ਤੁਸੀਂ ਮੈਨੂੰ ਮਹੀਨੇ ਦੇ 5 ਨਹੀਂ ਰੁਪਈਏ 7 ਦਿਆ ਕਰੋਗੇ। ਫਿਰ ਪਹਿਲੇ ਕਾਗਜ਼ ਦੇ ਉੱਤੇ ਵੀ ਘੁੱਗੀ ਮਾਰਨ ਲੱਗਿਆ ਮੈਂ ਸਮਾਂ ਤਾਂ ਲਾਉਂਗਾ ਹੀ। ਇਹ ਵੈਸੇ ਬੜੀ ਅਜੀਬ ਗੱਲ ਹੋਈ ਕਿ ਵੀ ਤੁਸੀਂ ਦੇਖੋ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੀਗਾ ਜੀ, ਤੇ ਵਿਸ਼ੇਸ਼ ਇਜਲਾਸ ਦੇ ਵਿੱਚ ਇਹ ਜਿੰਨੇ ਫੈਸਲੇ ਨੇ ਇਹ ਸਾਰੇ ਹੀ ਮਤਲਬ ਉਦਾਂ ਦੇ ਫੈਸਲੇ ਨੇ ਵੀ ਜਿੱਥੇ ਕਿਸੇ ਨਾ ਕਿਸੇ ਧਿਰ ਦੇ ਸਾਹਮਣੇ, ਜਿੱਦਾਂ ਆਪਾਂ ਪੰਜਾਬੀ 'ਚ ਕੋਈ ਮੋਹੜੀ ਕੱਢਣ ਵਾਲੀ ਗੱਲ ਕਰਦੇ ਨੇ, ਉਹ ਪੰਜਾਬ ਸਰਕਾਰ ਵੱਲੋਂ ਕੀਤੀ ਗਈ। ਹੁਣ ਜੇ ਆਪਾਂ ਰਾਜਪਾਲ ਸਾਹਿਬ ਵਾਲੇ ਮੁੱਦੇ ਤੇ ਦੇਖੀਏ ਤੇ ਮੈਨੂੰ ਲੱਗਦਾ ਆਪਾਂ ਨੂੰ ਐਪੀਸੋਡ ਜ਼ਰੂਰ ਯਾਦ ਕਰਾਉਣਾ ਚਾਹੀਦਾ ਵੀ ਜਦੋਂ ਵੱਖ-ਵੱਖ ਯੂਨੀਵਰਸਿਟੀਆਂ ਦੇ ਵਿੱਚ ਚਾਂਸਲਰ ਨਿਯੁਕਤ ਕੀਤੇ ਜਾਂਦੇ ਨੇ, ਵਾਈਸ ਚਾਂਸਲਰ ਨਿਯੁਕਤ ਕੀਤੇ ਜਾਂਦੇ ਨੇ, ਤੇ ਰਾਜਪਾਲ ਸਾਹਿਬ ਦੇ ਕੋਲ ਫਾਈਲ ਜਾਂਦੀ ਆ ਤੇ ਰਾਜਪਾਲ ਸਾਹਿਬ ਨੂੰ ਪਤਾ ਨਹੀਂ ਲੱਗਦਾ। ਬਾਅਦ ਦੇ ਵਿੱਚ ਇੱਕ ਵਾਈਸ ਚਾਂਸਲਰ ਸਾਹਿਬ ਗਵਰਨਰ ਸਾਹਿਬ ਕੋਲ ਜਾਂਦੇ ਆ ਜੀ, ਉਹ ਕਹਿੰਦੇ ਜੀ ਕੋਈ ਸਰਦਾਰ ਜੀ ਤੁਹਾਨੂੰ ਮਿਲਣਾ ਚਾਹੁੰਦੇ। ਉਹ ਕਹਿੰਦੇ ਅੱਛਾ ਜੀ ਕੌਣ ਨੇ? ਉਹ ਕਹਿੰਦੇ ਜੀ ਵਾਈਸ ਚਾਂਸਲਰ ਨੇ ਕਿਸੇ ਯੂਨੀਵਰਸਿਟੀ ਦੇ, ਤੇ ਉਹਨਾਂ ਨੇ ਕੋਈ ਨੇਂਦਾ ਦੇਣਾ ਤੁਹਾਨੂੰ ਵੀ ਕੋਈ ਇਨਵੀਟੇਸ਼ਨ ਹੈ। ਉਹ ਜਦੋਂ ਇਨਵੀਟੇਸ਼ਨ ਦੇਣ ਜਾਂਦੇ ਆ ਤੇ ਗਵਰਨਰ ਸਾਹਿਬ ਪੁੱਛਦੇ ਆ ਜੀ ਤੁਸੀਂ ਕੌਣ? ਉਹ ਕਹਿੰਦੇ ਜੀ ਮੈਂ ਵਾਈਸ ਚਾਂਸਲਰ ਆ ਉੱਥੋਂ ਯੂਨੀਵਰਸਿਟੀ ਦਾ। ਉਹ ਕਹਿੰਦੇ ਯਾਰ ਮੈਂ ਤਾਂ ਬਣਾਇਆ ਨਹੀਂ ਤੁਹਾਨੂੰ, ਤੁਸੀਂ ਵਾਈਸ ਚਾਂਸਲਰ ਕਿਹੜੇ ਹਿਸਾਬ ਨਾਲ ਬਣ ਗਏ? ਉਹ ਨਾਲ ਹੀ ਚਿੱਠੀਆਂ ਨਿਕਲ ਜਾਂਦੀਆਂ ਨੇ ਪੰਜਾਬ ਸਰਕਾਰ ਨੂੰ ਵੀ ਇਹ ਕਿਸ ਹਿਸਾਬ ਨਾਲ ਤੁਸੀਂ ਵਾਈਸ ਚਾਂਸਲਰ ਬਣਾਈ ਜਾਂਦੇ ਹੋ, ਇਹ ਵਾਈਸ ਚਾਂਸਲਰ ਬਣਾਉਣ ਦਾ ਅਧਿਕਾਰ ਤੇ ਮੇਰੇ ਕੋਲ ਹੋਵੇਗਾ, ਮੈਂ ਦੱਸਾਂਗਾ, ਦਸਤਖਤ ਮੈਂ ਕਰਾਂਗਾ, ਦਸਤਖਤ ਮੇਰੇ ਹੋਣਗੇ, ਤੁਸੀਂ ਸਿਰਫ ਮੈਨੂੰ ਪੈਨਲ ਭੇਜਣਾ ਹੈ ਤੇ ਉਸ ਪੈਨਲ ਚੋਂ ਮੈਂ ਚੂਜ਼ ਕਰਾਂਗਾ ਵੀ ਕਿਹਨੂੰ ਵਾਈਸ ਚਾਂਸਲਰ ਬਣਾਉਣਾ ਕਿਹਨੂੰ ਨਹੀਂ ਬਣਾਉਣਾ। ਉਹ ਐਪੀਸੋਡ ਮੈਂ ਤਾਂ ਯਾਦ ਕਰਾਇਆ ਵੀ ਪਿਛਲੇ ਸਮੇਂ ਫਿਰ ਬੜਾ ਰੇੜਕਾ ਪਿਆ ਸੀ ਉੱਥੇ। ਫਿਰ ਉਹਦੇ ਤੋਂ ਬਾਅਦ ਇਸ ਚੀਜ਼ ਦੇ ਉੱਪਰ ਚਰਚਾ ਸੀ ਕਿ ਵਾਈਸ ਚਾਂਸਲਰ ਲਾਉਣਾ ਤਾਂ ਚਾਂਸਲਰ ਯਾਨੀ ਕਿ ਗਵਰਨਰ ਸਾਹਿਬ ਨੇ ਲਾਉਣਾ, ਤੇ ਵੈਸੇ ਜਿਹੜੇ ਉਹਦੇ ਇੰਚਾਰਜ ਕਰਤਾ ਧਰਤਾ ਨੇ ਉਹ ਗਵਰਨਰ ਸਾਹਿਬ ਨੇ, ਚਾਂਸਲਰ ਸਾਹਿਬ ਨੇ। ਹੁਣ ਜਦੋਂ ਅਗਲੇ ਆਂਦੇ ਹੋਣੇ ਵੀ ਯਾਰ ਗਵਰਨਰ ਸਾਹਿਬ ਚਾਂਸਲਰ ਨੇ, ਇਹ ਕਿਤੇ ਲਿਖਿਆ ਤਾਂ ਨਹੀਂ? ਉਹ ਕਹਿੰਦੇ ਜੀ ਲਿਖਿਆ ਤਾਂ ਹੁੰਦਾ ਜੀ ਅਧਿਕਾਰ ਦੇ ਤੌਰ ਤੇ। ਫਿਰ ਉਸ ਦਾ ਕਿਸੇ ਨੇ ਸਲਾਹ ਦਿੱਤੀ ਹੋਵੇ ਵੀ ਉਹ ਜੀ ਹੁੰਦਾ ਆ, ਪਰ ਜੇ ਵਿਧਾਨ ਸਭਾ ਚਾਹਵੇ ਤੇ ਚਾਂਸਲਰ ਮੁੱਖ ਮੰਤਰੀ ਨੂੰ ਬਣਾ ਲਓ, ਕਿੱਡੀ ਗੱਲਾਂ ਸਲਾਹ। ਮੈਨੂੰ ਲੱਗਦਾ ਜਦੋਂ ਇੱਕ ਜਹਾਜ਼ ਜੁੜਿਆ ਸੀ ਤਾਂ ਕਲਕੱਤੇ ਨੂੰ ਗਿਆ ਸੀ, ਉਹਦੇ ਵਿੱਚ ਕੇਜਰੀਵਾਲ ਸਾਹਿਬ, ਭਗਵੰਤ ਮਾਨ ਸਾਹਿਬ, ਰਾਘਵ ਚੱਡਾ, ਸੰਜੇ ਸਿੰਘ ਤੇ ਬੀਬੀ ਆਤਸ਼ੀ ਸੀ, ਤੇ ਜਾ ਕੇ ਬੀਬੀ ਮਮਤਾ ਬੈਨਰਜੀ ਨਾਲ ਮੁਲਾਕਾਤ ਉਹਨਾਂ ਨੇ ਕਲਕੱਤੇ ਕੀਤੀ ਸੀ। ਮਸਲਾ ਤਾਂ ਕੋਈ ਹੋਰ ਸੀ, ਪਰ ਭਗਵੰਤ ਮਾਨ ਸਾਹਿਬ ਨੇ 2-4 ਚੀਜ਼ਾਂ ਪੁੱਛ ਲਈਆਂ ਹੋਣੀਆਂ, ਕਿਉਂਕਿ ਸਭ ਤੋਂ ਪਹਿਲਾਂ ਪੱਛਮੀ ਬੰਗਾਲ ਨੇ ਇਹ ਕੰਮ ਕੀਤਾ ਸੀ ਕਿ ਭਾਈ ਚਾਂਸਲਰ ਸੂਬੇ ਦਾ ਰਾਜਪਾਲ ਨਹੀਂ ਮੁੱਖ ਮੰਤਰੀ ਹੋਏਗਾ। ਨਹੀਂ, ਉਹਦਾ ਮੈਨੂੰ ਲੱਗਦਾ ਵੀ ਆਪਾਂ ਦੇਸੀ ਉਦਾਹਰਨ ਦਾ ਹੀ ਹੈ ਨਾ, ਜਿੱਦਾਂ ਆਮ ਰਿਸ਼ਤੇਦਾਰੀ 'ਚ ਕਿਤੇ ਦੂਰ ਨੇੜੇ ਮਿਲਣ ਗਿਲਣ ਜਾਣਾ ਪਵੇ ਤੇ ਉੱਥੇ ਗੱਲ ਚੱਲ ਪਈ ਵੀ ਇਹ ਕਿੱਦਾਂ ਜੀ ਤੁਹਾਡਾ? ਉਹ ਕਹਿੰਦਾ ਜੀ ਅਸੀਂ ਵੀ ਫੋਰਡ ਟਰੈਕਟਰ ਲੈ ਲਿਆ। ਉਹ ਕਹਿੰਦੇ ਕਿੱਦਾਂ ਚੱਲਦਾ? ਕਹਿੰਦੇ ਫੋਰਡ ਟਰੈਕਟਰ ਵੈਸੇ ਤੇ ਬੜਾ ਵਧੀਆ ਚੱਲਦਾ, ਗੇਅਰ ਅੜ ਜਾਂਦਾ ਇਹਦਾ, ਉਦੋਂ ਬੜੀ ਦਿੱਕਤ ਆਉਂਦੀ ਆ। ਉਹ ਫਿਰ ਮੁੜ ਕੇ ਬੜੇ ਔਖੇ ਹੋਈਦਾ ਵੀ ਹੁਣ ਗੇਅਰ ਦਾ ਕੀ ਕਰੀਏ। ਉਹ ਫਿਰ ਅਗਲਾ ਕਿਸੇ ਰਿਸ਼ਤੇਦਾਰ ਗੱਲ ਕਰਦਾ ਯਾਰ ਸਾਡੇ ਕੋਲ ਵੀ ਫੋਰਡ ਟਰੈਕਟਰ ਸੀਗਾ। ਉਹ ਕਹਿੰਦੇ ਫਿਰ ਤੁਸੀਂ ਕਹਿੰਦੇ ਵੀ ਅਸੀਂ ਨਾ ਉਹਦਾ ਪੱਕਾ ਹੀ ਗੇਅਰ ਕੱਢ ਦਿੱਤਾ ਇੱਧਰੋਂ, ਤੇ ਹੁਣ ਨਾ ਉਹਦਾ ਗੇਅਰ ਫਸਦਾ ਤੇ ਨਾ ਸਾਨੂੰ ਗੇਅਰ 'ਚ ਕੋਈ ਮੁਸ਼ਕਲ ਆਉਂਦੀ ਵੀ। ਅਗਲਾ ਬੰਦਾ ਕਹਿੰਦਾ ਢੰਗ ਤਰੀਕਾ ਕੀ ਆ? ਉਹ ਕਹਿੰਦੇ ਢੰਗ ਤਰੀਕਾ ਕੋਈ ਜ਼ਰੂਰੀ ਨਹੀਂ ਵੀ ਮਿਸਤਰੀ ਇੱਥੇ ਲਿਆਉਣ ਦੀ ਲੋੜ ਆ, ਤੁਸੀਂ ਆਪਣੇ ਪਿੰਡ ਵੀ ਜਾ ਕੇ ਕਰ ਸਕਦੇ, ਬਸ ਇੱਥੋਂ ਨਟ ਖੋਲ ਕੇ ਇਦਾਂ ਕੱਸਣੇ ਆ। ਉਹ ਮੈਨੂੰ ਲੱਗਦਾ ਜਿੱਦਾਂ ਪੰਜਾਬ 'ਚ ਆਮ ਰਿਸ਼ਤੇਦਾਰੀ ਦੇ ਵਿੱਚ ਕੋਈ ਤਰੀਕਾ ਲੱਭ ਜਾਂਦਾ, ਉਹ ਤਰੀਕਾ ਮਮਤਾ ਬੈਨਰਜੀ ਹੋਰਾਂ ਨੇ ਦੱਸਤਾ ਵੀ ਫੋਰਡ ਟਰੈਕਟਰ ਦਾ ਗੇਅਰ ਜਿਹੜਾ ਤੁਸੀਂ ਕਿੱਦਾਂ ਸੈੱਟ ਕਰ ਸਕਦੇ ਵੀ ਦੁਬਾਰਾ ਫਸੇ ਨਾ। ਇਹ ਗੱਲ ਤੁਹਾਡੀ ਠੀਕ ਆ ਵੀ ਆਈਡੀਆ ਉਧਰੋਂ ਆਇਆ ਲੱਗਦਾ ਸੀ, ਅਗਲਿਆਂ ਟਾਪਾ ਖੋਲ ਕੇ ਸੈੱਟ ਕਰ ਲਿਆ। ਸੰਧਾਲੀਆ ਸਾਹਿਬ ਹੁਣ ਇੱਕ ਮਸਲਾ ਤਾਂ ਗੁਰਬਾਣੀ ਪ੍ਰਸਾਰਣ ਦਾ ਹੋ ਗਿਆ, ਦੂਸਰਾ ਚਾਂਸਲਰ ਸਾਹਿਬ ਵਾਲਾ ਹੋ ਗਿਆ, ਤੀਸਰਾ ਮੁੱਦਾ ਪੇਂਡੂ ਵਿਕਾਸ ਫੰਡ ਵਾਲਾ। 3600 ਕਰੋੜ ਰੁਪਈਆ ਪੰਜਾਬ ਦੀ ਸਰਕਾਰ ਨੇ ਆਖਿਆ ਕਿ ਸਾਡਾ ਦੇਣਾ ਕੇਂਦਰ ਸਰਕਾਰ ਨੇ, ਅਸੀਂ ਮੰਗਦੇ ਨਹੀਂ, ਸਾਡਾ ਹੱਕ ਬਣਦਾ ਜੀ। ਚਿੱਠੀਆਂ ਪਾਈਆਂ, ਮੰਤਰੀ ਪੰਜਾਬ ਦੇ ਮਿਲਣ ਗਏ ਕੇਂਦਰ ਸਰਕਾਰ ਦੇ ਮੰਤਰੀਆਂ ਨੂੰ, ਮੁੱਖ ਮੰਤਰੀ ਖੁਦ ਗਏ, ਜਾ ਕੇ ਬੇਨਤੀ ਕੀਤੀ ਕਿ ਭਾਈ ਦੇ ਦਿਓ ਪੈਸੇ, ਸਾਡਾ ਹੱਕ ਬਣਦਾ, ਸਾਡੇ ਪਿੰਡਾਂ ਦੇ ਡਿਵੈਲਪਮੈਂਟ ਦੇ ਕੰਮ ਜਿਹੜੇ ਆ ਉਹ ਅਧੂਰੇ ਪਏ ਆ। ਉਧਰਲੇ ਪਾਸਿਓਂ ਕੋਈ ਚਿੱਠੀ ਪੱਤਰੀ ਨਹੀਂ, ਕੋਈ ਕੁਛ ਨਹੀਂ, ਤੇ ਉਹਨਾਂ ਨੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਮਤਾ ਲੈ ਆਂਦਾ ਕਿ ਭਾਈ ਪ੍ਰਸਤਾਵ ਹੈ ਕਿ ਸਾਡਾ ਹੱਕ ਬਣਦਾ, ਸਾਡੇ ਸੂਬੇ ਦੀ ਫਸਲ ਹੁੰਦੀ ਆ, ਮੰਡੀਆਂ 'ਚ ਵਿਕਣ ਜਾਂਦੀ ਹੈ, ਉਹਦੇ ਵਿੱਚੋਂ ਇੱਕ ਫੰਡ ਕੱਟਿਆ ਜਾਂਦਾ, ਉਹ ਫਿਰ ਕੇਂਦਰ ਸਰਕਾਰ ਨੇ ਸਾਡੇ ਹੀ ਪੈਸੇ ਦਿੱਲੀੋਂ ਲਿਆ ਕੇ ਸਾਨੂੰ ਦੇਣੇ ਹੁੰਦੇ ਆ ਕਿ ਉਹ 3600 ਕਰੋੜ ਬਣਦਾ ਦਿੰਦੇ ਨਹੀਂ, ਸਾਡੇ ਪੰਜਾਬ ਦੇ ਨਾਲ ਧੱਕਾ ਹੋ ਰਿਹਾ। ਮਤਾ ਪੇਸ਼ ਕੀਤਾ, ਮਤਾ ਪਾਸ ਹੋ ਗਿਆ।
ਪਰ ਇਹਦੇ ਨਾਲ ਜਿਹੜੀ ਇੱਕ ਗੱਲ ਭਗਵੰਤ ਮਾਨ ਸਾਹਿਬ ਨੇ ਕਹਿਤੀ, ਤੱਤੇ ਬੜੇ ਚੱਲਦੇ ਇੱਕ ਤਾਂ ਅੱਜਕੱਲ ਭਗਵੰਤ ਮਾਨ ਸਾਹਿਬ, ਉਹ ਕਹਿੰਦੇ ਜੀ ਦੇਖੋ ਅਸੀਂ ਬੇਨਤੀ ਕਰਦੇ ਹਾਂ ਹਫ਼ਤੇ ਖੰਡ ਦੇ ਵਿੱਚ ਸਾਨੂੰ ਪੈਸੇ ਦੇ ਦਿਓ, ਬਹੁਤੇ ਲੇਟ ਨਾ ਕਰਿਓ, ਸਾਡਾ ਕੰਮਕਾਰ ਜਿਹੜਾ ਇਦਾਂ ਚੱਲਦਾ ਨਹੀਂ ਹੈਗਾ ਪੰਜਾਬ ਦਾ, 3600 ਕਰੋੜ ਰੁਪਈਆ, ਨਹੀਂ ਤਾਂ ਫਿਰ 1 ਜੁਲਾਈ ਨੂੰ ਨਾ ਸੁਪਰੀਮ ਕੋਰਟ ਖੁੱਲ ਜਾਣੀ ਹੈ। ਇਹਦਾ ਮਤਲਬ ਪੰਜਾਬ ਸਰਕਾਰ ਨੇ ਨਾ ਕਹਿ ਕੇ ਵੀ ਕਹਿ ਦਿੱਤਾ ਕਿ ਜੇ ਤਾਂ ਤੁਸੀਂ ਹਫ਼ਤੇ 'ਚ ਪੈਸੇ ਦੇ ਦਿਓਗੇ 25-26 ਜੂਨ ਤੱਕ ਸਾਨੂੰ ਆ ਗਿਆ ਠੀਕ ਹੈ, ਨਹੀਂ ਤਾਂ ਫਾਈਲ ਸਾਡੀ ਤਿਆਰ ਹੋਊਗੀ, ਵਕੀਲ ਸਾਡੇ ਸਰਕਾਰੀ ਨੇ, ਤਨਖਾਹਾਂ ਨੂੰ ਦੇ ਦੀਆਂ ਤੇ ਅਸੀਂ ਮਾਣਯੋਗ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਆਖਾਂਗੇ ਕਿ ਭਾਈ ਕੇਂਦਰ ਦੀ ਸਰਕਾਰ ਸਾਡੇ ਸੂਬੇ ਦੇ ਪੈਸੇ ਨਹੀਂ ਦਿੰਦੀ। ਹੁਣ ਜੇ ਤਾਂ 10 ਦਿਨਾਂ ਦੇ ਵਿੱਚ ਰੁਪਈਏ 3600 ਕਰੋੜ ਆ ਗਿਆ, ਕਿਸ਼ਤਾਂ ਜੀ ਭਾਵੇਂ ਆ ਜਾਣ ਫਿਰ ਤਾਂ ਠੀਕ ਹੈ, ਨਹੀਂ ਤਾਂ ਸੰਧਾਲੀਆ ਸਾਹਿਬ ਜਿੱਦਾਂ ਰਾਜਪਾਲ ਸਾਹਿਬ ਦੇ ਨਾਲ ਚਾਂਸਲਰ ਦੇ ਮੁੱਦੇ ਤੇ ਗੱਲ ਖੜਕਣੀ ਹੈ, ਉਸੇ ਤਰੀਕੇ ਖੜਕਾ ਦੜਕਾ ਇੱਧਰ ਵੀ ਹੋ ਜਾਣਾ ਕੇਂਦਰ ਨਾਲ। ਮੈਨੂੰ ਲੱਗਦਾ ਵੀ ਸੁਪਰੀਮ ਕੋਰਟ ਖੋਲਣ ਦੀ ਉਡੀਕ ਨਾ ਬਿਲਕੁਲ ਉਸ ਤਰੀਕੇ ਆਮ ਆਦਮੀ ਪਾਰਟੀ ਕਰ ਰਹੀ ਆ, ਭਾਵੇਂ ਪੰਜਾਬ ਵਾਲੀ ਹੋਵੇ ਭਾਵੇਂ ਦਿੱਲੀ ਵਾਲੇ। ਜਿੱਦਾਂ ਨਿਆਣੇ ਨੂੰ ਛੁੱਟੀ ਹੋਵੇ ਤੇ ਕਿਸੇ ਵੇਲੇ ਉਹ ਹੱਟੀ ਨਹੀਂ ਜਿਹੜੀ ਇੱਕੋ ਇੱਕ ਹੱਟੀ ਹੁੰਦੀ ਪਿੰਡ 'ਚ, ਉਹ ਖੁੱਲਣ ਦੀ ਉਡੀਕ ਕਰਦਾ ਵੀ ਕਦੋਂ ਹੱਟੀ ਖੋਲੇ ਤੇ ਕਦੋਂ ਮੈਂ ਰੁਪਈਆ ਲੈ ਕੇ ਤੇ ਉੱਥੇ ਜਾਵਾਂ, ਇਮਲੀ ਖਾ ਕੇ ਆਵਾਂ, ਇਮਲੀ ਖਾਵਾਂ, ਉਹ ਸੰਤਰੇ ਵਾਲੀਆਂ ਗੋਲੀਆਂ ਲੈਣੀਆਂ ਉੱਥੋਂ। ਉਹ ਹੁਣ ਹੱਟੀ ਹੋ ਸਕਦਾ ਵੀ ਅਗਲਾ ਬੰਦਾ ਕਿ ਖੁੱਲੀ ਅਜੇ ਨਹੀਂ ਯਾਰ, ਅਜੇ ਨਹੀਂ ਖੁੱਲੀ ਹੋਏ। ਹੁਣ ਉਹਨਾਂ ਨੂੰ ਆਈਡੀਆ ਹੋ ਗਿਆ ਵੀ ਲਾਲੇ ਨੇ ਇੰਨੇ ਕੁ ਵਜੇ ਸ਼ਹਿਰੋਂ ਆਉਣਾ, ਉਹ ਜਿਹੜੀ ਪੁਰਾਣੇ ਤਾਂ ਨੇ ਮੋਪੜ ਜੀ ਦੇ ਉੱਪਰ ਮਗਰ ਡੱਬੇ ਦੇ ਵਿੱਚ ਬ੍ਰੈਡਾਂ ਬਰੁੱਡਾਂ ਥੋੜਾ ਜਿਹੀ ਲੱਦ ਕੇ ਸਮਾਨ, ਉਦੋਂ ਫਿਰ ਉਹਨੇ ਆਣ ਕੇ ਸਕੂਟਰੀ ਲਾ ਕੇ ਅੰਦਰ ਸੌਦਾ ਹੱਟੀ 'ਚ ਰੱਖ ਕੇ ਫੇਰ ਖੋਲ ਲੈਣੀ, ਫੇਰ ਆਪਾਂ ਚੱਲਾਂਗੇ। ਹੁਣ ਮੈਨੂੰ ਲੱਗਦਾ ਵੀ ਇੱਕ ਤੇ ਇਧਰੋਂ ਜੇ ਨਾ RDF ਦਾ ਪੈਸਾ ਆਇਆ ਤੇ ਪੰਜਾਬ ਸਰਕਾਰ ਨੇ ਚਲੇ ਜਾਣਾ ਸੁਪਰੀਮ ਕੋਰਟ। ਦੂਸਰਾ ਹੋ ਸਕਦਾ ਕੇਜਰੀਵਾਲ ਸਾਹਿਬ ਨੇ ਵੀ ਆਪਣੇ ਵਕੀਲਾਂ ਦੀ ਟੀਮ ਰਾਜ਼ੀ ਕੀਤੀ ਹੋਵੇ ਵੀ ਉਹ ਮਹਾਰਾਜ ਜਿਹੜਾ ਸੁਪਰੀਮ ਕੋਰਟ 'ਚ 8 ਸਾਲ ਲੜ ਕੇ ਕੇਸ ਜਿੱਤਿਆ ਸੀ ਕਿ ਵੀ ਆਹ ਲਓ ਜੀ ਪ੍ਰਸ਼ਾਸਨਿਕ ਅਹੁਦੇਦਾਰੀਆਂ ਅਫਸਰਾਂ ਦੇ ਤਬਾਦਲੇ ਸਾਰਾ ਕੁਝ ਚੁਣੀ ਹੋਈ ਸਰਕਾਰ ਨੂੰ ਹੱਕ ਹੋਊਗਾ, ਉਹ ਗਵਰਨਰ ਸਾਹਿਬ ਤੋਂ ਲਾਂਭੇ ਕਰ ਲਿਆ ਸੀ ਤੇ ਆਰਡੀਨੈਂਸ ਲਿਆ ਕੇ ਕੇਂਦਰ ਸਰਕਾਰ ਨੇ ਉਧਰ ਵੀ 8 ਦਿਨਾਂ 'ਚ ਗੇਰ ਫਸਾਤਾ ਸੀ ਤੇ ਉਦਣ ਦਾ ਗੇਰ ਫਸਿਆ ਉਹ ਵੀ ਹੋ ਸਕਦਾ ਸੁਪਰੀਮ ਕੋਰਟ ਜਾ ਕੇ ਕਢਾਉਣ ਦੀ ਕੋਸ਼ਿਸ਼ ਕਰਨ ਵੀ ਮਾਲਕੋ ਆ ਦੇਖੋ ਅਸੀਂ ਤੇ 8 ਸਾਲ ਕੇਸ ਲੜ ਕੇ ਤੇ ਆ ਫੈਸਲਾ ਆਪਣੇ ਹੱਕ 'ਚ ਕਰਾਇਆ, ਇਹਨਾਂ ਨੇ 8 ਦਿਨ ਨਹੀਂ ਪੈਣ ਦਿੱਤੇ, ਜਿਹਦੇ ਤੇ ਵੀ ਕੁਛ ਨਾ ਕੁਛ ਹੋਣਾ ਚਾਹੀਦਾ। ਨਹੀਂ ਜ਼ਰੂਰੀ ਹੈ ਸੰਧਾਲੀਆ ਸਾਹਿਬ, ਤੁਸੀਂ ਦੇਖੋ ਹੁਣ ਮੈਨੂੰ ਐਂ ਲੱਗਦਾ ਕਿ ਸੁਪਰੀਮ ਕੋਰਟ ਜਾਣ ਤੋਂ ਪਹਿਲਾਂ ਨਿਬੜ ਜਾਏ, ਕਿਉਂਕਿ ਹੋ ਸਕਦਾ ਕਿ ਕੇਂਦਰ ਵਾਲੇ ਕਹਿਣ ਕਿ ਤੁਹਾਡੇ ਵੀ ਪਹਿਲੇ ਬੰਦਿਆਂ ਨੇ, ਤੁਹਾਡੀਆਂ ਸਰਕਾਰਾਂ ਨੇ ਪੰਜਾਬ ਦੀ ਨਿਯਮਾਂ ਮੁਤਾਬਕ ਨਹੀਂ ਚੱਲੀਆਂ, ਸਾਨੂੰ ਨਹੀਂ ਪਤਾ ਚੱਲੀਆਂ ਕਿ ਨਹੀਂ ਚੱਲੀਆਂ, ਕਿਉਂਕਿ ਜਿਨ੍ਹਾਂ ਨੇ ਪੌਣੇ 5 ਸਾਲ ਸਰਕਾਰ ਚਲਾਈ ਸੀ ਕੈਪਟਨ ਸਾਹਿਬ ਨੇ, ਉਹ ਭਾਰਤੀ ਜਨਤਾ ਪਾਰਟੀ 'ਚ ਹੀ ਨੇ, ਉਹਨਾਂ ਨੂੰ ਨੇੜਿਓਂ ਛੇਤੀ ਸ਼ਾਇਦ ਪੁੱਛਿਆ ਜਾ ਸਕਦਾ, ਗੱਲਬਾਤ ਹੁੰਦੀ ਰਹਿੰਦੀ ਹੋਣੀ ਹੈ। ਨਹੀਂ ਪੁੱਛਣਗੇ ਕਿਦਾਂ, ਉਹ ਕਿਹੜਾ ਰੈਲੀ ਜਾਂਦੇ ਆ, ਉਹ ਕਹਿੰਦੇ ਕੋਈ ਗੱਲ ਕਰਨੀ ਹੈ ਤੇ ਸਿਸਟਮ ਫਾਰਮ 'ਚ ਆ ਜਾਓ, ਫਿਰ ਦੇਖਦੇ ਹਾਂ, ਨਾਲੇ ਖਾਣਾ ਬਣਾਵਾਂਗੇ ਤੇ ਖਾਵਾਂਗੇ, ਅਸਾਂ ਬਣਾਉਣਾ ਤੁਸੀਂ ਖਾਣਾ ਹੈ ਬਸ। ਹੁਣ ਸੰਧਾਲੀਆ ਸਾਹਿਬ ਤੁਸੀਂ ਦੇਖੋ, ਮੈਨੂੰ ਲੱਗਦਾ ਕਿ ਆਉਣ ਵਾਲਾ ਸਮਾਂ ਥੋੜਾ ਜਿਹਾ ਰੱਫੜ ਵਾਲਾ ਸਮਾਂ ਹੈ। ਹੁਣ ਜੇ ਕੇਂਦਰ ਦੀ ਸਰਕਾਰ ਦੇ ਕਿਸੇ ਮੰਤਰੀ ਦੇ ਕੰਨਾਂ ਤੱਕ ਇਹ ਗੱਲ ਪੈ ਗਈ ਕਿ ਅਗਲੇ ਭਾਈ 1 ਜੁਲਾਈ ਨੂੰ ਸੁਪਰੀਮ ਕੋਰਟ ਦੀ ਗੱਲ ਕਹਿੰਦੇ ਆ, ਤਾਂ ਜੇ ਰਾਜਪਾਲ ਸਾਹਿਬ ਨੇ ਦੱਸ ਦਿੱਤਾ ਕਿ ਮੈਨੂੰ ਤਾਂ ਚਾਂਸਲਰ ਦੀ ਕੁਰਸੀ ਤੋਂ ਲਾਉਣ ਨੂੰ ਫਿਰਦੇ ਆ, ਹੋ ਸਕਦਾ ਕੇਂਦਰ ਵਾਲੇ ਵੀ ਕਹਿਣ ਕਿ ਅੱਛਾ ਆ ਗੁਰਬਾਣੀ ਪ੍ਰਸੰਨਾਂ ਵਾਲਾ ਤੁਸੀਂ ਕਿਵੇਂ ਪਾਸ ਕਰ ਦਿੱਤਾ, ਗੱਲ ਤਾਂ ਸਾਡੇ ਅਧਿਕਾਰ ਖੇਤਰ ਦੇ ਵਿੱਚ ਆਂਦੀ ਸੀ, ਵੈਸੇ ਹੀ ਗੱਲ ਕਰਦਾ। ਤੇ ਚੌਥਾ ਮਸਲਾ ਵੀ ਤਕਰੀਬਨ ਇਸੇ ਤਰੀਕੇ ਪੰਜਾਬ ਤੇ ਕੇਂਦਰ ਦੇ ਵਿਚਾਲੇ ਹਲਕੇ ਟਕਰਾਅ ਦਾ ਕਾਰਨ ਬਣ ਸਕਦਾ। ਵੈਸੇ ਆ ਜਿਹੜੀ ਗਰਾਰੀ ਆ ਨਾ ਵੀ ਕੇਂਦਰ ਸਰਕਾਰ ਨੇ ਜੇ ਕਹਿਤਾ ਵੀ ਅਧਿਕਾਰ ਸਾਡੇ 'ਚ ਆਉਂਦਾ ਸੀ ਅਸੀਂ ਕਰਾਂਗੇ, ਉੱਥੇ ਜਿੱਦਾਂ ਮਾਨ ਸਾਹਿਬ ਉਦੋਂ ਵੀ ਕਹਿੰਦੇ ਸੀ, ਮੇਰਾ ਖਿਆਲ ਹੋ ਸਕਦਾ ਇਸ ਚੀਜ਼ ਦੇ ਉੱਪਰ ਗੇਰ ਫਸਾ ਲੈਣ ਵੀ ਜਦੋਂ ਦੇ ਪੰਜਾਬ ਸਰਕਾਰ ਫੈਸਲਾ ਕਰਦੀ ਆ ਫਿਰ ਸਾਹਮਣੇੋਂ ਕਿਹਾ ਜਾਂਦਾ ਵੀ ਕੋਈ ਸਰਕਾਰ ਵਿੱਚ ਦਖਲ ਨਾ ਦੇਵੇ, ਜਦੋਂ ਕੇਂਦਰ ਸਰਕਾਰ ਕਹਿੰਦੀ ਵੀ ਅਸੀਂ ਕਰ ਦਾਂਗੇ ਫਿਰ ਕਹਿੰਦੇ ਹਾਂਜੀ ਇਹ ਕਰ ਸਕਦੇ ਨੇ, ਵੀ ਕੀ ਗੱਲ ਉਹ ਸਰਕਾਰ ਨਹੀਂ। ਮੰਨ ਲਓ ਤਰਕ ਦੇਣਗੇ ਉਹ, ਤਾਂ ਫਿਰ ਉਹਨਾਂ ਨੇ RDF ਦੇ ਮੁੱਦੇ ਤੇ ਕਿਹੜਾ ਜਵਾਬ ਦਿੱਤਾ, ਇਹ ਤੇ ਵੀ ਨਾ ਦੇਣਗੇ। ਵੈਸੇ ਗੱਲ ਹੀ ਕੀਤੀ ਆ, ਜਾਨੀ ਜ਼ਰੂਰੀ ਮੈਂ ਤੁਹਾਨੂੰ ਸਵੇਰੇ ਉੱਠ ਕੇ ਮੈਂ ਤੁਹਾਨੂੰ ਸਤਿ ਸ੍ਰੀ ਅਕਾਲ ਬੁਲਾਉਣਾ, ਮੈਂ ਵੀ 2 ਵਾਰ ਨਾ ਤੁਹਾਡਾ ਜੀ ਕਰੇ ਤੁਸੀਂ ਇੱਕ ਵਾਰੀ ਬੁਲਾਉਂਦੇ ਹੋ, ਨਹੀਂ ਜੀ ਕਰੇ ਤੁਸੀਂ ਮੂੰਹ ਵੀ ਨਹੀਂ ਲਾਉਂਦੇ, ਪਰ ਮੇਰਾ ਕੰਮ ਬਣਦਾ ਨਾ, ਮੈਂ ਸਤਿ ਸ੍ਰੀ ਅਕਾਲ ਸਵੇਰੇ ਉੱਠ ਕੇ ਸਤਿ ਸ੍ਰੀ ਅਕਾਲ ਬੁਲਾਉਣੀ ਜਦੋਂ ਮੈਂ ਤੁਹਾਨੂੰ ਗਰਮ ਤੌਲੀਆ ਫੜਾ ਕੇ ਜਾਣਾ, ਮੇਰਾ ਕੰਮ ਹੈ। ਮੈਂ ਗੱਲਾਂ WhatsApp ਉਹ ਮੈਂ ਅੰਦਰ ਵਿਖਾਵਾਂ ਗੱਡੀ 'ਚ ਇੱਕ ਪਾਟਾ ਜਿਹਾ ਕੰਬਲ ਮੈਨੂੰ ਦਿੱਤਾ, ਆਪ ਸਰਦਾਰ ਚਿੱਟੀ ਰਜਾਈ ਚਿੱਟਾ ਸਰਾਣਾ ਲੈ ਕੇ ਸੌਂਦਾ। ਜਦੋਂ ਮੇਰੀ ਗੱਲ ਸੁਣੋ, ਜਿਹੜੀ ਚੀਜ਼ ਛੋਟੀ ਹੋਵੇ ਨਾ, ਠੰਡ ਪੈਂਦੀ ਪਤਾ ਵੀ ਜਾਂ ਇਹ ਚੋਂ ਲੱਤਾਂ ਨੰਗੀਆਂ ਰਹਿਣੀਆਂ ਜਾਂ ਸਿਰ ਤੇ ਰਜਾਈ ਫਿਰ ਮੈਨੂੰ ਹੀ ਦੇਣੀ ਹੈ। ਨਹੀਂ ਪਰ ਸਤਿਕਾਰ ਤੇ ਕਰਦੇ ਨੇ, ਦੱਸੋ। ਨਹੀਂ ਚਲੋ ਠੀਕ ਹੈ ਮਹਾਰਾਜ, ਦੱਸਿਆ ਚਿੱਟੀ ਰਜਾਈ ਗੱਲਾਂ ਬਹੁਤ ਸੰਧਾਲੀਆ ਸਾਹਿਬ ਐਵੇਂ ਨਾ ਇਲੈਕਸ਼ਨ ਲਾਗੇ ਕਰਕੇ ਕਰੋ। ਇੱਕ ਚੌਥੀ ਚੀਜ਼ ਸਾਨੂੰ ਹੁੰਦਾ ਵੀ ਇੱਕ ਰਾਂ ਜਦ ਤੱਕ ਵੋਟਰ ਦੀ ਲੋੜ ਨਾ ਮੈਂ ਪੂਰਾ ਪਲੋਸ ਕੇ ਰੱਖੂ, ਮੁੜ ਕੇ ਉਸੇ ਰਜਾਈ 'ਚ ਹੀ ਦੱਬ ਲੈਣਾ ਸੀ। ਹੁਣ ਸੰਧਾਲੀਆ ਸਾਹਿਬ ਹੋਇਆ ਕਿ ਅੱਜ ਤੱਕ ਪੰਜਾਬ ਪੁਲਿਸ ਦੇ ਵਿੱਚ ਜਦੋਂ DGP ਦੀ ਨਿਯੁਕਤੀ ਕਰਨੀ ਹੁੰਦੀ ਹੈ ਨਾ, UPSC ਦੇ ਕੋਲੇ ਅਧਿਕਾਰ ਸੀ, UPSC ਕੇਂਦਰ ਸਰਕਾਰ ਦਾ। ਤੁਹਾਨੂੰ ਯਾਦ ਹੋਣਾ ਜਦੋਂ ਚੰਨੀ ਸਾਹਿਬ ਮੁੱਖ ਮੰਤਰੀ ਸੀ, ਫਿਰ ਭਗਵੰਤ ਮਾਨ ਸਾਹਿਬ ਵੀ ਸੀਗੇ, ਤਾਂ DGP ਦੀ ਇੱਕ ਵਾਰੀ ਨਿਯੁਕਤੀ 'ਚ ਪੇਚ ਫਸ ਗਿਆ ਸੀ। ਇਹ ਚਾਹੁੰਦੇ ਸੀ ਕਿਸੇ ਹੋਰ ਨੂੰ ਬਣਾਉਣਾ ਤੇ ਉੱਪਰੋਂ ਹੁਕਮ ਕਿਸੇ ਹੋਰ ਦੇ ਆ ਗਿਆ ਸੀ। ਚਲੋ ਹੁਣ ਇਹਨਾਂ ਨੇ ਇਹ ਵੀ ਮਤਾ ਵਿੱਚ ਲੈਣ ਦਾ ਤੇ ਮਤਾ ਪਾਸ ਵੀ ਹੋ ਗਿਆ। ਹੁਣ ਪਹਿਲਾਂ ਕੀ ਹੁੰਦਾ ਸੀ ਕਿ ਪੰਜਾਬ ਸਰਕਾਰ ਤੋਂ ਉਹ ਜਿਹੜੇ ਸੀਨੀਅਰ ਮੋਸਟ ਪੰਜਾਬ ਪੁਲਿਸ ਦੇ ਅਧਿਕਾਰੀ ਹੁੰਦੇ ਸੀ, ਉਹਨਾਂ ਦਾ 3 ਮੈਂਬਰੀ ਪੈਨਲ ਜਾਂਦਾ ਸੀ। 3 ਮੈਂਬਰੀ ਪੈਨਲ ਦੇ ਵਿੱਚੋਂ UPSC ਵਾਲੇ ਇੱਕ ਬੰਦੇ ਦੇ ਨਾਂ ਤੇ, ਅਫਸਰ ਦੇ ਨਾਂ ਦੇ ਉੱਤੇ ਮੋਹਰ ਲਾ ਦਿੰਦੇ ਸੀ ਕਿ ਭਾਈ ਆਹ ਦੇਖੋ
ਆਹ ਬੰਦਾ ਪੰਜਾਬ ਪੁਲਿਸ ਦਾ ਨਵਾਂ ਮੁਖੀ ਹੋਏਗਾ। ਚਲੋ ਇਹਨਾਂ ਨੇ ਇੱਕ ਬਿੱਲ ਲਿਆਂਦਾ ਮਤਾ, ਉਸ ਮਤੇ ਦੇ ਵਿੱਚ ਕਹਿ ਦਿੱਤਾ ਕਿ ਭਾਈ UPSC ਨਹੀਂ, ਪੰਜਾਬ ਸਰਕਾਰ ਦੁਆਰਾ ਬਣਾਈ ਗਈ ਇੱਕ 7 ਮੈਂਬਰੀ ਕਮੇਟੀ ਫੈਸਲਾ ਕਰੂ। ਹੁਣ ਕਮੇਟੀ ਨੇ ਫੈਸਲਾ ਕੀ ਕਰਨਾ? ਹਾਈ ਕੋਰਟ ਦੇ ਸਾਬਕਾ ਜੱਜ ਉਹਦੇ ਚੀਫ ਹੋਣਗੇ, 6 ਮੈਂਬਰ ਹੋਰ ਹੋਣਗੇ। ਸੰਧਾਲੀਆ ਸਾਹਿਬ ਅੱਗੇ 3 ਪੰਜਾਬ ਸਰਕਾਰ ਨਾ ਪੈਨਲ ਦੇ ਰੂਪ ਚ ਭੇਜਦੀ ਸੀ, ਉਹਦੇ ਵਿੱਚੋਂ ਇੱਕ ਬੰਦਾ DGP ਬਣਦਾ ਸੀ। ਹੁਣ ਉਹ ਜਿਹੜੀ 7 ਮੈਂਬਰੀ ਕਮੇਟੀ ਹੋਏਗੀ, ਉਹ 3 ਨਾਮ ਪੰਜਾਬ ਸਰਕਾਰ ਨੂੰ ਭੇਜੂ ਤੇ ਪੰਜਾਬ ਸਰਕਾਰ ਉਹਦੇ ਵਿੱਚੋਂ ਇੱਕ DGP ਲਾਊ। ਹੁਣ ਲੈ ਦੇ ਕੇ ਕਿਤੇ ਨਾ ਕਿਤੇ ਹੋ ਸਕਦਾ ਕਿ ਕੇਂਦਰ ਦੀ ਸਰਕਾਰ ਨੂੰ ਲੱਗੇ ਯਾਰ ਅੱਗੇ ਅਸੀਂ ਤਿੰਨਾਂ ਦੇ ਵਿੱਚੋਂ ਚੋਣ ਕਰਦੇ ਹੁੰਦੇ ਸੀ ਕਿ ਪੰਜਾਬ ਪੁਲਿਸ ਦਾ ਮੁਖੀ ਕੌਣ ਹੋਏਗਾ, ਤੇ ਹੁਣ ਪੰਜਾਬ ਦੀ ਸਰਕਾਰ ਉਧਰਲੇ ਪਾਸਿਓਂ ਆ ਕੇ ਆਪ ਫੈਸਲਾ ਕਰੂਗੀ ਕਿ ਇਹਨਾਂ ਤਿੰਨਾਂ ਦੇ ਵਿੱਚੋਂ ਮੁਖੀ ਕੌਣ ਹੋਏਗਾ। ਸੋ ਕੁੱਲ ਮਿਲਾ ਕੇ ਅਸੀਂ ਉਮੀਦ ਤਾਂ ਬਹੁਤ ਵਾਰੀ ਇਹ ਕਰਦੇ ਹੁੰਦੇ, ਆਸ ਅਰਦਾਸ ਵੀ ਕਰਦੇ ਹੁੰਦੇ ਕਿ ਭਾਈ ਕੇਂਦਰ ਤੇ ਸੂਬਾ ਇੱਕ ਲੀਹ ਤੇ ਚੱਲਣ, ਪੰਜਾਬ ਦੀ ਡਿਵੈਲਪਮੈਂਟ ਵੱਲ ਧਿਆਨ ਦੇਣ, ਰਾਜਪਾਲ ਦੇ ਨਾਲ ਸੂਬੇ ਦਾ ਟਕਰਾਅ ਨਾ ਹੋਵੇ, ਕੋਈ ਵਿਕਾਸ ਦੀਆਂ ਨੀਤੀਆਂ ਦੇ ਉੱਤੇ ਰਲ ਮਿਲ ਕੇ ਕੋਈ ਮੋਹਰ ਮਾਰ ਲੱਗੇ। ਪਰ ਜਿੱਦਾਂ ਦੇ ਕੰਮ ਹੋਏ ਆ ਸੰਧਾਲੀਆ ਸਾਹਿਬ, ਮੈਨੂੰ ਲੱਗਦਾ ਤੱਤੇ ਬਿਆਨਾਂ ਤੋਂ ਬਿਨਾਂ ਪੰਜਾਬੀਆਂ ਦੇ ਪੱਲੇ ਪੈਣਾ ਕੁਝ ਨਹੀਂ। ਵੀ ਦੇਖੋ DGP ਸਾਹਿਬ ਵਾਲਾ ਮਸਲਾ ਜਿਹੜਾ ਨਾ, ਉਹ ਵੀ ਜੇ ਹੁਣ ਤਾਂ ਚਲੋ ਖੈਰ ਨਹੀਂ, ਪਰ ਮਹੀਨਾ ਕੁ ਪਹਿਲਾਂ ਉੱਠਿਆ ਸੀ ਜਦੋਂ ਇਹ ਚਰਚਾ ਚੱਲੀ ਸੀ ਕਿ ਵੀ ਪੰਜਾਬ ਦੇ DGP ਸਾਹਿਬ ਵੀ ਪੱਕੇ DGP ਸਾਹਿਬ ਨਹੀਂ ਆ, ਉਹਨਾਂ ਨੂੰ ਜਸਟ ਜ਼ਿੰਮੇਵਾਰੀ ਦਿੱਤੀ ਸੀ। ਠੀਕ ਹੈ। ਉਹ ਹੁਣ ਜ਼ਿੰਮੇਵਾਰੀ ਦੇ ਲਈ ਉਹ ਕਹਿੰਦੇ ਵੀ ਵੱਧ ਤੋਂ ਵੱਧ 2 4 6 ਮਹੀਨੇ ਹੋਇਆ, ਉਦੋਂ ਹੀ ਸ਼ਾਇਦ ਉਹਨਾਂ ਨੂੰ 8 ਮਹੀਨੇ ਹੋ ਗਏ ਸੀ। ਹੁਣ ਇਹਦਾ ਮਤਲਬ ਉਹ ਤੋਂ ਜ਼ਿਆਦਾ ਸਮਾਂ ਹੋ ਗਿਆ। ਹੁਣ 8 ਮਹੀਨਿਆਂ ਤੋਂ ਵੱਧ ਦਾ ਸਮਾਂ ਜੇ DGP ਸਾਹਿਬ ਨੂੰ ਹੋ ਗਿਆ, ਅਜੇ ਤੱਕ ਉਹਨਾਂ ਨੂੰ ਪੱਕੇ ਤੌਰ ਤੇ DGP ਨਹੀਂ ਮੰਨਿਆ ਗਿਆ ਜਾਂ ਟੈਕਨੀਕਲੀ ਅਦਰਵਾਈਜ਼ ਤੇ ਉਹ ਕੰਮ ਕਰ ਰਹੇ ਨੇ ਜੀ, ਪਰ ਟੈਕਨੀਕੈਲਿਟੀਜ਼ ਦੇ ਵਿੱਚ ਇੱਕ ਝੋਲ ਸੀਗਾ ਵੀ ਹਾਂਜੀ ਉਹਨਾਂ ਦੀ ਨਿਯੁਕਤੀ ਇਸ ਅਹੁਦੇ ਤੇ ਕਿੱਦਾਂ ਕੀਤੀ ਜਾਵੇ ਜਾਂ ਕਿੱਦਾਂ ਹੋ ਸਕਦਾ। ਉਹਦੇ 'ਚ ਲੱਗਦਾ ਸੀਗਾ ਕਿਤੇ ਨਾ ਕਿਤੇ ਮੇਰਾ ਖਿਆਲ ਪੰਜਾਬ ਸਰਕਾਰ ਨੂੰ, ਜਾਂ ਪਿਛਲੇ ਦਿਨੀ ਜਿੱਦਾਂ ਆਮ ਆਦਮੀ ਪਾਰਟੀ ਦੇ ਕਈ ਹੋਰ ਲੀਡਰ ਸਾਹਿਬਾਨਾਂ ਦਾ ਵੀ ਥੋੜਾ ਜਿਹਾ ਫਿਕਰ ਸੀਗਾ ਵੀ ਜਦੋਂ ਅਸੀਂ ਕੋਈ ਪੈਨਲ ਭੇਜਾਂਗੇ ਤੇ ਸੀਨੀਅਰਿਟੀ ਦੇ ਹਿਸਾਬ ਨਾਲ ਮੌਜੂਦਾ DGP ਸਾਹਿਬ ਦਾ ਨੰਬਰ ਲੱਗਣਾ ਨਹੀਂ, ਤੇ ਜੇ ਨੰਬਰ ਲੱਗਾ ਨਾ, ਉਹ ਨੰਬਰ ਕਿਸੇ ਹੋਰ ਦਾ ਲੱਗ ਗਿਆ ਤੇ ਫਿਰ ਉਹਦੇ 'ਚ ਸਾਡਾ ਵਟਿਆ ਕੁਝ ਨਹੀਂ ਜਾਣਾ। ਤੇ ਕਿਉਂਕਿ ਉਹਨਾਂ ਨੂੰ ਲੱਗਦਾ ਹੋਊਗਾ ਵੀ DGP ਸਾਹਿਬ ਜਦੋਂ ਦੇ ਹੁਣ ਲਾਏ ਨੇ, ਉਸ ਤੋਂ ਬਾਅਦ ਪੰਜਾਬ ਪੁਲਿਸ ਦਾ ਕੰਮ ਠੀਕ ਚੱਲ ਰਿਹਾ, ਜਾਂ ਉਹਨਾਂ ਨੂੰ ਲੱਗਦਾ ਵੀ ਸਰਕਾਰ ਦੀ ਤੇ DGP ਸਾਹਿਬ ਦੀ ਜਾਂ ਪੰਜਾਬ ਪੁਲਿਸ ਦੀ ਆਪਸ ਦੇ ਵਿੱਚ ਕੋਆਰਡੀਨੇਸ਼ਨ ਹੈਗੀ ਆ, ਤਾਲਮੇਲ ਪੂਰਾ। ਤੇ ਇਸ ਤਾਲਮੇਲ ਦੀ ਲੋੜ ਵੀ ਹੁੰਦੀ ਆ, ਕਿਉਂਕਿ ਜਦੋਂ ਆਪਾਂ ਗੱਲ ਕਰਦੇ ਹਾਂ ਵੀ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਚਾਹੀਦੀ ਆ, ਜਾਂ ਜਿੱਥੇ ਜਿੱਥੇ ਵੀ ਪੁਲਿਸ ਪ੍ਰਸ਼ਾਸਨ ਠੀਕ ਢੰਗ ਨਾਲ ਕੰਮ ਕਰੇ, ਉੱਥੇ ਜੇ ਲੀਡ ਕਰਨ ਵਾਲਾ ਬੰਦਾ ਠੀਕ ਹੋਵੇ ਤੇ ਫਿਰ ਮਸਲੇ ਸਾਰੇ ਹੱਲ ਹੋ ਜਾਂਦੇ ਆ। ਸੋ ਮੈਨੂੰ ਇਹ ਲੱਗਦਾ ਕਿ ਵੀ ਉਹ ਉਸ ਅਹੁਦੇ ਨੂੰ ਬਚਾਈ ਰੱਖਣ ਦੇ ਲਈ ਵੀ, ਪਹਿਲਾਂ ਤਾਂ ਆਪਾਂ ਗੱਲ ਕੀਤੀ ਨਾ ਵੀ ਗੇਅਰ ਜਿਹੜਾ ਉਹ ਕਹਿੰਦੇ ਅੜਦਾ ਸੀ ਕੱਢਣਾ, ਇੱਥੇ ਕਿਸੇ ਨੂੰ ਲੱਗਦਾ ਹੁੰਦਾ ਵੀ ਯਾਰ ਇਹ ਠੀਕ ਆ, ਇਹ ਜੇ ਭਾਵੇਂ ਆਪਾਂ ਕਿਵੇਂ ਹੁੰਦਾ ਵੀ ਇਹ ਸਹਿਜ ਨਹੀਂ ਠੀਕ ਭਾਜੀ, ਇਹ ਜਿਹੜਾ ਤੁਸੀਂ ਟਾਇਰ ਪਾਈ ਫਿਰਦੇ ਨਾ ਗੱਡੀ ਨੂੰ, ਉਹ ਕਹਿੰਦੇ ਯਾਰ ਸਹਿਜ ਭਾਵੇਂ ਹੋਵੇ ਨਾ ਹੋਵੇ, ਸਾਡਾ ਕੰਮ ਬੜਾ ਵਧੀਆ ਚੱਲਦਾ, ਗੱਡੀ ਤੁਰਦੀ ਉਹ ਗੱਡੀ ਤੁਰਦੀ ਦੇ ਹਿਸਾਬ ਨਾਲ ਮੈਨੂੰ ਲੱਗਦਾ ਵੀ ਇਹ ਵਾਲੀ ਜਿਹੜੀ ਮੱਦ ਹੈ ਜਾਂ ਇਹ ਵਾਲਾ ਮੁੱਦਾ ਵਿਧਾਨ ਸਭਾ 'ਚ ਲਿਆਂਦਾ। ਚਲੋ ਸੰਧਾਲੀਆ ਸਾਹਿਬ, ਅਸੀਂ ਆਸ ਉਮੀਦ ਕਰਦੇ ਹਾਂ, ਕਿਉਂਕਿ ਜਿਸ ਤਰੀਕੇ ਭਗਵੰਤ ਮਾਨ ਸਾਹਿਬ ਨੇ ਕਿਹਾ ਸੀ ਕਿ ਵੋਟਾਂ ਨੇੜੇ ਆਉਂਦੀਆਂ ਤਾਂ ਕਈ ਬੰਦੇ ਦਾੜੀ ਖੋਲ ਲੈਂਦੇ ਆ, ਵੋਟਾਂ ਦੂਰ ਚਲੇ ਜਾਂਦੀਆਂ ਤੇ ਦਾੜੀ ਬੰਨ੍ਹ ਲੈਂਦੇ ਆ। ਅਸੀਂ ਉਮੀਦ ਕਰਦੇ ਹਾਂ ਕਿ ਭਾਈ ਪੰਜਾਬ ਦੇ ਲੋਕਾਂ ਦੇ ਤਾਂ ਬੈਂਕਾਂ ਦੇ ਵਿੱਚ ਕਰਜ਼ੇ ਖੁੱਲੇ ਪਏ ਆ, ਪੰਜਾਬ ਦੇ ਵਿੱਚ ਤਾਂ ਬਹੁਤ ਸਾਰੀਆਂ ਸਮੱਸਿਆਵਾਂ ਨੇ। ਆਪਾਂ ਇਧਰਲੇ ਪਾਸੇ ਨੂੰ, ਕਿਉਂਕਿ ਆਪਾਂ ਸਾਰਾ ਪ੍ਰੋਗਰਾਮ ਪ੍ਰਤਾਪ ਸਿੰਘ ਬਾਜਵਾ ਸਾਹਿਬ ਦੇ ਮਟੀਰੀਅਲ ਸ਼ਬਦ ਦੇ ਬਾਰੇ ਮੁੱਖ ਮੰਤਰੀ ਸਾਹਿਬ ਨੇ ਕੀ ਕਿਹਾ, ਆਪਾਂ ਉੱਤੇ ਵੀ ਗੱਲ ਕਰ ਸਕਦੇ ਸੀ, ਇਸ ਮੁੱਦੇ ਤੇ ਵੀ ਗੱਲ ਕਰ ਸਕਦੇ ਸੀ, ਪਰ ਆਪਾਂ ਉਹਨਾਂ ਨੂੰ ਪਰੇ ਰੱਖਦੇ ਹਾਂ। ਹੁਣ ਇੱਕ ਨਿਤਿਨ ਗਡਕਰੀ ਸਾਹਿਬ ਦਾ ਜ਼ਿਕਰ ਕਰਨਾ ਸੰਧਾਲੀਆ ਸਾਹਿਬ, ਜੇ ਕਿਤੇ ਤੁਹਾਡੇ ਮਨ ਦੇ ਵਿੱਚ ਆਈ ਗੱਲ, ਰਾਹੁਲ ਗਾਂਧੀ ਸਾਹਿਬ ਪਿਛਲੇ ਦਿਨ ਅਮਰੀਕਾ ਆਏ ਸੀ ਨਾ, ਉਹ ਟਰੱਕ 'ਚ ਬੈਠੇ ਕਹਿੰਦੇ ਕਿਆ ਵਾਹ ਕਿਆ ट्रक है, इसमें तो AC लगा हुआ है, इसकी सीटें कितनी मुलायम हैं, गद्देदार हैं। ਹੁਣ ਗਡਕਰੀ ਸਾਹਿਬ, ਕਿਉਂਕਿ ਦੇਖੋ ਮੈਨੂੰ ਨਹੀਂ ਪਤਾ ਕੱਲ ਨੂੰ ਗਡਕਰੀ ਸਾਹਿਬ ਦੇ ਬਾਬਤ ਕੀ ਸਾਹਮਣੇ ਆਵੇ ਕੀ ਨਾ ਆਵੇ, ਪਰ ਅਸੀਂ ਸੋਚਦੇ ਹੁੰਦੇ ਆ ਕਿ ਭਾਈ ਕਦੇ ਕਦੇ ਤਾਂ ਕਿਸੇ ਲੀਡਰ ਦੇ ਬਾਰੇ ਕੋਈ ਚੱਜ ਦੀ ਗੱਲ ਕਰਨ ਦਾ ਸਾਨੂੰ ਮੌਕਾ ਮਿਲੇ, ਤੇ ਗਡਕਰੀ ਸਾਹਿਬ ਉਹ ਮੌਕਾ ਦੇ ਦਿੰਦੇ। ਕੇਂਦਰ ਦੇ ਵਿੱਚ ਮਿਨਿਸਟਰ ਨੇ, BJP ਦੇ ਆਗੂ ਨੇ। ਹੁਣ ਉਹਨਾਂ ਨੇ ਕੀ ਕਿਹਾ, ਉਹ ਕਹਿੰਦੇ ਜੀ 100 ਰੁਪਏ ਨੂੰ ਉੱਪਰ ਤੇਲ ਆ ਨਾ, ਡੀਜ਼ਲ ਪੈਟਰੋਲ ਜੀ, 5 ਸਾਲਾਂ 'ਚ ਕਹਿੰਦੇ 15 ਰੁਪਏ ਹੋਊਗਾ। 5 ਸਾਲ ਤਾਂ ਝੱਟ ਆ ਜਾਂਦੇ ਆ। ਕੈਪਟਨ ਸਾਹਿਬ ਦੀ ਸਰਕਾਰ ਹੁਣੇ ਜੇ ਆਈ ਸੀ ਚਲੇ ਗਈ ਹੈ, ਮੋਦੀ ਸਾਹਿਬ ਪ੍ਰਧਾਨ ਮੰਤਰੀ ਅਜੇ ਹੁਣ ਬਣੇ ਸੀ, 9 ਸਾਲ ਹੋ ਗਏ। ਹੁਣ ਉਹਨਾਂ ਨੇ ਕਹਿਤਾ, ਉਹ ਕਹਿੰਦੇ ਜੀ ਉਹਦਾ ਮੈਂ ਤਰੀਕਾ ਇੱਕ ਦੱਸ ਦਿੰਦਾ ਕਿ ਅਸੀਂ ਪਹਿਲਾਂ ਸਕੂਟਰ ਲਿਆਂਦੇ ਇਲੈਕਟ੍ਰਿਕ, ਫਿਰ ਇਲੈਕਟ੍ਰਿਕ ਕਾਰਾਂ ਲਿਆਂਦੀਆਂ ਜਿਹੜੀਆਂ ਬਿਜਲੀ ਨਾਲ ਚੱਲਦੀਆਂ, ਹੁਣ ਇਲੈਕਟ੍ਰਿਕ ਟਰੈਕਟਰ ਆ ਰਹੇ ਆ, ਇਲੈਕਟ੍ਰਿਕ ਟਰੱਕ ਆ ਰਹੇ ਆ, ਇਲੈਕਟ੍ਰਿਕ ਬੱਸਾਂ ਆ ਗਈਆਂ। ਉਹ ਕਹਿੰਦੇ ਜਦੋਂ ਤੇਲ ਦੀ ਡਿਮਾਂਡ ਹੀ ਘਟ ਜਾਣੀ ਆ, ਕੀਮਤਾਂ ਤਾਂ ਥੱਲੇ ਆਉਣੀਆਂ ਹੀ ਆਉਣੀਆਂ। 15 ਰੁਪਏ ਲੀਟਰ ਡੀਜ਼ਲ ਪੈਟਰੋਲ ਉਹ ਕਹਿੰਦੇ 5 ਸਾਲਾਂ ਬਾਅਦ ਭਾਰਤ ਦੇ ਲੋਕਾਂ ਨੂੰ ਮਿਲੂਗਾ। ਇਸ ਗੱਲ ਦੀ ਤੁਸੀਂ ਮੇਰੇ ਵੱਲੋਂ ਗਰੰਟੀ ਸਮਝੋ। ਸਾਨੂੰ ਤਾਂ ਐਂ ਲੱਗਦਾ ਸੀ ਕਿ 300 400 ਨੂੰ ਲੀਟਰ ਹੋ ਜਾਣਾ ਜਿਸ ਤਰੀਕੇ ਤੇਲ ਦੀਆਂ ਕੀਮਤਾਂ ਵੱਧ ਰਹੀਆਂ, ਪਰ ਕਿਉਂਕਿ ਗਡਕਰੀ ਸਾਹਿਬ ਨੇ, ਸੰਧਾਲੀਆ ਸਾਹਿਬ ਪਹਿਲਾਂ
ਕਾਫੀ ਮੁੱਦਿਆਂ ਦੇ ਉੱਤੇ ਜਿਹੜੀ ਗੱਲ ਆਖੀ ਸੀ ਉਹਨਾਂ ਨੇ ਹਾਈਵੇਜ਼ ਦੇ ਮੁੱਦੇ ਤੇ, ਦੇਸ਼ ਦੀਆਂ ਸੜਕਾਂ ਦੇ ਮੁੱਦੇ ਤੇ ਕਰਕੇ ਵਿਖਾਈ। ਇੱਕ ਗੱਲ ਉਹਨਾਂ ਨੇ ਹੋਰ ਆਖ ਦਿੱਤੀ। ਹੁਣ ਇੱਕ ਗੱਲ ਹੋਰ ਜਿਹੜੀ ਆਖੀ ਹੈ ਉਹ ਸੰਧਾਲੀਆ ਸਾਹਿਬ ਉਹਨਾਂ ਨੇ ਆਖੀ, ਉਹ ਕਹਿੰਦੇ ਜੀ 2024-25 ਤੋਂ ਜਾਨੀ 2 ਸਾਲ ਬਾਅਦ ਜਿਹੜੇ ਵੀ ਨਵੇਂ ਟਰੱਕ ਭਾਰਤ ਦੇ ਵਿੱਚ ਆਉਣਗੇ ਉਹ ਟਰੱਕ ਦਾ ਮੋਹਰਲਾ ਕੈਬਨ ਏਸੀ ਹੋਏਗਾ, ਉਹਦੇ ਵਿੱਚ 에ਅਰ ਕੰਡੀਸ਼ਨਰ ਲੱਗਾ ਹੋਵੇਗਾ। ਕਿਉਂਕਿ ਹੁਣ ਕੀ ਆ, ਟਰੱਕ ਬੰਦਾ ਚਲਾਉਂਦਾ, ਜਿਨ੍ਹਾਂ ਦਾ ਤਾਂ ਇੰਜਨ ਟਰੱਕ ਦਾ ਵਿੱਚ ਹੁੰਦਾ, ਤੁਸੀਂ ਤਾਂ ਸੰਧਾਲੀਆ ਸਾਹਿਬ ਕਦੇ ਨਹੀਂ ਬੈਠੇ, ਉਹ ਟਰੱਕ ਦਾ ਇੰਜਨ ਭਾਫਾਂ ਛੱਡਦਾ ਹੁੰਦਾ, ਹੀਟ ਛੱਡਦਾ ਹੁੰਦਾ, ਡਰਾਈਵਰ ਸਾਹਿਬ ਦਾ ਪਰਨਾ ਜਿਹੜਾ ਉਹ ਮੱਥੇ ਤੇ ਧੌਣ ਤੋਂ ਪਸੀਨਾ, ਇਧਰਲੇ ਪਾਸੇ ਪਸੀਨਾ ਪੂੰਝਣ ਦੇ ਉੱਤੇ ਬਹੁਤਾ ਜ਼ੋਰ ਲੱਗਦਾ। ਤੇ ਜਿਹੜੇ ਟਰੈਕਟਰਾਂ ਦੇ ਇੰਜਨ, ਟਰੱਕਾਂ ਦੇ ਇੰਜਨ ਅੰਦਰਲੇ ਪਾਸੇ ਨਹੀਂ ਵੀ ਹੁੰਦੇ, ਗਰਮ ਹਵਾ ਉੱਥੇ ਵੀ ਬਹੁਤ ਹੁੰਦੀ ਹੈ। ਪਰ ਜੇ ਗਡਕਰੀ ਸਾਹਿਬ ਨੇ ਕਹਿਤਾ ਕਿ ਹੁਣ ਨਵੇਂ ਟਰੱਕ ਜਿਹੜੇ 2025 ਤੋਂ ਆਉਣੇ ਆ ਉਹਨਾਂ ਦਾ ਮੂਹਰਲਾ ਕੈਬਨ ਏਸੀ ਵਾਲਾ ਹੋਏਗਾ, ਤੇ ਸੰਧਾਲੀਆ ਸਾਹਿਬ ਸਾਡੇ ਡਰਾਈਵਰ ਭਰਾ ਵੀ ਹੋ ਸਕਦਾ ਮਾੜਾ ਮੋਟਾ ਸੁੱਖ ਲੈ ਲੈਣ ਕਿਤੇ। ਨਹੀਂ ਲੈ ਲੈਣਾ, ਤੁਸੀਂ ਕਿਹਾ ਵੀ ਮੈਂ ਟਰੱਕ 'ਚ ਕਦੀ ਬੈਠਾ ਨਹੀਂ, ਮੈਂ ਦੱਸਦਾ ਮੈਂ ਤੇ ਟਰੱਕ ਚਲਾਇਆ ਵੀ ਆ। ਨਹੀਂ ਤੁਸੀਂ ਟਰੱਕ ਮਾਰਾ, ਰਾਹੁਲ ਗਾਂਧੀ ਵਾਂਗ ਤੁਸੀਂ ਵੀ ਚਲਾਇਆ ਹੋਣਾ। ਨਹੀਂ ਮੇਰੇ ਕੋਲੇ ਹੈਵੀ ਲਾਇਸੈਂਸ ਹੁੰਦਾ ਸੀ, ਮੈਂ ਐਵੇਂ ਨਹੀਂ ਉਹਦੇ ਉਹ ਮਊਣੇ ਗਿਆ। ਅੱਛਾ ਮੇਰੀ ਗੱਲ ਸੁਣੋ, ਮੈਨੂੰ ਲੱਗਦਾ ਵੀ ਚਲੋ ਠੀਕ ਹੈ, ਪਹਿਲਾਂ ਤਾਂ ਆਪਾਂ ਤੇਲ ਦੀ ਕੀਮਤ ਤੇ ਆਈਏ। ਗਡਕਰੀ ਸਾਹਿਬ ਜਿਹੜੀ ਇਹ ਗੱਲ ਕਰਦੇ ਆ, ਜਦੋਂ ਆਪਾਂ ਨੂੰ ਉੱਪਰੀ ਨਜ਼ਰੇ ਵੇਖਦੇ ਆ ਤੇ ਫਿਰ ਲੱਗਦਾ ਵੀ ਹੋ ਜੂ। ਇਹਨੂੰ ਥੋੜਾ ਜਿਹਾ ਆਪਾਂ ਗਲੋਬਲੀ ਦੇਖਿਆ ਜਾਵੇ ਵੀ ਤੇਲ ਕਿਹੜਾ ਵੀ ਉੱਥੇ ਪੰਜਾਬ ਦੇ ਵਿੱਚ ਜਾਂ ਹਰਿਆਣੇ 'ਚ ਜਾਂ ਪਰੇ ਦਿੱਲੀ ਦੇ ਲਾਗੇ ਕਿਤੇ ਨਲਕਾ ਲਾ ਕੇ ਕੱਢ ਲਈਦਾ, ਤੇਲ ਤੇ ਬਾਹਰੋਂ ਹੀ ਆਉਂਦਾ ਨਾ। ਤੇ ਜਿਨ੍ਹਾਂ ਮੁਲਕਾਂ ਦੇ ਵਿੱਚੋਂ ਤੇਲ ਆਉਂਦਾ ਉਹਨਾਂ ਦਾ ਕਾਰੋਬਾਰ ਤੇ ਹੋਰ ਕਈ ਕਹਾਣੀਆਂ, ਕਈ ਥਾਂ ਤਾਰਾਂ ਜੁੜੀਆਂ, ਏਡੀ ਛੇਤੀ 15 ਤੇ ਉਹ ਵੀ ਨਹੀਂ ਆਉਣ ਦੇਣ ਲੱਗੇ। ਆਪਾਂ ਇੱਥੇ ਕੈਨੇਡਾ 'ਚ ਵੇਖਦੇ ਹਾਂ, ਕੈਨੇਡਾ ਦਾ ਵੀ ਇੱਕ ਸੂਬਾ ਹੈ ਜਿੱਥੋਂ ਕਿੰਨਾ ਤੇਲ ਨਿਕਲਦਾ, ਤੇ ਜੇ ਕੱਲ ਨੂੰ ਆਖੋ ਵੀ 15 ਦੇ ਹਿਸਾਬ ਨਾਲ ਲੀਟਰ ਵਿਕਿਆ ਕਰਨਾ, ਉਹਦੀਆਂ ਵੱਜਣੀਆਂ ਚੀਕਾਂ। ਸੰਧਾਲੀਆ ਸਾਹਿਬ ਵੈਸੇ ਜੇ ਭਾਰਤ ਦੇ ਵਿੱਚ ਜਿੰਨਾ ਸੂਬਾ ਤੇ ਕੇਂਦਰ ਦੀਆਂ ਸਰਕਾਰਾਂ ਟੈਕਸ ਲਾਉਂਦੀਆਂ ਤੇਲ ਦੇ ਉੱਤੇ, ਜੇ ਗਡਕਰੀ ਸਾਹਿਬ ਦੀ ਸਲਾਹ ਮੰਨ ਕੇ ਅੱਜ ਹੀ ਟੈਕਸ ਪਿੱਛੇ ਕਰਨਾ ਤੇ 40 ਰੁਪਈਆਂ ਤਾਂ ਅੱਜ ਹੋ ਜਾਵੇ। ਨਹੀਂ 40 ਨੂੰ ਅੱਜ ਤੇ ਹੋ ਜੇ। ਮੈਂ ਇਸੇ ਗੱਲ ਤੇ ਆਉਂਦਾ ਸੀ ਵੀ ਉਹ ਟੈਕਸ ਜਿਹੜਾ, ਕਿਉਂਕਿ ਉਹਨਾਂ ਨੂੰ ਇਹ ਲੱਗਦਾ ਵੀ ਇਨਕਮ ਟੈਕਸ ਦੇਣ ਵਾਲੇ ਤੇ ਬਹੁਤ ਥੋੜੇ ਲੋਕ ਨੇ, ਬਾਕੀ ਸਾਰਾ ਟੈਕਸ ਤੇ ਇਦਾਂ ਹੀ ਆਉਂਦਾ। ਉਹ ਟੈਕਸ ਦੀ ਕਲੈਕਸ਼ਨ ਕਿੱਦਾਂ ਹੋਊਗੀ, ਇਹ ਹੁਣ ਚਲੋ ਗਡਕਰੀ ਸਾਹਿਬ ਨੇ ਦੱਸਿਆ ਨਹੀਂ। ਦੂਜੀ ਗੱਲ ਇਹ ਵੀ ਜਦੋਂ ਉਹਨਾਂ ਨੇ 15 ਸ਼ਬਦ ਵਰਤਿਆ ਨਾ, ਉਹ 16 ਕਰ ਲੈਂਦੇ, 18 ਕਰ ਲੈਂਦੇ, 20 ਕਰ ਲੈਂਦੇ, ਫਿਰ ਮੇਰੀ ਨਿਗਾਹ ਨਹੀਂ ਜਾਣੀ। ਜਦੋਂ ਉਹਨੇ 15 ਕਿਹਾ ਨਾ ਤੇ ਮੇਰਾ 15 ਲੱਖ ਤੇ ਚਲ ਗਿਆ ਦਿਮਾਗ। ਮੈਂ ਕਿਹਾ ਯਾਰ 2014 'ਚ ਵੀ 15 ਲੱਖ ਰੁਪਈਆ ਆਉਣਾ ਸੀਗਾ ਲੋਕਾਂ ਨੂੰ, ਉਹ ਤਾਂ ਅਜੇ ਤੱਕ ਆਇਆ ਨਹੀਂ। ਹੁਣ ਆਉਂਦੇ 5 ਸਾਲਾਂ ਨੂੰ 15 ਰੁਪਈਏ ਪੈਟਰੋਲ ਮਿਲ ਜਾਇਆ ਕਰੂਗਾ, ਕੁਛ ਕਹਿ ਨਹੀਂ ਸਕਦੇ। ਪਰ ਚਲੋ ਇਹ ਗੱਲਾਂ ਨੇ, ਉਹਨਾਂ ਕਹਿਤੀ, ਆਪਾਂ ਸੁਣ ਲਈ, ਜਦੋਂ ਹੋਊਗੀ ਦੇਖ ਲਾਂਗੇ। ਪਰ ਇੱਕ ਗੱਲ ਤੇ ਹੈਗੀ ਆ, ਜੇ ਟਰੱਕਾਂ ਦੀ ਆਪਾਂ ਗੱਲ ਕਰੀਏ ਤੇ ਉਹ ਠੀਕ ਆ, ਏਸੀ ਤੁਸੀਂ ਲਾ ਦਿਓਗੇ ਉਹਦੇ ਵਿੱਚ, ਪਰ ਮੋਸਟਲੀ ਜਿਹੜੇ ਟਰੱਕਾਂ ਦਾ ਇੰਜਣ ਅੰਦਰ ਹੁੰਦਾ ਨਾ, ਉਹ ਰਬੜ 6 ਮਹੀਨੇ ਕੱਢਦੀ, ਵੱਧ ਤੋਂ ਵੱਧ 6 ਮਹੀਨਿਆਂ ਬਾਅਦ ਉਹ ਜਿਹੜੀ ਇੱਕ ਪਾਸੇ ਇੰਜਣ ਦਾ ਜਿਹੜਾ ਢੱਕਣ ਹੁੰਦਾ ਉਹਦੇ ਚੋਂ ਕੋਈ ਨਾ ਕੋਈ ਵਿੱਚੋਂ ਹਿਲਜੁਲ ਹੋ ਕੇ ਤੇ ਉਹ ਰਬੜ ਦੇ ਵਿੱਚ ਇੰਨਾ ਕੁ ਪੈ ਜਾਂਦਾ ਫਰੜ ਜਾ, ਅੱਗੋਂ ਹਵਾ ਜਦੋਂ ਉਹਨੇ ਕੱਢ ਕੇ ਤੇ ਇੰਜਣ ਨੇ ਅੰਦਰ ਨੂੰ ਗਰਮ ਮਾਰੀ, ਏਸੀ ਵਿਚਾਰਾ ਉੱਥੇ ਕੀ ਕਰੂ। ਸੰਧਾਲੀਆ ਸਾਹਿਬ ਦੇਖੋ, ਨਵੇਂ ਟਰੱਕ ਹੋਣੇ ਆ, ਉਹਨਾਂ ਦਾ ਇੰਜਣ ਅੰਦਰਲੇ ਪਾਸੇ ਹੋਣਾ ਨਹੀਂ। ਦੇਖੋ ਆਸਵੰਦ ਰਹਿਣਾ ਚਾਹੀਦਾ, ਜ਼ਰੂਰੀ। ਉਹ ਮਗਰ ਖਾ ਲਿਆ ਕਰੀਏ, ਬਾਡੀ 'ਚ ਇੰਜਣ ਰੱਖਿਆ ਹੋਵੇ। ਜਲੰਧਰ ਦੇ ਵਿੱਚ ਤੇ ਹੋਰ ਵੱਡੇ ਸ਼ਹਿਰਾਂ ਦੇ ਵਿੱਚ ਬੱਸਾਂ ਸੀਗੀਆਂ, ਉਹਨਾਂ ਦੇ ਇੰਜਣ ਮਗਰ ਹੀ ਸੀਗੇ। ਦਿੱਲੀ ਦੇ ਵਿੱਚ ਵੀ ਕਈ ਬੱਸਾਂ ਨਹੀਂ ਚੱਲੀਆਂ, ਤੁਸੀਂ ਚੱਲਣ ਨਹੀਂ ਦਿੱਤੀਆਂ ਕਿਉਂਕਿ ਤੁਹਾਡੀਆਂ ਆਪਣੀਆਂ ਚੱਲਣੀਆਂ ਹੀ, ਸਰਕਾਰੀ ਤੁਸੀਂ ਕਿੱਥੇ ਚੱਲਣ ਦਿੰਦੇ ਲੀਡਰ ਲੋਕ ਮਹਾਰਾਜ। ਨਹੀਂ ਚਲੋ ਕੁੱਲ ਮਿਲਾ ਕੇ ਇਹ ਆ, ਦੇਖੋ ਇੱਕ ਗੱਲ ਤਾਂ ਹੈਗੀ ਆ ਵੀ ਇਲੈਕਟ੍ਰਿਕ ਕਹਿੰਦੇ ਆ ਵੀ ਹੁਣ ਸਾਰਾ ਕੁਝ ਹੋ ਜਾਣਾ। ਇਹ ਵੈਸੇ ਗਲੋਬਲੀ ਹੈ, ਦੁਨੀਆ ਭਰ ਹੈਗਾ ਹੀ ਆ ਜੀ, ਦੁਨੀਆ ਭਰ ਦੀਆਂ ਕੰਪਨੀਆਂ ਇਸ ਪਾਸੇ ਤੁਰੀਆਂ, ਇਹ ਹੋਣਾ। ਪਰ ਜਦੋਂ ਸਾਰਾ ਕੁਝ ਬੱਤੀ ਤੇ ਚੱਲੂਗਾ ਉਦੋਂ ਕੀ ਗੱਲ ਸਾਰੇ ਪਾਸੇ ਮਸਲਾ ਹੱਲ ਹੋ ਜੂ। ਜਿਹੜੀ ਬਿਜਲੀ ਆਪਾਂ ਫਿਰ ਪਾਕਿਸਤਾਨ ਨੂੰ ਭੇਜਦੇ ਆ, ਆਪਾਂ ਨਹੀਂ ਭੇਜਿਆ ਕਰਨੀ, ਆਪਾਂ ਭਾਰਤ 'ਚ ਵਰਤ ਲਿਆ ਕਰਨੀ ਆ। ਇਹ ਵੀ ਗੱਲ ਠੀਕ ਆ। ਅੱਛਾ, ਖੰਭੇ ਵੀ ਪੁੱਟ ਲੈਣੇ ਆ, ਖੰਭੇ ਵੀ ਪੁੱਟ ਲੈਣੇ, ਖੰਭੇ ਪੁੱਟ ਕੇ ਆਪਾਂ ਫਿਰ ਉੱਤੇ ਨਿਆਣਿਆਂ ਨੂੰ ਖੇਡਣ ਨੂੰ ਲਾ ਦੇਣੇ। ਉਹ ਨਹੀਂ ਕੀ ਲੋੜ ਆ, ਇੰਨੇ ਸਾਲ ਹੋ ਗਏ ਵੇਖ ਲਓ ਪਾਕਿਸਤਾਨ ਨੂੰ ਬਿਜਲੀ ਜਾਈ ਜਾਂਦੀ ਹੈ। ਸਰਦਾਰ ਸੁਖਪਾਲ ਸਿੰਘ ਖਹਿਰਾ ਸਾਹਿਬ ਭੁਲੱਥ ਦੇ MLA ਨੇ, ਉਹਨਾਂ ਨੇ ਹੁਣ ਇੱਕ ਸੱਦਾ ਦਿੱਤਾ, ਕਿਉਂਕਿ ਬੀਬੀ ਅਮਰਜੀਤ ਕੌਰ ਜਿਹੜੇ ਕਿ NRI ਨੇ, ਕੈਨੇਡਾ ਦੇ ਨੇ, 77 ਸਾਲ ਦੀ ਉਮਰ ਹੈ, ਉਹਨਾਂ ਦੀ ਕੋਠੀ ਦੱਬਣ ਦਾ ਮਾਮਲਾ ਬੜਾ ਚਰਚਾ ਦੇ ਵਿੱਚ ਸੀ। ਹੁਣ ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ ਵੀ ਸਾਹਮਣੇ ਆ ਗਈਆਂ, ਉਹਨਾਂ ਨੇ ਵੀ ਬੀਬੀ ਸਰਬਜੀਤ ਕੌਰ ਮਾਣੂਕੇ ਹੋਰਾਂ ਨੂੰ ਕਹਿਤਾ ਕਿ ਅਸੀਂ NRI ਬੀਬੀ ਦੇ ਨਾਲ ਧੱਕਾ ਹੋਇਆ। ਕੱਲ ਵੀ ਆਪਾਂ ਜ਼ਿਕਰ ਕੀਤਾ ਸੀ ਕਿ ਭਾਈ ਪੰਜਾਬ ਸਰਕਾਰ ਨੂੰ ਆਪ ਇਸ ਮਸਲੇ ਤੇ ਅੱਗੇ ਹੋ ਕੇ NRI ਬੀਬੀ ਨੂੰ ਇਨਸਾਫ ਦਿਵਾਉਣਾ ਚਾਹੀਦਾ, ਦਫ਼ਤਰਾਂ ਦੇ ਸਿਰ ਤੇ ਨਾ ਰੱਖਿਆ ਜਾਵੇ। ਹੁਣ 22 ਤਰੀਕ ਦਾ ਦਿਨ ਹੈ, ਸਵੇਰੇ 10 ਵਜੇ ਦਾ ਸਮਾਂ ਜਿਹੜਾ ਨਿਰਧਾਰਿਤ ਕੀਤਾ ਗਿਆ। ਸਰਦਾਰ ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਸਾਰੇ ਪੰਜਾਬ ਦੇ ਜਿਹੜੇ ਪੰਜਾਬ ਹਿਤੈਸ਼ੀ ਲੋਕ ਨੇ, ਜਿਹੜੇ NRIs ਦੇ ਨਾਲ ਰਲ ਕੇ ਚੱਲਣਾ ਚਾਹੁੰਦੇ ਆ, ਉਹਨਾਂ ਨੂੰ ਸੱਦਾ ਦਿੱਤਾ ਕਿ ਭਾਈ ਜਗਰਾਓਂ ਪਹੁੰਚੋ, ਆਪਾਂ ਸਰਕਾਰੀ ਅਫਸਰਾਂ ਨੂੰ ਉੱਥੇ ਮਿਲਣ ਜਾਣਾ। ਹੁਣ ਸੰਧਾਲੀਆ ਸਾਹਿਬ ਜਦੋਂ ਇਹ ਜਿਹੜੀ ਗੱਲਬਾਤ ਕਰ ਦਿੱਤੀ ਗਈ ਹੈ ਕਿ ਭਾਈ ਸੁਖਪਾਲ ਸਿੰਘ ਖਹਿਰਾ ਸਾਹਿਬ ਨੇ ਕਹਿਤਾ, ਦੇਖੋ ਇੱਕ ਗੱਲ ਦੇ ਵਿੱਚ ਤਾਂ ਮੈਨੂੰ ਲੱਗਦਾ ਕਿ ਸਾਰੇ ਬੰਦੇ ਇਕਮੁੱਠ ਹੋਣਗੇ ਕਿ ਜੇ
NRI ਬੀਬੀ ਦੀ ਕੋਠੀ ਉੱਥੇ ਸੀ, ਜਿਹਦੇ ਬਾਬਤ ਹੁਣ ਸਾਬਤ ਵੀ ਹੋ ਗਿਆ ਕਿ ਉਹਦੀ ਪਾਵਰ ਆਫ ਅਟਾਰਨੀ ਗਲਤ ਬਣਾਈ ਗਈ ਹੈ। ਬੀਬੀ ਦੀ ਹਰਾਸਮੈਂਟ ਹੋਈ ਹੈ, ਬੀਬੀ ਨੂੰ ਜੂਨ ਮਹੀਨੇ ਆਉਣਾ ਪਿਆ, ਬੀਬੀ ਨੂੰ ਸਰਕਾਰੀ ਦਫ਼ਤਰਾਂ 'ਚ ਧੱਕੇ ਖਾਣੇ ਪਏ। ਨਹੀਂ ਤਾਂ 77 ਸਾਲ ਦੀ ਉਮਰ ਦੇ ਵਿੱਚ ਕੋਈ ਪੰਜਾਬ ਵਿਧਾਨ ਸਭਾ ਦੇ ਕੋਲ ਥੋੜੀ ਜਾਂਦਾ। 77 ਸਾਲ ਦੀ ਉਮਰ ਦੇ ਵਿੱਚ ਕੋਈ ਸਰਕਾਰੀ ਦਫ਼ਤਰਾਂ ਦੇ ਵਿੱਚ ਧੱਕੇ ਥੋੜੀ ਖਾਂਦਾ। ਸਗੋਂ ਬੰਦਾ ਆਉਂਦਾ ਕਿ ਭਾਈ ਜਾ ਕੇ ਰਮਾਨ ਨਾਲ ਆਪਣੇ ਘਰ ਰਵਾਂਗੇ। ਆਪਾਂ ਇੱਥੇ ਕੈਨੇਡਾ ਦੇ ਵਿੱਚ ਦੇਖਿਆ ਆਮ ਹੀ ਬੀਬੀਆਂ ਗੱਲਾਂ ਕਰਦੀਆਂ ਨੇ, ਆਪਣੇ ਘਰ ਸਾਰਾ ਸਮਾਨ ਹੈ, ਸਫਾਈ ਨੂੰ ਇਹ ਦੱਸਿਆ ਹਫ਼ਤੇ ਬਾਅਦ ਉਹ ਸਫਾਈ ਕਰ ਜਾਂਦੇ ਆ। ਜਾਂਦੇ ਹੀ ਪੇਟੀ ਆਪਾਂ ਖੋਲਣੀ ਆ, ਰਜਾਈਆਂ ਉਹਦੇ ਵਿੱਚ ਨੇ, ਇਹ ਪੱਖੇ ਪੁੱਖੇ ਚੰਗੀ ਤਰ੍ਹਾਂ ਬੰਨ ਕੇ ਉਹਨਾਂ ਦੇ ਉੱਤੇ ਪਾ ਕੇ ਆਏ ਸੀ, ਸੋਫੇ ਦੇ ਉੱਤੇ ਅਸੀਂ ਕਵਰ ਪਾ ਕੇ ਆਈਦਾ। ਜਾਂਦੇ ਲਾਲੀ ਦੇ ਨਵੇਂ ਵਾਂਗੂ ਹੀ ਹੁੰਦਾ। ਮਾੜਾ ਮੋਟਾ ਕੰਮ ਕਰਾਉਣਾ ਹੋਵੇ, ਪਿੰਡ ਦਾ ਮੁੰਡਾ ਹੈਗਾ ਮਿਸਤਰੀ ਬਹੁਤ ਚੰਗਾ, ਉਹ ਸਾਰੇ ਕੰਮ ਕਮੈਨ ਸੈੱਟ ਕਰਕੇ ਰੱਖ ਜਾਂਦਾ। ਹੁਣ ਜਦੋਂ ਤੁਹਾਡਾ ਘਰ ਹੋਵੇ, ਤੁਸੀਂ ਵਿਦੇਸ਼ ਤੋਂ ਆਓ, ਤੁਹਾਨੂੰ ਆਪਣੇ ਘਰ ਦੇ ਵਿੱਚ ਹੀ ਪੈਰ ਪਾਉਣ ਦਾ ਮੌਕਾ ਨਾ ਮਿਲੇ, ਤੁਸੀਂ ਸਰਕਾਰੀ ਦਫ਼ਤਰਾਂ ਦੇ ਵਿੱਚ ਧੱਕੇ ਖਾਓ, ਤਾਂ ਫਿਰ ਇਨਸਾਫ ਦੇ ਲਈ ਤਾਂ ਅਸੀਂ ਫਿਰ ਕਹਿੰਦੇ ਹਾਂ ਲੋਕਾਂ ਨੂੰ ਇਕੱਠੇ ਹੀ ਨਹਾਉਣਾ ਪਵੇ। ਪੰਜਾਬ ਸਰਕਾਰ ਜਿਹੜਾ ਵੀ ਬੰਦਾ ਦੋਸ਼ੀ ਹੈ, ਚਾਹੇ ਉਹ ਕੋਈ MLA ਹੈ, ਚਾਹੇ ਉਹ ਕੋਈ ਵੈਸੇ ਹੀ ਬੰਦਾ ਹੈ, ਚਾਹੇ ਉਹ ਕੋਈ ਵਕੀਲ ਹੈ, ਉਸ ਬੰਦੇ ਨੂੰ ਛੇਤੀ ਤੋਂ ਛੇਤੀ ਜਿਹੜੀ ਵੀ ਸਜ਼ਾ ਕਾਨੂੰਨੀ ਤੌਰ ਤੇ ਬਣਦੀ ਉਹ ਦੇਵੇ। ਤੇ ਪ੍ਰਵਾਸੀ ਜਿਹੜੇ ਉਹ ਬੀਬੀਆਂ ਨੇ ਦਵਾਈਆਂ, ਉਹਨਾਂ ਨੂੰ ਠੰਡ ਪਾਉਣੀ ਚਾਹੀਦੀ ਉਹਨਾਂ ਦੇ ਹਿਰਦੇ ਵਿੱਚ ਕਿ ਭਾਈ ਆਹ ਲਓ, ਅਸੀਂ ਤੁਹਾਡੇ ਨਾਲ ਖਲੋਤੇ ਹਾਂ, ਬਾਕੀ ਨੂੰ ਵੀ ਧਰਵਾਸ ਮਿਲੇ ਪ੍ਰਵਾਸੀਆਂ ਨੂੰ। ਨਹੀਂ ਬਿਲਕੁਲ। ਤੁਸੀਂ ਕਹਿਣਾ ਵੀ ਆ ਅਚਾਨਕ ਇਹ ਪਲੇਟ ਕਿੱਥੋਂ ਆ ਗਈ ਜੀ, ਮੈਂ ਦੱਸਦਾ ਤੇ ਸਾਹਮਣੇ ਪਈ ਸਾਡੇ ਚਾਹ ਪੀਣ ਤੋਂ ਪਹਿਲਾਂ। ਆਹ ਜਿਹੜਾ ਲੱਡੂ ਆ ਜੀ, ਅੱਧਾ ਇਹ ਵੀ ਬਾਠ ਸਾਹਿਬ ਨੇ ਖਾਦਾ। ਆਹ ਬਰਫੀ ਨੂੰ ਜਿਹੜਾ ਠੂੰਗਾ ਜਿਹਾ ਮਾਰਿਆ ਅੱਧਾ ਇਹ ਵੀ ਇਹਨਾਂ ਨੇ ਮਾਰਿਆ। ਬਾਕੀ ਵੇਸਣ ਇਹ ਸ਼ੌਕੀਨ ਨੇ, ਇਹ ਵੀ ਇਹਨਾਂ ਲਈ ਰੱਖਿਆ। ਮੈਨੂੰ ਇਹ ਸੀ ਵੀ ਹੁਣ ਪ੍ਰੋਗਰਾਮ ਮੁੱਕਣ ਵਾਲਾ, ਇਹ ਨਾ ਹੋਵੇ ਵੀ ਇਹ ਚੀਜ਼ ਰਹਿ ਜਾਵੇ ਵੀ ਕੋਈ ਮੈਨੂੰ ਇਹ ਕਹਿ ਦੇਵੇ ਵੀ ਹਾਂ ਯਾਰ ਬਾਠ ਸਾਹਿਬ ਨੂੰ ਖਵਾਉਂਦੇ ਪਿਆਉਂਦੇ ਨਹੀਂ, ਪਤਾ ਨਹੀਂ ਉੱਥੇ ਬਾਹਰ ਲਈ ਫਿਰਦੇ ਆ ਘਾਹ ਫੂਸ ਜੰਗਲ ਬੇਲੇ, ਵੀ ਪਤਾ ਨਹੀਂ ਕੋਈ ਸਹੂਲਤ ਹੋਵੇ ਨਾ ਹੋਵੇ। ਮੈਂ ਨਾਲ ਦੱਸੀ। ਨਹੀਂ ਇੱਕ ਮਿੰਟ, ਮੈਂ ਤੁਹਾਨੂੰ ਲੱਗਦਾ ਅਸਲ ਦੇ ਵਿੱਚ ਪ੍ਰੋਗਰਾਮ ਮੁੱਕਣ ਵਾਲਾ ਤੇ ਇਹਨਾਂ ਨੇ ਸਾਰਾ ਕੁਝ ਤਾਂ ਫੜ ਲਿਆ ਵੀ ਇਹ ਨਾ ਕਿਤੇ ਇੱਕ ਚੀਜ਼ ਵੀ ਵਿੱਚੋਂ ਚੱਕ ਲਵੇ। ਇਹ ਤੁਹਾਡੀ ਜਿਹੜੀ ਕਬਜ਼ੇ ਦੀ ਪ੍ਰਵਿਰਤੀ ਹੈ ਨਾ ਲੀਡਰਾਂ ਦੀ, ਆਹ ਸਾਹਮਣੇ ਖਵਾਉਣਾ। ਨਹੀਂ ਹੁਣ ਨਾਲੇ ਮੈਂ ਚੀਜ਼ਾਂ ਫੜਾਉ ਨਾਲ ਮੁੜ ਕੇ ਕੁੱਟ ਖਾਉ, ਮੈਂ ਨਹੀਂ ਫੜਦਾ। ਜਿਹੜਾ ਸਾਡੇ ਵਰਗਾ ਆਮ ਬੰਦਾ ਹੁੰਦਾ, ਅਸੀਂ ਲੱਡੂ ਭੋਰ ਕੇ ਨਹੀਂ ਖਾਈਦਾ, ਅਸੀਂ ਪੂਰਾ ਲੱਡੂ ਖਾਈਦਾ। ਮੇਰੀ ਗੱਲ ਸੁਣੋ, ਹੁਣ ਇਹ ਕੋਠੀ ਦੀ ਗੱਲ ਕਰਨ ਡਿਆ, ਤੁਹਾਨੂੰ ਜੇ ਚੀਜ਼ ਮੋੜ ਦਈਏ ਤਾਂ ਵੀ ਤੁਸੀਂ ਡਰੀ ਜਾਂਦੇ ਨੇ ਨਹੀਂ ਹੁਣ ਛੱਡਦੇ ਵੀ ਨਹੀਂ। ਬੇਸਣ ਖਾਓ, ਬੇਸਣ ਖਾਓ। ਆ ਲਓ ਯਾ ਦੇਖੋ ਫਿਰ ਆ ਲਓ ਜਿੰਨਾ ਕੁ ਪਹਿਲਾਂ ਤੁਸੀਂ ਕਿਹਾ ਇੰਨਾ ਹੀ ਖਾਣਾ ਉਹਨਾਂ ਖਾਦਾ। ਮਤਲਬ ਚੀਜ਼ਾਂ ਜਦੋਂ ਇੰਨੀਆਂ ਖਾਣੇ ਫਿਰ ਸਿਹਤ ਕਾਰਨ ਬਣ ਜੇ ਦੱਸ ਕੀ ਯਾਰ। ਐਡਵਰਡ ਆਈਲੈਂਡ ਬੈਠੇ ਆ ਸੰਧਾਲੀਆ ਸਾਹਿਬ। ਨਹੀਂ ਮੈਨੂੰ ਇਹ ਸੀ ਵੀ ਸਮਾਂ ਮੇਰਾ ਖਿਆਲ ਆਪਣਾ ਲਗਭਗ ਸਮਾਪਤੀ ਵਾਲੇ ਪਾਸੇ ਹੀ ਆ, ਤੇ ਇਹ ਗੱਲ ਮੈਨੂੰ ਇਹ ਸੀ ਵੀ ਰਹਿ ਨਾ ਜਾਵੇ। ਅਸੀਂ ਇੱਕ ਵਾਰ ਫਿਰ ਦੱਸ ਦਈਏ ਵੀ ਅਸੀਂ ਅੱਜ ਦੋਵੇਂ ਭਰਾ, ਸਾਡੀ ਟੀਮ ਦੇ ਮੈਂਬਰ CEO ਅਮਨ ਖਟਕਰ ਸਾਹਿਬ, ਸਾਡੇ ਕੈਮਰਾਮੈਨ ਸੰਜੋਤ ਜੀ, ਨਾਲ ਨਿਤਿਨ ਚੋਪੜਾ ਸਾਹਿਬ, ਤੇ ਤੁਸੀਂ ਸਾਰੇ, ਹਾਂ ਤੁਸੀਂ ਸਾਰੇ ਤਾਂ ਹੈਗੇ ਹੀ ਹੋ। ਅਸੀਂ ਲੰਘਦੇ ਆਏ ਸੀ ਤੇ ਸਾਨੂੰ ਇੱਥੇ ਬੈਠਿਆਂ ਨੂੰ 1 ਘੰਟੇ ਤੋਂ ਉੱਪਰ ਹੋ ਗਿਆ, ਜਿਹਦੇ ਚੋਂ ਮੇਰਾ ਖਿਆਲ 52-53 ਮਿੰਟ ਤੇ ਪ੍ਰਾਈਮ ਫੋਕਸ ਸੀ। ਇਹਦੋਂ ਪਹਿਲਾਂ ਚਾਹ ਪੀਤੀ, ਬਾਕੀ ਵੇਖਿਆ ਵੂਖਿਆ, ਤੇ ਮੈਂ ਗੱਡੀਆਂ ਗਿਣਦਾ ਸੀ, 3 ਲੰਘੀਆਂ ਤੇ ਆਹ ਹੁਣ ਚੌਥੀ ਲੰਘੀ ਆ ਜੀ। 1.5-1.25 ਘੰਟੇ ਦੇ ਵਿੱਚ ਸਿਰਫ ਚੌਥੀ ਗੱਡੀ ਇਹ ਸੜਕ ਤੋਂ ਲੰਘੀ ਜਿੱਥੇ ਅਸੀਂ ਬੈਠੇ ਆ। ਤੇ ਇੱਥੋਂ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਵੀ ਕਿੰਨੇ ਕੁ ਲੋਕ ਕੈਨੇਡਾ ਚ ਰਹਿੰਦੇ ਹੋਣਗੇ। ਤੇ ਬਾਕੀ ਸੰਧਾਲੀਆ ਸਾਹਿਬ, ਅਸੀਂ ਇਹ ਜ਼ਰੂਰ ਬੇਨਤੀ ਕਰਦੇ ਹਾਂ ਕਿ ਭਾਈ ਦੇਖੋ ਕਿੰਨੀ ਖੂਬਸੂਰਤ ਧਰਤੀ ਆ, ਤੁਸੀਂ ਦ੍ਰਿਸ਼ ਆਲੇ ਦੁਆਲੇ ਨੂੰ ਦੇਖੇ। ਅਸੀਂ ਬਹੁਤ ਸਾਰੇ ਵਲੌਗ ਜਿਹੜੇ ਬਣਾ ਕੇ ਕੈਨੇਡਾ ਦੇ ਵੱਖ-ਵੱਖ ਹਿੱਸਿਆਂ ਦੇ ਤੁਹਾਡੇ ਤੱਕ ਕੱਪੜਦੇ ਲਗਾਤਾਰ ਕਰੀ ਜਾਂਦੇ ਆ। ਤੁਸੀਂ ਉਹਨਾਂ ਦੀ ਵੀ ਕਾਫੀ ਸਰਾਹਨਾ ਕੀਤੀ, ਤੁਹਾਡਾ ਧੰਨਵਾਦ। ਅਸੀਂ ਚਾਹੁੰਦੇ ਸੀ ਕਿ ਜਿੱਦਾਂ ਅਸੀਂ ਦੇਖ ਰਹੇ ਹਾਂ ਤੁਸੀਂ ਸਾਡੇ ਨਾਲ ਵੇਖੋ। ਕਈਆਂ ਦਾ ਚਾਂਸ ਬਣਦਾ ਕੈਨੇਡਾ ਆਉਣ ਦਾ, ਕਈਆਂ ਦਾ ਨਹੀਂ। ਅੱਜ ਦਾ ਪ੍ਰੋਗਰਾਮ ਜੇ ਅਸੀਂ ਬਾਹਰੋਂ ਕੀਤਾ ਤੇ ਕਿਵੇਂ ਦਾ ਲੱਗਾ, ਟਿੱਪਣੀਆਂ ਕਰ ਦਿਓ। ਜੇ ਕਹੋਗੇ ਹੁੰਦਾ ਸਾਨੂੰ ਔਖਾ ਹੀ ਆ, ਧੁੱਪ ਤਾਂ ਪੈਂਦੀ, ਅੱਖਾਂ ਘੱਟ ਹੀ ਖੁੱਲਦੀਆਂ ਹੁੰਦੀਆਂ, ਜੇ ਕਹੋਗੇ ਤਾਂ ਅਗਲੇ ਕੁਝ ਇੱਕ ਪ੍ਰੋਗਰਾਮ ਅਸੀਂ ਬਾਹਰੋਂ ਕਰ ਦਿਆਂਗੇ। ਸਾਡੀ ਬਿਲਕੁਲ ਤੁਸੀਂ ਟਿੱਪਣੀਆਂ ਕਰਦੇ ਹੋ। ਸਾਨੂੰ ਇਹ ਸੀ ਵੀ ਅਸੀਂ ਜਦੋਂ ਗੱਡੀ 'ਚ ਬੈਠੇ ਹੁੰਦੇ ਆ, ਅਸੀਂ ਤਾਂ ਦਿਨੇ ਵੇਖ ਹਟੇ ਹੁੰਦੇ ਆ ਜੀ, ਤੇ ਕਿਸੇ ਵੇਲੇ ਤੁਹਾਨੂੰ ਲੱਗਦਾ ਵੀ ਯਾਰ, ਕਿਉਂਕਿ ਪੰਜਾਬ ਦੇ ਹਿਸਾਬ ਨਾਲ ਜਿਹਦੇ ਟਾਈਮ ਤੇ ਅਸੀਂ ਉੱਥੇ ਬੈਠੇ ਹੁੰਦੇ, ਬੰਦੇ ਨੂੰ ਉੱਪਰਾ ਜਾ ਵੀ ਕਿਰਿਆ ਲੱਗਦਾ ਯਾਰ ਸਵੇਰੇ ਬੰਦੇ ਕਿੱਥੇ ਬੈਠੇ। ਹੁਣ ਚਲੋ ਕੈਨੇਡਾ ਵਾਲਿਆਂ ਨੂੰ ਜ਼ਰੂਰ ਮਹਿਸੂਸ ਹੋਊਗਾ ਵੀ ਇਹ ਦਿਨ ਚੜੇ ਕਿੱਦਾਂ ਬੋਲੀ ਜਾਂਦੇ, ਪਰ ਪੰਜਾਬ ਵਾਲਿਆਂ ਨੂੰ ਜ਼ਰੂਰ ਲੱਗੂਗਾ ਵੀ ਲੈ ਯਾਰ ਆਹ ਤੇ ਥੋੜੀ ਫੀਲਿੰਗ ਪੰਜਾਬ ਟਾਈਪ ਹੈ। ਇਸ ਕਰਕੇ ਅਸੀਂ ਅੱਜ ਦਾ ਪ੍ਰੋਗਰਾਮ ਇਦਾਂ ਕੀਤਾ। ਬਾਕੀ ਚੱਲਿਆ ਜੀ। ਬਿਲਕੁਲ, ਬਹੁਤ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।